सारे जय मसीह दी जिन्ने भी इसमें वॉच कर रहे हैं मैं सारे जय मसीह दी कहना सारे भैनों में सारे भरावां सारे परिवारों मेरे वालों साड़ी कलीसिया वालों GTOH मिनिस्ट्री वालों सारे जय मसीह दी ਅਸੀਂ ਇੱਕ ਵਾਰ ਫਿਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸੰਡੇ ਸਰਵਿਸ ਲੈ ਕੇ ਆਏ ਹਾਂ। ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਆਪਣੇ ਸਿਰਾਂ ਨੂੰ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਝੁਕਾ ਦਈਏ ਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਦੀ ਸਰਵਿਸ ਨੂੰ ਸ਼ੁਰੂ ਕਰਾਂਗੇ ਇੱਕ ਦੁਆ ਦੇ ਨਾਲ। ਹਾਲੇਲੂਇਆ, ਥੈਂਕ ਯੂ ਲਾਰਡ, ਹਾਲੇਲੂਇਆ। ਧੰਨਵਾਦ ਕਰਦੇ ਹਾਂ ਮਿਹਰਬਾਨ ਪਿਤਾ, ਤੁਹਾਡਾ ਸ਼ੁਕਰਗੁਜ਼ਾਰ ਹਾਂ ਅਸੀਂ। ਹਾਲੇਲੂਇਆ, ਇੱਕ ਵਾਰ ਫਿਰ ਅਸੀਂ ਤੁਹਾਡੇ ਨਾਮ ਦੇ ਵਿੱਚ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਅੱਜ ਦੀ ਸਰਵਿਸ ਲੈ ਕੇ ਆਏ ਹਾਂ। ਹਾਲੇਲੂਇਆ, ਅਸੀਂ ਵੈਲਕਮ ਕਰਦੇ ਹਾਂ ਪਵਿੱਤਰ ਆਤਮਾ ਜੀ ਤੁਹਾਨੂੰ। ਅਸੀਂ ਅੱਜ ਦੀ ਵਰਸ਼ਿਪ ਨੂੰ, ਅੱਜ ਦੀਆਂ ਦੁਆਵਾਂ ਨੂੰ, ਅੱਜ ਦੇ ਵਚਨ ਨੂੰ ਤੁਹਾਡੇ ਹੱਥਾਂ 'ਚ ਦਿੰਦੇ ਹਾਂ। ਆਪਣੇ ਗਲਿਆਂ ਨੂੰ, ਆਪਣੇ ਹੋਂਠਾਂ ਨੂੰ ਤੁਹਾਡੇ ਲਹੂ ਵਿੱਚ ਢੱਕ ਦਿੰਦੇ ਹਾਂ। ਧੰਨਵਾਦ ਕਰਦੇ ਹਾਂ ਅਸੀਂ ਜੋ ਵੀ ਅੱਜ ਬੋਲੀਏ ਤੁਹਾਡੇ ਜਲਾਲ ਲਈ ਬੋਲੀਏ ਅੱਜ। ਹਾਲੇਲੂਇਆ, ਸਾਡੇ ਮੂੰਹ 'ਚੋਂ ਨਿਕਲਿਆ ਹਰ ਇੱਕ ਲਫ਼ਜ਼ ਅੱਜ ਬਰਕਤ ਬਣ ਜਾਵੇ। ਹਾਲੇਲੂਇਆ, ਪਾਵਰ ਦੇ ਨਾਲ ਨਿਕਲੇ ਪਿਤਾ ਪਰਮੇਸ਼ਰ ਤੁਹਾਡਾ ਵਚਨ ਅੱਜ। ਹਾਲੇਲੂਇਆ, ਹਾਲੇਲੂਇਆ, ਵੀ ਵਰਸ਼ਿਪ ਯੂ, ਵੀ ਵੈਲਕਮ ਯੂ ਹੋਲੀ ਸਪਿਰਿਟ। ਹਾਲੇਲੂਇਆ, ਤੁਹਾਡਾ ਸਵਾਗਤ ਹੈ ਅੱਜ ਦੀ ਵਰਸ਼ਿਪ ਦੀ ਵਿੱਚ ਸਾਡੀ ਅਗਵਾਈ ਕਰਨੀ ਹੈ। ਹਾਲੇਲੂਇਆ, ਅੱਜ ਜਿੰਨੇ ਵੀ ਘਰਾਂ ਦੇ ਵਿੱਚ ਅੱਜ ਦੀ ਵਰਸ਼ਿਪ ਸੁਣੀ ਜਾਵੇ ਅੱਜ ਉਹ ਘਰ ਬਲੈਸਡ ਹੋ ਜਾਣ, ਉਹ ਜ਼ਿੰਦਗੀਆਂ ਬਲੈਸਡ ਹੋ ਜਾਣ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ, ਕਿ ਤੁਹਾਡੀ ਜਿਹੜੀ ਆਰਾਧਨਾ ਹੈ ਹਾਲੇਲੂਇਆ ਉਹ ਬੰਧਨ ਤੋੜਦੀ ਹੈ। ਤੁਹਾਡੀ ਆਰਾਧਨਾ ਜਦੋਂ ਕੀਤੀ ਜਾਂਦੀ ਹੈ ਤੁਹਾਡਾ ਤਖਤ ਉੱਥੇ ਲੱਗ ਜਾਂਦਾ ਹੈ। ਉਹਨਾਂ ਜ਼ਿੰਦਗੀਆਂ 'ਚ ਤਖਤ ਲੱਗਦਾ, ਉਹਨਾਂ ਘਰਾਂ ਦੇ ਵਿੱਚ ਤਖਤ ਲੱਗਦਾ ਹੈ। ਹਾਲੇਲੂਇਆ, ਅਸੀਂ ਵਿਸ਼ਵਾਸ ਕਰਦੇ ਹਾਂ ਅੱਜ ਦੀ ਇਹ ਸਰਵਿਸ ਇੱਕ ਬਲੈਸਡ ਸਰਵਿਸ ਹੋਵੇਗੀ। ਯਿਸੂ ਦੇ ਨਾਮ 'ਚ ਹਰ ਸੁਣਨ ਵਾਲਾ ਬਰਕਤ ਪਾਵੇਗਾ। ਇਸ ਦੁਆ ਨੂੰ ਅਸੀਂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹਾਲੇਲੂਇਆ, ਥੈਂਕ ਯੂ ਲਾਰਡ, ਹਾਲੇਲੂਇਆ, ਹਾਲੇਲੂਇਆ, we worship you Lord, hallelujah। आओ जी परमेश्वर दी आराधना दे वल वधिए। हालेलूया, परमेश्वर ने सानू बनाया है कि ਅਸੀਂ ਉਹਦੀ ਆਰਾਧਨਾ ਕਰ ਸਕੀਏ, ਉਹਨੂੰ ਮੁਬਾਰਕ ਕਰ ਸਕੀਏ। ਹਾਲੇਲੂਇਆ, ਥੈਂਕ ਯੂ ਲਾਰਡ, ਹਾਲੇਲੂਇਆ, ਥੈਂਕ ਯੂ ਹੋਲੀ ਸਪਿਰਿਟ। ਹਾਲੇਲੂਇਆ, you are with us holy spirit। ਹਾਲੇਲੂਇਆ, you take over। ਹਾਲੇਲੂਇਆ, holy spirit you take over। ਹਾਲੇਲੂਇਆ, hallelujah, we humble ourselves before you Lord। hallelujah, before you Holy Spirit। hallelujah, ਸਾਡੇ ਗਲੇ ਵਿੱਚ ਛੂ। thank you Jesus। hallelujah, ਅਸੀਂ ਸੌਂਗ ਗਾਵਾਂਗੇ ਮੇਰੇ ਜੀਵਨ में यीशु तेरा नाम जलाल पाता रहे। हालेलुया, हालेलुया, मेरा उठना बैठना और चलना तुझे भाता रहे। हालेलुया, ਤੁਹਾਨੂੰ ਚੰਗਾ ਲੱਗੇ। हालेलुया, हालेलुया, thank you Lord। मेरे जीवन में यीशु तेरा नाम जलाल पाता रहे। मेरे जीवन में यीशु तेरा नाम जलाल पाता रहे। मेरा उठना बैठना और मेरा उठना बैठना और चलना तुझे भाता रहे। मेरे जीवन में यीशु तेरा नाम जलाल पाता रहे। मेरे जीवन में यीशु तेरा नाम जलाल पाता रहे। मेरा
ਵੇਲੇ ਪ੍ਰਾਰਥਨਾ ਕਰ ਰਿਹਾ ਸੀ ਤੇ ਮੈਂ ਪ੍ਰਾਰਥਨਾ ਵਿੱਚ ਕਹਿ ਰਿਹਾ ਸੀ ਬਹੁਤ ਸਾਰੇ ਲੋਕ ਆ ਅੱਜ ਦਾ ਦਿਨ ਦੇਖਣ ਨੂੰ ਤਰਸਦੇ ਸੀਗੇ। ਬਹੁਤ ਸਾਰੇ ਲੋਕ ਸੋਚਦੇ ਅਸੀਂ ਮੰਜੀ ਤੇ ਪੈ ਕੇ ਜੀ ਲਈਏ, ਹਾਲੇਲੂਇਆ, ਅਸੀਂ ਇੱਕ ਲੱਤ ਨਾਲ ਜੀ ਲਈਏ, ਇੱਕ ਅੱਖ ਨਾਲ ਜੀ ਲਈਏ, ਹਾਲੇਲੂਇਆ। ਪਰ ਸ਼ੁਕਰ ਆ ਪਰਮੇਸ਼ਰ ਦਾ, ਅਸੀਂ ਤੰਦਰੁਸਤ ਆ, ਹਾਲੇਲੂਇਆ। ਸਾਡੇ ਕੋਲ ਲੱਤਾਂ ਵੀ ਆ, ਪੈਰ ਵੀ ਆ, ਅੱਖਾਂ ਵੀ ਆ, ਕੰਮ ਸਾਡਾ ਸਾਰਾ ਕੁਝ ਕੰਮ ਕਰਦਾ ਹੈ, ਹਾਲੇਲੂਇਆ। ਅਸੀਂ ਕਿਉਂ ਨਾ ਸ਼ੁਕਰ ਕਰੀਏ ਉਸ ਪਰਮੇਸ਼ਰ ਦਾ, ਹਾਲੇਲੂਇਆ। ਅਸੀਂ ਤੰਦਰੁਸਤੀ ਲਈ ਸ਼ੁਕਰ ਕਰੀਏ ਆਪਣੇ ਜੀਵਨ ਦੀ, ਹਾਲੇਲੂਇਆ। ਬਹੁਤ ਸਾਰੇ ਲੋਕ, ਹਾਲੇਲੂਇਆ, ਉਹ ਜੀਣਾ ਚਾਹੁੰਦੇ ਆ, ਹਾਲੇਲੂਇਆ, ਉਹ ਸਾਡੇ ਵਾਂਗੂ ਜੀਣ ਲਈ ਤਰਸਦੇ ਆ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਮੈਂ ਕਹਾਂ ਪਰਮੇਸ਼ਰ ਤੇਰਾ ਸ਼ੁਕਰ ਆ, ਹਾਲੇਲੂਇਆ। ਅਸੀਂ ਤੰਦਰੁਸਤ ਆ, ਸਾਡੇ ਹੱਥ ਪੈਰ ਚੱਲਦੇ ਆ, ਅਸੀਂ ਕੰਮ ਕਰ ਰਹੇ ਆ, ਹਾਲੇਲੂਇਆ। ਸਾਡੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਵਾ, ਹਾਲੇਲੂਇਆ, ਹਾਲੇਲੂਇਆ। ਬਹੁਤ ਸਾਰੇ ਲੋਕ ਸਾਡੇ ਵਾਂਗੂ ਜੀਣ ਲਈ ਤਰਸਦੇ ਪਏ, ਹਾਲੇਲੂਇਆ। ਪਰ ਸਾਡੇ ਕੋਲ ਇੱਕ ਸੱਚਾ ਜੀਵਨ ਹੈ, ਹਾਲੇਲੂਇਆ, ਜੋ ਮਸੀਹ ਦੇ ਵਿੱਚ ਹੈ, ਹਾਲੇਲੂਇਆ, ਹਾਲੇਲੂਇਆ। ਸਾਡੇ ਕੋਲ ਇੱਕ ਮਸੀਹ ਦੇ ਵਿੱਚ ਜੀਵਨ ਹੈ, ਹਾਲੇਲੂਇਆ, ਜੋ ਅਸੀਂ ਆਨੰਦ ਨਾਲ ਭਰਪੂਰ ਹੈ, ਹਾਲੇਲੂਇਆ, ਜਿਸ ਚ ਆਨੰਦ ਦੀ ਭਰਪੂਰੀ ਹੈ, ਹਾਲੇਲੂਇਆ। ਸਾਡੇ ਕੋਲ ਕੋਈ ਹੈ, ਹਾਲੇਲੂਇਆ, ਜਿਹਨੂੰ ਕਿ ਦੱਸ ਸਕਦੇ ਸੀ, ਹਾਲੇਲੂਇਆ। ਸਾਡਾ ਇੱਕ ਬਾਪ ਹੈ, ਹਾਲੇਲੂਇਆ, ਸਾਡਾ ਇੱਕ ਰੂਹਾਨੀ ਬਾਪ ਹੈ, ਸਾਡੀ ਰੂਹ ਦਾ ਰਖਵਾਲਾ ਹੈ, ਹਾਲੇਲੂਇਆ, ਸਾਡੀ ਰੂਹ ਦਾ ਲੰਗਰ ਹੈ, ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਲਾਰਡ ਜੀਸਸ, ਹਾਲੇਲੂਇਆ। आओ ਅਸੀਂ छोटी जी प्रार्थना करेंगे सिस्टर ज्योति नाल, हालेलुया। ਅਸੀਂ ਸ਼ੁਕਰਗੁਜ਼ਾਰੀ ਕਰਨੀ ਹੈ ਕਿ ਅਸੀਂ ਤੰਦਰੁਸਤ ਹਾਂ, ਹਾਲੇਲੂਇਆ। ਸਿਸਟਰ ज्योति नाल, हालेलुया। हालेलुया, हालेलुया, हालेलुया। धन्यवाद पिता परमेश्वर जी तेरी इस भलाई वास्ते पिता परमेश्वर, तू अज दा दिन सानू दिता पिता परमेश्वर। अज दे पवित्र दिन विच प्रभु सानू जीवित रखिया ताकि असी तेरी हजूरी दे विच प्रभु जी तेरी महिमा दे लई गीत गा सकीए, तेरी हजूरी विच बैठ सकीए पिता परमेश्वर जी। इस गैदरिंग वास्ते तुहाडा धन्नवाद पिता परमेश्वर जी। जो सानू सुन रहे हो उन्हां दा भी धन्नवाद पिता परमेश्वर जी। तुसीं एक एक नूं अज छूओ पिता परमेश्वर जी। साडीआं जिंदगियां च प्रभु तुसीं बीमारियां नूं तो साडे तो प्रभु दूर रखो, तुहाडा धन्नवाद परमेश्वर जी। सानू अपने पैरां ते खड़ा होण लई दित्ता परमेश्वर, तुहाडा धन्नवाद, हालेलुया प्रभु जी, हालेलुया प्रभु जी। अज प्रभु जी इस छोटी मंडली तुहाडे हत्थां विच दे दिंदे आ प्रभु जी। तुसीं सानू लीड करो पवित्र आत्मा जी, साडी अगवाही करो ताकि प्रभु जी असीं तुहाडे अकॉर्डिंग चल सकीए प्रभु जी। तुहाडी मर्जी साडीआं जिंदगियां च पूरी हो सके पिता परमेश्वर। असीं अपनी मर्जी ना करिए पिता परमेश्वर जी, तुहाडा धन्नवाद, हालेलुया। सारे समय दे प्रभु जी विच साडी अगवाई करो प्रभु जी, वचनां दे द्वारा, गीतां भजनां दे द्वारा परमेश्वर, धन्नवाद दीआं भेंटां दे द्वारा परमेश्वर, हालेलुया प्रभु। साडे प्रभु कानां नूं खोल दो पिता परमेश्वर जी ताकि असीं प्रभु तुहाडी आवाज़ नूं सुन सकीए परमेश्वर जी। साडे गलियां नूं ब्लैस करो, असीं उच्ची आवाज़ दे नाल तेरे नाम नूं धन्नवाद दे सकीए परमेश्वर, हालेलुया प्रभु जी। जो कुछ मंगया तुसीं दे दित्ता, अपने प्यारे यीशु दे नाम विच मंगदे हां, आमीन, हालेलुया। थैंक यू लॉर्ड, हालेलुया। What a mighty God we serve, hallelujah. Oh, what a lovely God he is, hallelujah. Oh, I can feel his presence. Just feel his presence, hallelujah. वो साडे विचार है, साडे विच हाज़र जवाब है, सानू किते भी जाण दी लोड़ नहीं है, हालेलुया। वो साडे विच रहिंदा है हुण। Thank you Lord. Oh, thank you Jesus. Hallelujah. Thank you Lord, hallelujah. Lord, we are here to worship you. Just worship you. Hallelujah. Thank you Lord, hallelujah. Hallelujah. Worship you. ਅਸੀਂ worship ਕਰਾਂਗੇ, ਹਾਲੇਲੂਇਆ, ਦਿਲ ਦੀਆਂ ਗਹਿਰਾਈਆਂ ਤੋਂ, ਹਾਲੇਲੂਇਆ। ਅਸੀਂ ਸੌਂਗ ਗਾਵਾਂਗੇ ਭਜ ਪਾਵਨ, ਹਾਲੇਲੂਇਆ। ਯੀਸ਼ੂ ਨਾਮ ਦੀ ਜੈਕਾਰ ਕਰਾਂਗੇ, ਹਾਲੇਲੂਇਆ। Oh, thank you Lord, hallelujah. Thank you Lord. Thank you Jesus. Hallelujah. Thank you Lord, hallelujah. पावन तन यीशु नाम, यीशु यीशु नाम। भजे पावन तन यीशु नाम, यीशु नाम, जय यीशु नाम, यीशु नाम, जय यीशु
ਇੱਥੇ ਕੀ ਕਹਾਂਗੇ, ਜੋ ਮੈਨੂੰ ਸਭ ਤੋਂ ਵੱਧ ਪ੍ਰੇਮ ਕਰਦਾ ਹੈ ਉਹਦਾ ਨਾਮ ਹੈ ਹਾਲੇਲੂਇਆ। ਜੋ ਮੈਨੂੰ ਹਰ ਰੋਜ਼ ਸੰਭਾਲਦਾ ਹੈ ਉਹਦਾ ਨਾਮ ਹੈ ਹਾਲੇਲੂਇਆ। ਜਿਨੇ ਮੈਨੂੰ ਧੋਤਾ ਹੈ, ਮੈਨੂੰ ਪਾਪੀ ਜ਼ਿੰਦਗੀ ਦੇ ਵਿੱਚੋਂ ਬਾਹਰ ਕੱਢ ਕੇ ਪਵਿੱਤਰ ਜ਼ਿੰਦਗੀ ਦਿੱਤੀ ਹੈ, ਜਿਨੇ ਮੈਨੂੰ ਸਾਫ਼ ਕੀਤਾ ਹੈ ਹਾਲੇਲੂਇਆ, ਹਾਲੇਲੂਇਆ। ਜਿਨੇ ਮੈਨੂੰ ਨਵਾਂ ਜੀਵਨ ਦਿੱਤਾ ਹੈ, ਇਹ ਉਹਦਾ ਨਾਮ ਹੈ। ਮੇਰੇ ਪ੍ਰੇਮੀ ਦਾ ਨਾਮ ਹੈ, ਇਹ ਮੇਰੇ ਸ਼ਾਫੀ ਦਾ ਨਾਮ ਹੈ ਹਾਲੇਲੂਇਆ। ਇਹ ਮੈਨੂੰ ਚੰਗਾ ਕਰਨ ਵਾਲਾ ਨਾਮ ਹੈ ਹਾਲੇਲੂਇਆ। ਇਹ ਕੋਈ ਆਮ नाम नहीं है हालेलुया। ओ हालेलुया। हर कोई जपे यीशु नाम हालेलुया। हर भरा कहे यीशु नाम दी जाए, हर भैन कहे यीशु नाम दी जाए, हर बच्चा कहे यीशु नाम दी जाए हालेलुया। हर कौम कहे यीशु नाम दी जाए हालेलुया। कलाम दसदा है परमेश्वर दा हालेलुया कि हर गोडा यीशु नाम अगे झुकना है, हर जुबान ने कहना है यीशु मसीह परमेश्वर है हालेलुया। चाहे आज पावे कल हालेलुया, यीशु मसीह नु हालेलुया, हालेलुया अपना मुक्ति का पग करना पैना है हालेलुया। थैंक यू जीसस हालेलुया। He is the only way हालेलुया। यीशु मसीह राह सच जिंदगी है, वो अल्फा है, ओमेगा है हालेलुया। वो आद है, अंत है हालेलुया। वो शुरू करता है, वो ही साडी जिंदगी में लिखदा है हालेलुया। वो ही सानू चलाਉਂਦਾ है एवरीडे, हर दिन सानू साथ दिंदा है हालेलुया। थैंक यू लॉर्ड, we worship you Lord हालेलुया। Glorify his name हालेलुया। His name all above names hallelujah, hallelujah। His name is so powerful, his name is so anointed hallelujah। वो सामर्थ्य है का नाम हालेलुया, हालेलुया। यीशु नाम से ਅਸੀਂ ਬਚਾਏ ਗਏ ਹਾਂ हालेलुया, हालेलुया। थैंक यू लॉर्ड हालेलुया। मैं ਉਹਦਾ ਨਾਮ ਕਦੀ ਭੁੱਲਣਾ ਨਹੀਂ ਹੈ, ਮੈਂ ਥੱਕਣਾ ਨਹੀਂ ਹੈ, ਕਦੀ ਅੱਖਣਾ ਨਹੀਂ ਉਹਦਾ ਨਾਮ ਲੈਂਦੇ ਹਾਂ ਹਾलेलुया। ਜਦੋਂ ਦਾ ਮੇਰੀ ਜ਼ਿੰਦਗੀ 'ਚ ਯਿਸੂ ਨਾਮ ਆਇਆ ਹੈ, ਮੇਰੀ ਜ਼ਿੰਦਗੀ ਬਦਲ ਗਈ ਹੈ। ਤੁਹਾਡੀ ਵੀ ਜ਼ਿੰਦਗੀ ਬਦਲੀ ਹੋਵੇਗੀ ਹਾਲੇਲੂਇਆ। ਤੁਹਾਡੇ ਸਾਰਿਆਂ ਕੋਲ ਕੋਈ ਗਵਾਹੀ ਹੈ ਹਾਲੇਲੂਇਆ। ਜਦੋਂ ਦਾ ਅਸੀਂ ਯਿਸੂ ਨਾਮ ਨੂੰ ਜਪਣਾ ਸ਼ੁਰੂ ਕੀਤਾ ਹੈ, ਸਾਡੇ ਹਾਲਾਤ ਬਦਲ ਗਏ ਹਾਲੇਲੂਇਆ। ਸਾਡੀ ਜ਼ਿੰਦਗੀ ਦੇ ਵਿੱਚੋਂ ਝੂਠ ਨਿਕਲ ਗਿਆ ਹਾਲੇਲੂਇਆ, ਚੁਗਲੀਆਂ ਨਿਕਲੀਆਂ, ਗੁਨਾਹ ਨਿਕਲ ਗਿਆ ਹਾਲੇਲੂਇਆ। ਯਿਸੂ ਨੇ ਆਣ ਕੇ ਸਫਾਈ ਕਰ ਦਿੱਤੀ ਇਸ ਨਾਮ ਨੇ ਆਣ ਕੇ ਹਾਲੇਲੂਇਆ, हालेलुया। दुश्मन डरता है इस नाम तो हालेलुया। ये नाम का हथियार है हालेलुया। एक थोड़ा है कि दवाई है हालेलुया, एक शहद की तरह है, मिठा है हालेलुया। थैंक यू लॉर्ड, वी नीड टू नो द पावर ऑफ हिज नेम हालेलुया। यीशु नाम, थैंक यू यीशु नाम जय यीशु नाम, यीशु नाम जय यीशु नाम। भज पावन तम यीशु नाम, यीशु नाम जय 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 यीशु नाम। जीवन मिलिया मिलिया आशीष ठहरी ठहरी बरकत आई आई है खुदा। जीवन मिलिया मिलिया आशीष ठहरी ठहरी बरकत आई आई है खुदा। जीवन मिलिया मिलिया आशीष ठहरी ठहरी बरकत आई आई है खुदा। मिलिया मिलिया आशीष ठहरी ठहरी बरकत आई आई है खुदा। जीवन मिलिया मिलिया आशीष ठहरी ठहरी बरकत आई आई है खुदा। जीवन मिलिया मिलिया आशीष ठहरी ठहरी बरकत आई आई है खुदा। जीवन मिलिया मिलिया आशीष ठहरी ठहरी बरकत आई आई है खुदा। बंधन कट गए कम भी रुक गए
ਆਪਣੇ ਹੱਥਾਂ ਨੂੰ ਉੱਚਾ ਕਰਕੇ, ਕਿਉਂਕਿ ਜਿਹੜੀ ਬਰਕਤ ਆ ਬੰਦ ਹੱਥਾਂ ਨਾਲ ਰਿਸੀਵ ਨਹੀਂ ਕੀਤੀ ਜਾਂਦੀ। ਸੋ ਅਸੀਂ ਜਦੋਂ ਪਰਮੇਸ਼ਰ ਦੀ ਬਰਕਤ ਰਿਸੀਵ ਕਰਦੇ ਹਾਂ ਤਾਂ ਬਹੁਤ ਸਾਰੇ ਲੋਕੀ ਆਪਣੀਆਂ ਝੋਲੀਆਂ ਅੱਡ ਲੈਂਦੇ ਹਨ। ਪੰਜਾਬ ਦੇ ਲੋਕੀ ਕਹਿੰਦੇ ਹਨ ਕਿ ਪਰਮੇਸ਼ਰ ਮੇਰੀ ਝੋਲੀ ਭਰ ਦੇ। ਤੇ ਅਸੀਂ ਆਪਣੀ ਬਰਕਤ ਜਦੋਂ ਪਾਣੀ ਹੈ ਤੇ ਆਪਣੇ ਦਿਲ ਨੂੰ, ਆਪਣੇ ਦਿਮਾਗ ਨੂੰ, ਆਪਣੀ ਸੋਚ ਨੂੰ ਖੋਲਣਾ ਹੈ, ਆਪਣੇ ਦਿਲਾਂ ਨੂੰ ਖੋਲਣਾ ਹੈ। ਏਦਾਂ ਸੋਚੋ ਕਿ ਤੁਸੀਂ ਚਰਚ ਦੇ ਵਿੱਚ ਬੈਠੇ ਹੋ, ਕਿਉਂਕਿ ਪਰਮੇਸ਼ਰ ਨੇ ਅੱਜ ਦਾ ਮੂਵਮੈਂਟ ਇਹੀ ਤਰੀਕਾ ਚੁਣਿਆ ਹੈ ਜਿਹਦੇ ਰਾਹੀਂ ਕਿ ਅਸੀਂ ਕਲੀਸਿਆ ਚੋਂ ਬਾਹਰ ਨਹੀਂ ਬਲਕਿ ਕਲੀਸਿਆ ਦੇ ਅੰਦਰ ਹਾਂ, ਔਰ ਕਲੀਸਿਆ ਅੱਗੇ ਨਾਲੋਂ ਜ਼ਿਆਦਾ ਗਰੋ ਹੁੰਦੀ ਪਈ ਹੈ। ਜਦੋਂ ਕਿ ਬ੍ਰਦਰ ਫੇਰ ਦੀ ਕਹਿੰਦਾ ਬਰਕਤ ਆਈ ਯੂ ਬਲੀਵ ਕਿ ਪਰਮੇਸ਼ਰ ਅੱਜ ਮੈਨੂੰ ਬਲੈਸ ਕਰਨ ਜਾ ਰਿਹਾ ਹੈ। ਬਲੀਵ ਕਰੋ ਕਿ ਪਰਮੇਸ਼ਰ ਅੱਜ ਮੈਨੂੰ ਸਿਹਤ ਦੇਣ ਜਾ ਰਿਹਾ ਹੈ। ਬਲੀਵ ਕਰੋ ਕਿ ਅੱਜ ਪਰਮੇਸ਼ਰ ਮੈਨੂੰ ਰੋਟੀ ਦੇਣ ਜਾ ਰਿਹਾ ਹੈ। ਬਲੀਵ ਕਰੋ ਕਿ ਅੱਜ ਪਰਮੇਸ਼ਰ ਮੇਰੀ ਕੋਖ ਖੋਲਣ ਜਾ ਰਿਹਾ ਹੈ। ਬਲੀਵ ਕਰੋ ਕਿ ਅੱਜ ਪਰਮੇਸ਼ਰ ਆਪਣੇ ਵਚਨ ਦਾ ਪ੍ਰਕਾਸ਼ ਮੈਨੂੰ ਦੇਣ ਜਾ ਰਿਹਾ ਹੈ। ਬਲੀਵ ਕਰੋ, ਤੁਹਾਡੇ ਵਿਸ਼ਵਾਸ ਨੇ ਤੁਹਾਨੂੰ ਬਰਕਤ ਦੇਣੀ ਹੈ, ਕਿਉਂਕਿ ਜਦੋਂ ਅਸੀਂ ਵਰਸ਼ਿਪ ਕਰਦੇ ਹਾਂ ਤੇ ਪਰਮੇਸ਼ਰ ਬੰਧਨ ਖੋਲਦਾ ਹੈ। ਕਿਉਂਕਿ ਵਰਸ਼ਿਪ ਜਿਹੜੀ ਸ਼ੈਤਾਨ ਨੂੰ ਹਰਾਉਂਦੀ ਹੈ, ਵਰਸ਼ਿਪ ਜਿਹੜੀ ਆ ਉਹਦੇ ਵਿੱਚ ਬਾਈਬਲ ਦੱਸਦੀ ਹੈ ਕਿ ਇਜ਼ਰਾਈਲੀਆਂ ਦੀ ਵਰਸ਼ਿਪ ਦੇ ਵਿੱਚ ਪਰਮੇਸ਼ਰ ਆਪਣਾ ਤਖਤ ਲਗਾਉਂਦਾ ਹੈ। ਔਰ ਜਦੋਂ ਵਰਸ਼ਿਪ ਹੁੰਦੀ ਹੈ, ਕਿਉਂਕਿ ਦੁਸ਼ਮਣ ਨਹੀਂ ਚਾਹੁੰਦਾ ਅਸੀਂ ਪਰਮੇਸ਼ਰ ਦੀ ਵਰਸ਼ਿਪ ਕਰੀਏ, ਸਾਡਾ ਵਰਸ਼ਿਪ ਕਰਨਾ ਜਿਹੜਾ ਹੈ ਉਹ ਦੁਸ਼ਮਣ ਨੂੰ ਹਰਾਉਣਾ ਹੈ। ਜੋ ਹੋਸ਼ਾਪਾਤ ਨੇ ਵਰਸ਼ਿਪ ਕੀਤੀ, ਆਪਾਂ ਪਿਛਲੇ ਦਿਨਾਂ 'ਚ ਵਚਨ ਸੁਣਿਆ ਸੀਗਾ, ਔਰ ਬਾਈਬਲ ਦੱਸਦੀ ਦੁਸ਼ਮਣ ਜਿਹੜਾ ਆਪਸ 'ਚ ਕਨਫਿਊਜ਼ ਹੋ ਗਿਆ, ਔਰ ਪਰਮੇਸ਼ਰ ਦਾ ਵਚਨ ਦੱਸਦਾ ਉਹਦੀ ਲੁੱਟ ਲੈ ਕੇ ਤੇ ਪਰਮੇਸ਼ਰ ਦੇ ਲੋਕ ਘਰ ਆ ਗਏ। ਅੱਜ ਅਸੀਂ ਜਦੋਂ ਵਰਸ਼ਿਪ 'ਚ ਜਾਂਦੇ ਸੀ ਢੋਲਕੀਆਂ ਦੇ ਨਾਲ, ਛੈਣਿਆਂ ਦੇ ਨਾਲ, ਤਾੜੀ ਮਾਰ ਮਾਰ ਕੇ ਅਸੀਂ ਵਰਸ਼ਿਪ ਦੇ ਵਿੱਚ ਜਾਂਦੇ ਹਾਂ। ਹਾਲੇਲੂਇਆ। ਜਦੋਂ ਅਸੀਂ ਦੇਖਦੇ ਹਾਂ ਅਗਰ ਫੇਸਬੁੱਕ ਤੇ ਤੁਸੀਂ ਆਪਣੇ ਘਰ ਦੇ ਵਿੱਚ ਤੁਸੀਂ ਤਾੜੀਆਂ ਮਾਰ ਸਕਦੇ ਹੋ ਵਰਸ਼ਿਪ ਦੇ ਲਈ। 2 ਘੰਟੇ ਤੁਸੀਂ ਆਪਣੇ ਆਪ ਨੂੰ ਸਾਰੀ ਆਪਣੀ ਕਿਚਨ ਨੂੰ ਬੰਦ ਕਰਕੇ, ਆਪਣੇ ਸਾਰੇ ਕੰਮਾਂ ਨੂੰ ਬੰਦ ਕਰਕੇ ਪ੍ਰਭੂ ਦੇ ਨਾਲ ਜੁੜ ਸਕਦੇ ਹੋ, ਕਿਉਂਕਿ ਪਰਮੇਸ਼ਰ ਜਿਹੜਾ ਹੈ ਉਹ ਚਾਹੁੰਦਾ ਹੈ, ਸਾਡੀ ਅਟੈਂਸ਼ਨ ਨੂੰ ਚਾਹੁੰਦਾ ਹੈ, ਸਾਡੇ ਕੰਨ ਨੂੰ ਕਹਿੰਦਾ ਮੇਰੀ ਵੱਲ ਆ, ਆਪਣੀ ਆਵਾਜ਼ ਨੂੰ ਕਹਿੰਦਾ ਮੇਰੀ ਵੱਲ ਆ। ਅਸੀਂ ਬਰਕਤ ਮੰਗਦੇ, ਪਰ ਜਦੋਂ ਬਰਕਤ ਮੀਂਹ ਪੈਣ ਲੱਗਦਾ ਹੈ ਕਿਸੇ ਨੂੰ ਨਹੀਂ ਪਤਾ, ਮੌਸਮ ਦੇਖ ਕੇ ਪਤਾ ਲੱਗਦਾ ਮੀਂਹ ਪੈਣ ਲੱਗਾ ਹੈ। ਇਸੇ ਤਰ੍ਹਾਂ ਜਿਹੜੀ ਰੂਹਾਨੀ ਬਲੇਸਿੰਗ ਹੈ ਸਾਡੀ, ਸਾਨੂੰ ਮੌਸਮ, ਸਾਨੂੰ ਆਤਮਾ ਦੇ ਰੂਹ ਦਾ ਪਤਾ ਲੱਗ ਜਾਂਦਾ ਹੈ ਕਿ ਗॉड ਗੋਇੰਗ ਟੂ ਓਪਨ ਦਾ ਹੈਵਨ। ਹਾਲੇਲੂਇਆ। ਪਰਮੇਸ਼ਰ ਸਵਰਗ ਖੋਲ ਕੇ ਬਾਦਸ਼ਾਹੀ ਚੋਂ ਬਰਕਤ ਉਡੇਲਦਾ ਹੈ। ਸਵਰਗ ਦੀ ਜਿਹੜੀ ਬਰਕਤ ਹੈ ਉਹ ਧਰਤੀ ਤੇ ਖਰੀਦੀ ਨਹੀਂ ਜਾ ਸਕਦੀ ਹੈ। ਇੱਕ ਪਰਮੇਸ਼ਰ ਦੀ ਬੜੀ ਬਰਕਤ ਹੈ ਕਿ ਜਦੋਂ ਉਹਦੇ ਬੱਚੇ ਵਰਸ਼ਿਪ ਕਰਦੇ ਤਾਂ ਸਵਰਗ ਨੂੰ ਖੋਲ ਦਿੰਦਾ ਹੈ, ਔਰ ਆਪਣੇ ਲੋਕਾਂ ਦੇ ਉੱਤੇ ਅਸਮਾਨ ਦੇ ਗੇਟ ਖੋਲ ਕੇ, ਸਵਰਗ ਦੇ ਗੇਟ ਖੋਲ ਕੇ ਉਹਨਾਂ ਤੇ ਬਰਕਤ ਪਾਉਂਦਾ। ਮੈਂ ਨਹੀਂ ਕਹਿੰਦੀ, ਕਿਉਂਕਿ ਖੁਦਾ ਦਾ ਕਲਾਮ ਸਾਨੂੰ ਇਸ ਤਰ੍ਹਾਂ ਦੱਸਦਾ ਹੈ ਕਿ ਜੇ ਤੂੰ 10ਵਾਂ ਹਿੱਸਾ ਪਾਉਂਦਾ ਹਾਂ ਤੇ ਕੀ ਹੁੰਦਾ ਹੈ, ਅਸਮਾਨ ਦੇ ਝਰੋਖੇ ਖੋਲ ਕੇ ਮੈਨੂੰ ਪਰਖ ਕੇ ਦੇ ਕਿ ਮੈਂ ਤੈਨੂੰ ਬਰਕਤ ਦੀ ਬਾਰਿਸ਼ ਦਿੰਦਾ ਹਾਂ ਕਿ ਨਹੀਂ। ਸੋ ਪਰਮੇਸ਼ਰ ਦੇ ਬਰਕਤ ਦੇ ਮੁਤਾਬਿਕ ਜਦੋਂ ਬ੍ਰਦਰ ਰਿੰਕੂ ਇੱਕ ਵਾਰੀ ਫੇਰ ਦੀ ਕਹੇਗਾ ਬਰਕਤ ਆਈ ਜਿੱਥੇ ਵੀ ਤੁਸੀਂ ਹੋ, ਆਪਣੇ ਲਿਫਟ ਯੋਰ ਹੈਂਡਸ ਅਪ, ਗੋਡਿਆਂ ਦੇ ਪਾਸ ਚੱਲ ਜਾਓ, ਜਿੱਦਾਂ ਵੀ ਆਪਣੇ ਦਿਲ ਖੋਲ ਲਓ ਕਿ ਪਰਮੇਸ਼ਰ ਅੱਜ ਮੇਰਾ ਦਿਨ ਹੈ। ਹਾਲੇਲੂਇਆ। ਲੈਟਸ ਗੋ ਬ੍ਰਦਰ ਰਿੰਕੂ ਵਾਂਸ ਅਗੇਨ। ਹਾਲੇਲੂਇਆ। जीवन मिलया मिलया आशीष पहली पहली बरकत आई है तुम्हारा। जीवन मिलया मिलया आशीष पहली पहली बरकत आई है तुम्हारा। मिलया मिलया आशीष पहली पहली बरकत आई है। ਚਰਚ ਪਲੀਜ਼ ਜੁੜੇ ਰਹੀਓ, ਕਿਉਂਕਿ ਨੈਟ ਥੋੜਾ ਜਿਹਾ ਪ੍ਰੋਬਲਮ ਕਰਦਾ ਪਿਆ ਹੈ। ਨਾਰਮਲੀ ਕਦੀ ਹੋਇਆ ਨਹੀਂ, ਪਰ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਜਦੋਂ ਬਰਕਤ ਰਿਲੀਜ਼ ਹੋਣੀ ਹੁੰਦੀ ਆ ਤੇ ਤੁਹਾਨੂੰ ਪਤਾ ਹੈ ਕਿ ਮੁਸ਼ਕਲ ਵੀ ਵਿੱਚ ਆ ਸਕਦੀ ਹੈ। ਸੋ ਅਸੀਂ ਘਬਰਾਣਾ ਨਹੀਂ ਹੈ, ਅਸੀਂ ਡਰਨਾ ਨਹੀਂ ਹੈ, ਪਰ ਜੇ 2 ਮਿੰਟ ਲਈ ਰੁਕ ਵੀ ਜਾਂਦਾ ਤੇ ਤੁਸੀਂ ਆਪਣੇ ਫੋਨ ਬੰਦ ਨਹੀਂ ਕਰਨੇ ਹਨ, ਆਪਣੇ ਕਮਰੇ ਚੋਂ ਨਹੀਂ ਉੱਠਣਾ ਹੈ, ਵੇਟ ਕਰਨੀ ਹੈ। ਔਰ ਚਾਹੇ ਤੁਸੀਂ ਦੁਨੀਆ ਦੇ ਜਿਹੜੇ ਵੀ ਮਰਜ਼ੀ ਕੋਨੇ ਦੇ ਵਿੱਚ ਵਾਚ ਕਰ ਰਹੇ ਹੋ, ਇੰਡੀਆ ਚੋਂ, ਪਾਕਿਸਤਾਨ ਚੋਂ, ਯੂਰਪ ਚੋਂ, ਅਮਰੀਕਾ ਚੋਂ, ਆਸਟ੍ਰੇਲੀਆ ਚੋਂ, ਐਂਡ ਜੀਸਸ ਸਟਾਰ ਆਫ ਮਿਨਿਸਟਰੀ ਵੱਲੋਂ ਤੁਹਾਨੂੰ ਅਸੀਂ ਇੱਕ ਨਿੱਘਾ ਸੱਦਾ ਦਿੰਦੇ ਹਾਂ। ਵੀ ਵੈਲਕਮ ਯੂ, ਔਰ ਪਰਮੇਸ਼ਰ ਯਿਸੂ ਮਸੀਹ ਦੇ ਨਾਮ 'ਚ ਤੁਹਾਨੂੰ ਬਲੈਸ ਕਰਦੇ ਹਾਂ ਸਾਨੂੰ ਜੁਆਇਨ ਕਰਨ ਵਾਸਤੇ। ਸੋ ਮੈਂ ਤੁਹਾਨੂੰ ਦੱਸਦੀ ਸੀ ਬਰਕਤ ਪਾਉਣ ਦੇ ਬਹੁਤ ਸਾਰੇ ਤਰੀਕੇ। ਆਪਾਂ ਮੇਨ ਮੈਸੇਜ 'ਚ ਜਾਣ ਤੋਂ ਪਹਿਲਾਂ ਮੈਂ ਵਿਸ਼ਵਾਸ ਕਰਦੀ ਹਾਂ ਕਿ ਮੈਂ ਘਰੋਂ ਪੂਰੀ ਚਰਚ ਦੀ ਤਿਆਰੀ ਕਰਕੇ ਆਉਂਦੀ ਹਾਂ। ਅਸੀਂ ਜਿੰਨੀ ਸਾਡੀ ਟੀਮ ਹੈ ਅਸੀਂ ਪੂਰੀ ਚਰਚ ਦੀ ਤਿਆਰੀ ਕਰਦੇ ਹਾਂ, ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਇੱਕ ਡਿਊਟੀ ਨਹੀਂ ਨਿਭਾਉਂਦੇ ਹਾਂ,
पर ਅਸੀਂ परमेश्वर ਨਾਲ प्यार करने वाले लोकी हाँ और परमेश्वर ਦਾ प्यार ਜਿਹੜਾ ਹੈ ਉਹ ਸਾਨੂੰ ਇਕੱਠਾ ਕਰਦਾ ਹੈ और ਅਸੀਂ ਉਹਦੀ ਬਰਕਤ ਪਾਣ ਲਈ ਇਕੱਠੇ ਹੁੰਦੇ, ਬਰਕਤ ਦਾ ਵਸੀਲਾ ਬਣਨ ਲਈ ਇਕੱਠੇ ਹੁੰਦੇ ਹਾਂ ਕਿਉਂਕਿ ਪਰਮੇਸ਼ਰ ਆਪਣੇ ਲੋਕਾਂ ਦੇ ਰਾਹੀਂ ਬਰਕਤ ਦਿੰਦਾ। ਆਪਾਂ ਜਿਸ ਦੇ ਕਲਾਮ ਦੇ ਵਿੱਚ ਵੀ ਦੇਖਾਂਗੇ ਲੇਟਰ ਔਨ। ਸੋ ਲੂਕ 6:38 ਦੇ ਵਿੱਚ ਲਿਖਿਆ ਹੈ, कहता दिया करो तुम्हें दिया जाएगा। आमीन। लोग पूरा नाक दबा दबा कर हिला हिला कर उभारता हुआ तुम्हारी गोद में डालेंगे क्योंकि जिस नाप से तुम नापते हो उसी से तुम्हारे लिए नापा जाएगा। मैं सिर्फ इतने पैसे की गल नहीं करनी हाँ, जेड़े नाप के वर्षी परमेश्वर नूं दिंदे हो, जेड़ा नाप के परमेश्वर नूं टाइम दिंदे हो, वड्डियां बरकतां मंगदे हां। परमेश्वर को 2 घंटे तुसीं लाइन ते जुड़ के नहीं बैठण दा टाइम हैगा। तो परमेश्वर कहता दिया करो, वक्त दिया करो, मैनू टाइम मैनू दिया करो, 10वां हिस्सा मैनू दिया करो। जेड़ा परमेश्वर दा हिस्सा आ, चाहे वो टाइम दा होवे, चाहे वो पैसे दा होवे, चाहे वो बाइबल पढ़न दा होवे, असी परमेश्वर नूं देना है। ये आयत मैं तां पढ़ी है, तुहानूं पता है कि साडे चर्च दे लोकी बड़े वफादार है। बहुत सारे लोकी अपना जदों दा कोविड-19 होया है जो उन्होंने सीखिया वो करदे हैं। इन्हां दी वफादारी लई परमेश्वर नाल जिहड़ी है और मेरे नाल है उहदे लई मैं धन्नवाद करदी हां। सो ਅਸੀਂ ਅੱਜ ਦਾ ਜਿਹੜੇ ਵੀ ਲੋਕੀ ਹਦੀਆ ਆਪਣੇ ਘਰਾਂ ਚ ਕੱਢਦੇ ਆ, ਬੈਂਕ ਚ ਚਰਚ ਦੀ ਚ ਟ੍ਰਾਂਸਫਰ ਕਰਦੇ ਆ, ਉਹਨਾਂ ਵਾਸਤੇ ਦੁਆ ਕਰਨੀ ਹੈ। ਸੋ ਆਪਾਂ ਬ੍ਰਦਰ ਹੈਪੀ ਨੂੰ ਬੁਲਾਵਾਂਗੇ ਇਸ ਦੁਆ ਕਰਨ ਵਾਸਤੇ, ਅੱਜ ਦੇ ਹਦੀਏ ਲਈ ਦੁਆ ਕਰਾਂਗੇ ਔਰ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਕਿ ਪਰਮੇਸ਼ਰ ਤੇਰਾ ਧੰਨਵਾਦ ਹੈ ਕਿਉਂਕਿ ਪਰਮੇਸ਼ਰ ਨੇ ਸਾਨੂੰ ਬਲੈਸ ਕੀਤਾ ਹੈ। ਬਹੁਤ ਸਾਰੇ ਲੋਕਾਂ ਕੋਲ ਰੋਟੀ ਨਹੀਂ ਖਾਣ ਲਈ ਪਰ ਸਾਡੇ ਘਰਾਂ ਚ ਰੱਜ ਕੇ ਖਾਣ ਨੂੰ ਹੈ और परमेश्वर का धन्यवाद करांगे कि पर बहुत लोगों को काम नहीं, साडे सबको काम है। जिन्हां को नहीं है मेरी दुआ कि अज परमेश्वर तुहानू चौका दे और परमेश्वर का वचन दसदा थैंक गॉड कि परमेश्वर ने सानू लोकां नू इस टाइम च ब्लैसिंग देने लई सद्दिया है। अब्राहम नू प्रभु ने कहा मैं तेनू कौमां वास्ते एक ब्लैसिंग बनावांगे। हालेलुया। सो दिस इज द टाइम ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। I think brother happy is quite busy, so ਕੋਈ ਗੱਲ ਨਹੀਂ, we will pray because एक और job ਜਿਹੜੀ ਹੈ ਅਸੀਂ ਦਿੱਤੀ ਹੋਈ ਬੇਬੀ ਸਿਟਿੰਗ ਦੀ, so no problem at all. Hallelujah. Let's pray. Close your eyes. ਆਪਣੇ ਹੱਥ ਉੱਚੇ ਕਰੋ। ਜੇ ਤੁਸੀਂ ਆਪਣੇ ਹਦੀਆ ਆਪਣੇ ਚਰਚਾਂ 'ਚ ਪਾਣੀਆਂ you can and ਆਪਣੇ ਹੱਥਾਂ 'ਚ ਫੜਨੇ ਫੜ ਲਓ and otherwise I'm going to release the blessing ਤੇ ਪਰਮੇਸ਼ਰ ਤੁਹਾਡੇ ਹਰ ਚੀਜ਼ ਦੇ ਉੱਤੇ blessing ਦੇਵੇ। Hallelujah. Thank you Holy Spirit. ਅਸਮਾਨੀ ਬਾਪ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ प्रभु जी। तुहाडा कलाम सानू सिखाउंदा है बरकत पाण दा तरीका की है। पिता परमेश्वर असीं तुहाडे बच्चे हैं और तुसीं सानू सिखाया है और जदों परमेश्वर उस तरीके दे नाल असीं चलदे हां ते असीं मान लो माल हो जांदे हां। तुहाडा कलाम कहंदा दिया करो तुम्हें भी दिया जाएगा। परमेश्वर अज लोग अपनी कमाईयां चों जदों परमेश्वर तुहानू तुहाडे खजाने दे विच लैके आंदे, तुहाडे ऑल्टर ते शुक्रगुजारी दी भेंट लैके आंदी, परमेश्वर मैं धन्नवाद करदी हां प्रभु जी। हर ऑफरिंग ते हर 10वें हिस्से ते प्रभु जी तुहाडी ब्लैसिंग ठहर जावे इन द नेम ऑफ जीसस। हर लानतां टुट जाण यीशु दे नाम च। खुदावन कर्जे दीयां लानतां टुट जाण लोकां तो यीशु दे नाम च परमेश्वर। काटे दी बदरू यीशु दे नाम च निकल जावे परमेश्वर। और प्रभु असीं दुआ करदे तुहाडे कलाम दे मुताबिक कि लोकां दे घरां च शैतान पैरालाइज हो जावे क्योंकि तुहाडा कलाम कहंदा है कि जदों तू मेरे घर च लैके आवांगा देख कि मैं आसमान दे झरोखे खोलदा हां कि नहीं, परख के देख। और परमेश्वर उस तुहाडा कलाम कहंदा है कि परमेश्वर देख मैं शैतान नूं शर्मिंदा करदा हां तेरे घर च। लॉर्ड ब्लैस कर अपने लोकां नूं जो लोग अपने चर्चां च अपने घरां च अपने पास्टरां नूं खुदा नाल खड़े हुंदे हन। प्रभु जी मेरी दुआ है कि इन्हां दे घरां दे विच खुदावंद दा कदी आटा ना मुके, इन्हां दे घरां च मल्टीप्लिकेशन आ जावे। We bless them in the mighty name of Jesus Christ. Amen. Hallelujah. सो परमेश्वर का धन्यवाद है। तो एक बार फिर थी कहनी इन केस वी प्रे दैट दिस फेसबुक ते जड़ा साडा नेट अज रुकूगा नहीं, पर जे किते रुक गया तो प्लीज प्लीज उठ के ना जाइयो कि पता नहीं खराब हो गया तो मैनू नठन का मौका मिल गया प्रभु की हजूरी चो बाहर। कभी कभी इदा लोग सोचते हैं चल हुण जाके भांडे धो लेना, हुण तो चल खत्म ही हो गया, हुण पता नहीं आना कि नहीं। पर इदा दा एटीट्यूड सानू भुख नहीं रखता परमेश्वर दे विच। असीं भुख रख के प्रभु कोल आना है, ओही रोटी खा सकदा जिहड़ा भुखा होवेगा ते जिहड़ा भुखा नहीं होवेगा रोटी नहीं खा सकता। प्यासा ही पानी पी सकता है ते जे प्यास नहीं होवेगी ते असीं पानी नहीं पी सकते, जो मर्जी मोड़े रख दो लिया के। सो परमेश्वर दे लोगों जदों असीं परमेश्वर दे वचन वल वधदे हां ते असीं परमेश्वर दे कलाम दे विचों सिੱਖਦੇ हां अज ते जरूर मैं श्योर हां कि तुसीं ब्लैसिंग पाओगे। हालेलुया। खुदावंद दा कलाम वाला आपां वधांगे। दूजा राजा 2 किंग पुराने आयतनामे च आंदी है किताब, आप सिस्टर ज्योति दे नाल पढ़ांगे चैप्टर 4 1 तो लैके
ਤੇ 7 ਤੱਕ ਪੜਾਂਗੇ ਆਪਾਂ। ਹਾਂਜੀ ਸਿਸਟਰ ਜੋਤੀ। ਨਬੀਆਂ ਦਿਆਂ ਪੁੱਤਰਾਂ ਦੀਆਂ ਤੀਵੀਆਂ ਵਿੱਚੋਂ ਇੱਕ ਜਣੀ ਨੇ ਅਲੀਸ਼ਾ ਅੱਗੇ ਦੁਹਾਈ ਦਿੱਤੀ, ਭਈ ਤੇਰਾ ਦਾਸ ਮੇਰਾ ਪਤੀ ਮਰ ਗਿਆ ਹੈ ਅਤੇ ਤੂੰ ਜਾਣਦਾ ਹੈ ਭਈ ਤੇਰਾ ਦਾਸ ਯਹੋਵਾ ਦਾ ਭੈ ਮੰਨਦਾ ਸੀ। ਹੁਣ ਲੈਣਦਾਰ ਮੇਰੇ 2 ਪੁੱਤਰਾਂ ਨੂੰ ਆਪਣੇ ਬਰਦੇ ਬਣਾਉਣ ਲਈ ਲੈਣ ਆਇਆ ਹੈ। ਤਾਂ ਅਲੀਸ਼ਾ ਨੇ ਉਸਨੂੰ ਆਖਿਆ, ਮੈਂ ਤੇਰੇ ਲਈ ਕੀ ਕਰਾਂ, ਮੈਨੂੰ ਦੱਸ ਤੇਰੇ ਕੋਲ ਘਰ ਵਿੱਚ ਕੀ ਹੈ। ਉਸ ਬੋਲੀ, ਤੇਰੀ ਟਹਿਲਣ ਦੇ ਘਰ ਵਿੱਚ ਇੱਕ ਕੁੱਪੀ ਤੇਲ ਤੋਂ ਬਿਨਾਂ ਕੁਝ ਵੀ ਨਹੀਂ। ਤਾਂ ਉਹ ਬੋਲਿਆ, ਤੂੰ ਜਾ ਤੇ ਆਪਣੇ ਸਾਰੇ ਗੁਆਂਢੀਆਂ ਤੋਂ ਖਾਲੀ ਭਾਂਡੇ ਮੰਗ ਲੈ, ਉਹ ਥੋੜੇ ਜਿਹੇ ਨਾ ਹੋਣ, ਅਤੇ ਜਦ ਤੂੰ ਅੰਦਰ ਆ ਜਾਵੇਂ ਤਾਂ ਆਪਣੇ ਤੇ ਆਪਣੇ ਪੁੱਤਰਾਂ ਲਈ ਬੂਹਾ ਭੇੜ ਲਵੀਂ ਅਤੇ ਉਹਨਾਂ ਸਾਰਿਆਂ ਭਾਂਡਿਆਂ ਵਿੱਚ ਉਲੱਦਦੀ ਜਾਵੀਂ। ਜਿਹੜਾ ਭਾਂਡਾ ਜਿਹੜਾ ਭਰ ਜਾਵੇ ਉਹਨੂੰ ਅੱਡ ਰੱਖ ਦੇਵੀਂ। ਸੋ ਉਹ ਉਹਦੇ ਅੱਗਿਓਂ ਚਲੀ ਗਈ ਤੇ ਆਪਣੇ ਅਤੇ ਆਪਣੇ ਪੁੱਤਰਾਂ ਲਈ ਬੂਹਾ ਭੇੜ ਲਿਆ। ਉਹ ਉਸਦੇ ਕੋਲ ਲਿਆਉਂਦੇ ਗਏ ਤੇ ਉਹ ਉਲੱਦਦੀ ਗਈ। ਫਿਰ ਇਉਂ ਹੋਇਆ, ਜਦੋਂ ਭਾਂਡੇ ਭਰ ਗਏ ਤਾਂ ਉਸਨੇ ਆਪਣੇ ਪੁੱਤਰ ਨੂੰ ਆਖਿਆ, ਮੇਰੇ ਲਈ ਇੱਕ ਹੋਰ ਭਾਂਡਾ ਲਿਆ। ਉਹਨੇ ਉਸਨੂੰ ਆਖਿਆ, ਹੋਰ ਤਾਂ ਕੋਈ ਭਾਂਡਾ ਨਹੀਂ ਹੈ। ਤਾਂ ਤੇਲ ਬੰਦ ਹੋ ਗਿਆ। ਤਦ ਉਹ ਪਰਮੇਸ਼ਰ ਦੇ ਜਨ ਕੋਲ ਆਈ ਤੇ ਉਹਨੂੰ ਦੱਸਿਆ ਅਤੇ ਉਹ ਬੋਲਿਆ, ਜਾ ਕੇ ਤੇਲ ਵੇਚ ਤੇ ਆਪਣਾ ਕਰਜ਼ਾ ਭਰ ਦੇ ਅਤੇ ਜੋ ਬਚੇ ਉਹਦੇ ਨਾਲ ਤੂੰ ਤੇਰੇ ਪੁੱਤਰ ਗੁਜ਼ਰ ਕਰਿਓ। ਆਮੇਨ ਹਾਲੇਲੂਇਆ। ਤੇਰੇ ਬਾਪ ਤੇਰੇ ਕਲਾਮ ਦੇ ਪੜੇ ਤੇ ਸੁਣੇ ਟਾਂ ਤੇ ਬਰਕਤ ਦੇ। ਪਰਮੇਸ਼ਰ ਸੁਣਨ ਵਾਲਿਆਂ ਨੂੰ ਬਖਸ਼ਤ ਦੇ। ਪਰ ਪਿਤਾ ਪਰਮੇਸ਼ਰ ਅੱਜ ਇਸ ਕਲਾਮ ਨੂੰ ਸੁਣ ਕੇ ਅਸੀਂ ਆਪਣਾ ਵਿਸ਼ਵਾਸ ਤੇ ਗੱਲਾਂ ਤੇ ਲਿਆ ਸਕੀਏ ਪਰਮੇਸ਼ਰ। ਪਰ ਖੁਦਾਵੰਦ ਦੇ ਕਲਾਮ ਸਾਡੇ ਵਿਸ਼ਵਾਸ ਦੇ ਵਿੱਚ ਸਾਨੂੰ ਵਧਾ ਸਕੇ। ਪ੍ਰਭੂ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ। ਆਮੇਨ। ਇੱਕ ਵਾਰੀ ਫੇਰ ਵੀ ਮੈਂ ਸਾਰਿਆਂ ਨੂੰ ਕਹਿੰਦੀ ਹਾਂ ਕਿ ਜੀਸਸ ਆਫ ਮਿਨਿਸਟਰੀ ਤੁਸੀਂ ਇਸ ਸਥਾਨ ਤੇ ਯੂਕੇ ਦੇ ਵਿੱਚੋਂ ਵਾਚ ਕਰਦੇ ਹੋ। ਪੰਜਾਬੀ ਚਰਚ ਹੈ, ਸਾਡੀ ਇੰਗਲਿਸ਼ ਸਰਵਿਸ ਵੀ ਲੱਗਦੀ ਹੈ। ਐਂਡ ਪਰਮੇਸ਼ਰ ਦਾ ਧੰਨਵਾਦ ਹੈ ਕਿ ਪ੍ਰਭੂ ਨੇ ਇੱਕ ਛੋਟੀ ਜਿਹੀ ਕਲੀਸਿਆ ਸਾਡੇ ਦੇ ਨਾਲ ਸਾਨੂੰ ਬਲੈਸ ਕੀਤਾ ਹੈ। ਪਰ ਪ੍ਰਭੂ ਦਾ ਧੰਨਵਾਦ ਹੈ ਕਿ ਉਹਨੂੰ ਪਸੰਦ ਆਇਆ ਕਿ ਅਸੀਂ ਉਹਦੀ ਪਵਿੱਤਰ ਬਾਣੀ ਨੂੰ ਤੁਹਾਡੇ ਨਾਲ ਸ਼ੇਅਰ ਕਰ ਸਕੀਏ। ਸੋ ਸਿਸਟਰ ਨੇ ਪੜਿਆ ਹੈ, ਸਾਨੂੰ ਪਤਾ ਹੈ ਕਿ ਕਲਾਮ ਦੇ ਵਿੱਚ ਜਿਹੜੀ ਵਿਡੋ ਔਰਤ ਹੈ, ਵਿਧਵਾ ਹੈ, ਖਾਸ ਤੌਰ ਤੇ ਪਰਮੇਸ਼ਰ ਦਾ ਕਲਾਮ ਦੱਸਦਾ ਕਿ ਵਿਧਵਾ ਦੇ ਨਾਲ ਪਰਮੇਸ਼ਰ ਮੌਜੇ ਕਰਦਾ ਹੈ। ਵਿਧਵਾ ਦੇ ਨਾਲ ਵੱਡੇ ਵੱਡੇ ਖੁਦਾ ਮੌਜੇ ਕਰਦਾ, ਆਪਣੇ ਲੋਕ ਕਰ ਕੇ ਉਹਨਾਂ ਨੂੰ ਬਲੈਸ ਕਰਦਾ ਹੈ। ਮੇਰੇ ਨਾਲ ਇੱਕ ਭੈਣ ਬੈਠੀ ਹੈ, ਜਦੋਂ ਇਹ ਹਾਲੇ ਮਾਂ ਦੇ ਪੇਟ 'ਚ ਸੀਗੀ, ਪਤਾ ਨਹੀਂ ਕਿ ਉਹਦੀ ਗਵਾਹੀ ਹਲੇ ਅੱਗੇ ਆ ਗਈ। ਸੋ ਇਹਦੀ ਮਾਂ ਪ੍ਰੈਗਨੈਂਟ ਸੀ ਤੇ ਇਹਦੇ ਡੈਡ ਦੀ ਡੈਥ ਹੋ ਗਈ ਤੇ ਪਰਮੇਸ਼ਰ ਨੇ ਆਪਣੇ ਲੋਕ ਕੱਲੇ ਤੇਰੀ ਮਾਂ ਨੂੰ ਖੜਾ ਕਰਨ ਵਾਸਤੇ, ਕਿਉਂਕਿ ਬਾਈਬਲ ਕਹਿੰਦੀ ਹੈ ਕਿ ਪਰਮੇਸ਼ਰ ਵਿਧਵਾ ਦਾ ਧਿਆਨ ਰੱਖਦਾ ਹੈ। ਔਰ ਪਰਮੇਸ਼ਰ ਨੇ ਉਸ ਭੈਣ ਲਈ ਦਰਵਾਜ਼ੇ ਖੋਲੇ ਕਿ ਅੱਜ ਉਹਦੀ ਇੱਕ ਬੇਟੀ ਇਸ ਜਗ੍ਹਾ ਤੇ ਬੈਠੀ ਹੈ। ਪਰਮੇਸ਼ਰ ਨੇ ਕੀਤਾ ਕਿਉਂਕਿ ਉਹ ਜ਼ੁਮਾ ਚੁੱਕਦਾ ਹੈ। ਸੋ ਬਾਈਬਲ ਦੱਸਦੀ ਹੈ ਕਿ ਭਵਿੱਖਬਾਣੀ ਕਰਨ ਵਾਲੇ ਨਬੀ ਸੀਗੇ, ਨਬੀਆਂ ਦੇ ਚੇਲਿਆਂ ਚੋਂ ਇੱਕ ਦੀ ਵਾਈਫ ਦੀ ਕੀ ਹੋ ਗਈ, ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਜਦੋਂ ਸਾਨੂੰ ਪਤਾ ਇੱਕ ਦਿਨ ਹਸਬੈਂਡ ਵਾਈਫ ਦੇ ਵਿੱਚੋਂ ਇੱਕ ਜਣੇ ਨੇ ਜਾਣਾ ਹੈ। ਕਦੀ ਹਸਬੈਂਡ ਅਰਲੀ ਚਲ ਜਾਂਦਾ, ਕਦੀ ਵਾਈਫ ਅਰਲੀ ਚਲ ਜਾਂਦੀ। ਪਰ ਇਟਸ ਅਪ ਟੂ ਗॉड ਕਿ ਉਹਨੇ ਕਿਹਨੂੰ ਪਹਿਲਾਂ ਲੈ ਕੇ ਜਾਣਾ ਹੈ। ਪਰਮੇਸ਼ਰ ਦਾ ਦਾਸ ਜਿਹੜਾ ਨਬੀ ਹੈ, ਨਬੀਆਂ ਦੀ ਚੇਲਿਆਂ ਦੀ ਟੋਲੀ ਦੇ ਵਿੱਚੋਂ ਇੱਕ ਨਬੂਵਤ ਕਰਨ ਵਾਲਾ ਹੈ ਔਰ ਪਰਮੇਸ਼ਰ ਨੂੰ ਜਾਣਦਾ ਹੈ। ਪਰ ਬਾਈਬਲ ਕਹਿੰਦੀ ਹੈ ਕਿ ਇੱਕ ਦਿਨ ਉਹਦੀ ਮੌਤ ਹੋ ਗਈ। ਮੌਤ ਹੋ ਗਈ ਤੇ ਪਿੱਛੇ ਇੱਕ ਜਦੋਂ ਸਾਡੀ ਡੈਥ ਹੁੰਦੀ ਹੈ, ਕਈ ਵਾਰੀ ਅਸੀਂ ਪਿੱਛੇ ਬਹੁਤ ਸਾਰੀ ਪ੍ਰਾਪਰਟੀ ਛੱਡ ਜਾਂਦੇ ਹਾਂ। ਕਈ ਵਾਰੀ ਪਿੱਛੇ ਬੱਚੇ ਲੜਦੇ ਹਨ ਕਿ ਪ੍ਰਾਪਰਟੀਆਂ ਨੂੰ ਸਾਂਭਣਾ ਕਿੱਦਾਂ ਹੈ। ਪਰ ਇਸ ਭੈਣ ਦੀ ਸਟੋਰੀ ਏਦਾਂ ਹੈ ਕਿ ਜਦੋਂ ਇਹਦਾ ਹਸਬੈਂਡ ਦੀ ਡੈਥ ਹੁੰਦੀ ਹੈ ਤਾਂ ਪਿੱਛੇ ਕਰਜ਼ਾ ਛੱਡ ਕੇ ਚਲੇ ਜਾਂਦਾ ਹੈ। ਹੁਣ ਲੋਕੀ ਸੁਣਨ ਵਾਲੇ ਸੋਚਦੇ ਇਹ ਤਾਂ ਪਰਮੇਸ਼ਰ ਦਾ ਦਾਸ ਆ। ਕੀ ਪਰਮੇਸ਼ਰ ਦੇ ਦਾਸਾਂ ਕੋਲ ਵੀ ਕਰਜ਼ੇ ਹੁੰਦੇ ਹਨ? ਪਰਮੇਸ਼ਰ ਦੇ ਦਾਸ ਪੈਸੇ ਬੋਰੋ ਕਰ ਲੈਂਦੇ, ਚੋਰੀ ਨਹੀਂ ਕਰਦੇ ਹਨ। ਬੋਰੋ ਕਰਨ ਦੇ ਵਿੱਚ ਜਾਂ ਕਿਸੇ ਤੋਂ ਪੈਸੇ ਉਧਾਰ ਲੈਣ 'ਚ ਤਾਂ ਚੋਰੀ ਕਰਨ 'ਚ ਫਰਕ ਹੈ। ਸੋ ਜਦੋਂ ਬਾਈਬਲ 'ਚ ਲਿਖਿਆ ਜਦ ਤੱਕ ਧਰਤੀ ਹੈ ਤਦ ਤੱਕ ਲੈਣਾ ਤਾਂ ਦੇਣਾ ਚੱਲਿਆ ਹੀ ਰਹਿਣਾ ਹੈ। ਸੋ ਪਰਮੇਸ਼ਰ ਦੇ ਦਾਸ ਦੇ ਕੋਲ ਕੀ ਹੋਇਆ, ਡੈਥ ਹੋਣ ਤੋਂ ਬਾਅਦ ਉਹਦੀ ਵਾਈਫ ਤੇ ਉਹਦੇ ਬੱਚੇ 2 ਹਨ ਤੇ ਇੱਕ ਦਿਨ ਜਿਹੜਾ ਹੈ ਉਹਦੇ ਹਸਬੈਂਡ ਨੇ ਕਰਜ਼ਾ ਲਿੱਤਾ ਹੋਇਆ ਸੀਗਾ। ਕਰਜ਼ਾ ਲਿੱਤਾ ਹੋਇਆ ਸੀ ਤਾਂ ਇੱਕ ਦਿਨ ਉਹਦੇ ਕੋਲ ਲੋਕੀ ਆ ਗਏ ਕਰਜ਼ਾ ਲੈਣ ਵਾਲੇ ਕਿ ਤੇਰਾ ਆਦਮੀ ਤੇ ਮਰ ਗਿਆ ਹੈ ਪਰ ਤੇਰੇ 2 ਮੁੰਡੇ ਹਨ, ਉਹਨਾਂ ਨੂੰ ਤੇਰੇ ਹਸਬੈਂਡ ਦਾ ਕਰਜ਼ਾ ਸਾਨੂੰ ਦੇਣਾ ਪੈਣਾ। ਜੇ ਨਹੀਂ ਦੇਣਾ ਹੈ ਤੇ ਅਸੀਂ ਤੇਰੇ ਮੁੰਡਿਆਂ ਨੂੰ ਲੈ ਜਾਣਾ ਹੈ। ਔਰ ਇਹ ਔਰਤ ਸੋਚਦੀ ਹੋਣੀ ਕਿ ਆਦਮੀ ਮਰ ਗਿਆ ਤੇ ਮੁੰਡਿਆਂ ਨੂੰ ਲੈਣ ਵਾਸਤੇ ਇਹ ਜਿਹੜੇ ਕਰਜ਼ਦਾਰ ਉਹ ਆ ਗਏ ਤੇ ਹੁਣ ਮੈਂ ਇਕੱਲੀ ਕੀ ਕਰੂੰਗੀ। ਪਰ ਪਰਮੇਸ਼ਰ ਦੇ ਲੋਕੋ ਜਾਣ ਤੋਂ ਪਹਿਲਾਂ ਆਪਣੀ ਵਾਈਫ ਨੂੰ ਇੱਕ ਚੀਜ਼ ਦੇ ਕੇ ਗਿਆ ਹੈ, ਉਹ ਹੈ ਕਿ ਪਰਮੇਸ਼ਰ ਦੀ ਆਵਾਜ਼ ਦੇ ਥੱਲੇ ਕਿੱਦਾਂ ਚੱਲਣਾ ਹੈ, ਪਰਮੇਸ਼ਰ ਦੇ ਲੋਕਾਂ ਦੇ ਨਾਲ ਕਿੱਦਾਂ ਚੱਲਣਾ ਹੈ। ਉਸ ਔਰਤ ਨੇ ਆਪਣੇ ਹਸਬੈਂਡ ਨੂੰ
ਨਬੂਵਤ ਕਰਦੇ ਵੀ ਸੁਣਿਆ ਹੋਣਾ, ਪ੍ਰਾਰਥਨਾ ਕਰਦੇ ਵੀ ਸੁਣਿਆ ਹੋਣਾ, ਨਬੀਆਂ ਦੀ ਸੇਵਾ ਕਰਦੇ ਵੀ ਸੁਣਿਆ ਹੋਣਾ, ਪਰਮੇਸ਼ਰ ਤੇ ਭਰੋਸਾ ਰੱਖਦੇ ਵੀ ਸੁਣਿਆ ਹੋਣਾ। ਸੋ ਹੋ ਸਕਦਾ ਅਲੀਸ਼ਾ ਨਬੀ ਨੂੰ ਮੌਜ਼ੇ ਕਰਦੇ ਵੀ ਦੇਖਿਆ ਹੋਵੇ, ਆਈ ਡੋਨਟ ਨੋ। ਸੋ ਇਸ ਔਰਤ ਨੇ ਆਪਣੇ ਹਸਬੰਦ ਤੋਂ ਸਿੱਖਿਆ ਹੈ ਕਿ ਆਪਣੀ ਮੁਸ਼ਕਲ ਲੈ ਕੇ ਕਿੱਥੇ ਜਾਣਾ ਹੈ। ਕਦੀ ਕਦੀ ਅਸੀਂ ਸਾਡੇ ਕੋਲ ਪੈਸੇ ਨਹੀਂ, ਅਸੀਂ ਅਮੀਰ ਬੰਦੇ ਕੋਲ ਜਾਂਦੇ ਹਾਂ ਤੇ ਉਹ ਸਾਨੂੰ ਦਿੰਦਾ ਨਹੀਂ, ਆਪਣੇ ਭਰੇ ਹੋਏ ਖਜ਼ਾਨੇ ਚੋਂ ਨਹੀਂ ਦਿੰਦਾ ਤੇ ਅਸੀਂ ਉਦਾਸ ਹੋ ਜਾਂਦੇ ਹਾਂ। ਤਾਂ ਅਸੀਂ ਕਹਿੰਦੇ ਹਾਂ ਮੈਂ ਉਮੀਦ ਲੈ ਕੇ ਗਿਆ ਸੀ, ਇੰਨੇ ਪੈਸੇ ਆ ਤੇ ਇਹਨੇ ਮੇਰੀ ਹੈਲਪ ਹੀ ਨਹੀਂ ਕੀਤੀ ਹੈ। ਪਰ ਪਰਮੇਸ਼ਰ ਦੇ ਲੋਕੋ, ਜਦੋਂ ਇਹ ਪਰਮੇਸ਼ਰ ਦੀ ਦਾਸੀ ਜਿਹੜੀ ਆ, ਪਰਮੇਸ਼ਰ ਦੇ ਦਾਸ ਦੀ ਵਾਈਫ ਜਿਹੜੀ ਆ, ਇਹਨੇ ਸੋਚਿਆ ਮੈਂ ਜਾ ਕੇ ਅਲੀਸ਼ਾ ਨਬੀ ਦੇ ਨਾਲ ਗੱਲ ਕਰਦੀ ਹਾਂ, ਕਿਉਂਕਿ ਪਰਮੇਸ਼ਰ ਦੀ ਬੁੱਧ ਦੇ ਵਿੱਚ ਕੀ ਹੈ, ਮੁਸ਼ਕਲ ਦਾ ਹੱਲ ਹੈ। ਸੋ ਜਦੋਂ ਇਹਦੀ ਡੈਥ ਹੋ ਗਈ ਤੇ ਘਰ ਦੇ ਵਿੱਚ ਬਹੁਤ, ਜਦੋਂ ਵੀ ਕੋਈ ਬੰਦਾ ਮਰਦਾ ਹੈ ਤੇ ਪਿੱਛੇ ਕੁਛ ਨਾ ਕੁਛ ਛੱਡ ਕੇ ਜਾਂਦਾ ਹੈ, ਜਾਂ ਪ੍ਰੋਬਲਮ ਛੱਡ ਜਾਂਦਾ ਹੈ, ਜਾਂ ਸੋਲੂਸ਼ਨ ਛੱਡ ਜਾਂਦਾ ਹੈ, ਤੇ ਜਾਂ ਬਹੁਤ ਸਾਰੀਆਂ ਜ਼ਮੀਨਾਂ ਜਾਇਦਾਦਾਂ ਛੱਡ ਜਾਂਦੀਆਂ ਹੈ। ਕਈਆਂ ਦੇ ਪੇਪਰ ਹੀ ਨਹੀਂ ਪਤਾ ਹੁੰਦਾ ਕਿੱਥੇ ਪਏ ਆ, ਪਤਾ ਹੀ ਨਹੀਂ ਵਾਈਫ ਨੂੰ ਬਾਅਦ ਦੇ ਵਿੱਚ ਕੀ ਕਰਨਾ ਹੈ। ਪਰ ਪਰਮੇਸ਼ਰ ਦਾ ਧੰਨਵਾਦ ਹੈ ਕਿ ਇਸ ਔਰਤ ਦੇ ਕੋਲ ਜਿਹੜੇ ਕਰਜ਼ਦਾਰ ਸੀ ਆ ਗਏ। ਸੋ ਪਰਮੇਸ਼ਰ ਦਾ ਵਚਨ ਕਹਿੰਦਾ, ਅਲੀਸ਼ਾ ਨੇ ਪੁੱਛਿਆ ਕਿ ਮੈਂ ਕੀ ਕਰਾਂ, what can I do for you today? ਅੱਜ ਪਰਮੇਸ਼ਰ ਦਾ ਆਤਮਾ ਮੈਨੂੰ ਤੇ ਤੁਹਾਨੂੰ ਪੁੱਛਦਾ, ਕੀ ਕਰਾਂ ਮੈਂ ਤੁਹਾਡੇ ਲਈ, what you want me to do for you? ਅਸੀਂ ਪਰਮੇਸ਼ਰ ਦੇ ਘਰ ਆ ਜਾਂਦੇ ਹਾਂ ਪਰ ਆਪਣੀ ਡਿਊਟੀ ਪੂਰੀ ਕਰਕੇ ਚਲੇ ਜਾਂਦੇ ਹਾਂ। ਜਦੋਂ ਪਰਮੇਸ਼ਰ ਦੇ ਨਾਲ ਜਾਂ ਅਸੀਂ ਕਿਸੇ ਬੰਦੇ ਨਾਲ ਗੱਲ ਕਰਦੇ, ਦੋ ਸਾਈਡ ਦੀ ਗੱਲ ਹੁੰਦੀ ਹੈ। ਇਹ ਔਰਤ ਆਈ ਹੈ ਤੇ ਆ ਕੇ ਅਲੀਸ਼ਾ ਨਬੀ ਨੂੰ ਆਪਣੀ ਕਹਾਣੀ ਸੁਣਾਉਂਦੀ ਹੈ ਕਿ ਦੇਖ, ਮੇਰਾ ਆਦਮੀ ਤੇ ਰੱਬ ਤੋਂ ਡਰਨ ਵਾਲਾ ਸੀਗਾ, ਮੇਰਾ ਆਦਮੀ ਤੇ ਚੇਲਿਆਂ ਦੀ ਭਵਿੱਖਬਾਣੀ ਕਰਨ ਵਾਲੇ ਚੇਲਿਆਂ ਦੀ ਟੋਲੀ ਦੇ ਵਿੱਚ ਸੀਗਾ, ਮੇਰਾ ਆਦਮੀ ਮਰ ਗਿਆ ਪਰ ਕਰਜ਼ਾ ਮੇਰੇ ਤੇ ਹੈ ਐਂਡ ਮੈਨੂੰ ਨਹੀਂ ਪਤਾ ਕੀ ਕਰਨਾ ਸੀ। ਅਮੀਰ ਲੋਕੀ ਨਹੀਂ ਸੀਗੇ, ਇਸੇ ਕਰਕੇ ਅਸੀਂ ਕਰਜ਼ਾ ਲਿੱਤਾ ਸੀਗਾ, ਇਸੇ ਕਰਕੇ ਸਾਨੂੰ ਲੋੜ ਪੈ ਗਈ, ਪਰ ਹੁਣ ਕਿੱਥੋਂ ਦੇਣਾ ਹੁੰਦਾ, ਹਸਬੰਡ ਵੀ ਚਲੇ ਗਿਆ, ਤੂੰ ਹੀ ਅਲੀਸ਼ਾ ਨਬੀ ਕੋਈ ਸਲਾਹ ਦੇ ਮੈਨੂੰ। ਪਰਮੇਸ਼ਰ ਦੇ ਬੰਦੇ ਨੂੰ ਕਹਿੰਦੀ ਤੂੰ ਹੀ ਕੋਈ ਸਲਾਹ ਦੇ। ਜਦੋਂ ਅਸੀਂ ਕਿਸੇ ਤੋਂ ਸਲਾਹ ਲੈਣ ਜਾਈਦੀ ਨਾ ਤੇ ਉਹਦੀ ਸਲਾਹ ਦੇ ਵਿੱਚ ਚੱਲੀਦਾ ਹੈ। ਜੇ ਤੁਹਾਨੂੰ ਹੋਪ ਆ ਵੀ ਅਲੀਸ਼ਾ ਨਬੀ ਨੇ ਮੇਰੇ ਲਈ ਕੁਝ ਕਰਨਾ ਹੈ, ਇਹ ਹੋ ਸਕਦਾ ਕਈ ਵਾਰੀ ਲੋਕੀ ਪਾਸਟਰਸ ਕੋਲ ਆਉਂਦੇ ਆ, ਪਾਸਟਰ ਜੀ ਤੁਸੀਂ ਹੈਲਪ ਕਰ ਦਿਓ, ਤੁਹਾਡੀ ਉਹਨੇ ਗੱਲ ਮੰਨ ਲੈਣੀ ਹੈ। ਹੋ ਸਕਦਾ ਇਸ ਤਰੀਕੇ ਨਾਲ ਹੀ ਹੋਵੇ ਕਿ ਅਲੀਸ਼ਾ ਨਬੀ ਦੀ ਤਾਂ ਬਹੁਤ ਬਹਿਜਾ ਰਾਜੇ ਵੀ ਅਲੀਸ਼ਾ ਨਬੀ ਤੋਂ ਪੁੱਛਦੇ ਹਨ, ਕਿਉਂਕਿ ਉਸ ਟਾਈਮ 'ਚ ਰਾਜੇ ਵੀ ਜਿਹੜੇ ਨਬੀਆਂ ਤੋਂ ਸਲਾਹ ਲੈਂਦੇ ਸੀ। ਤੇ ਕਿਉਂ ਨਾ ਮੈਂ ਕੋਈ ਹੱਲ ਕੱਢਣ ਲਈ ਇਹਦੇ ਕੋਲ ਜਾਵਾਂ, ਪਰ ਇਹਨੂੰ ਪਤਾ ਨਹੀਂ ਸੀ ਅੱਜ ਬਹੁਤ ਵੱਡਾ ਕੰਮ ਹੋਣ ਵਾਲਾ ਹੈ। ਜਦੋਂ ਇਹ ਗਈ, ਕਹਿੰਦਾ ਮੈਂ ਤੇਰੇ ਲਈ ਕੀ ਕਰਾਂ, ਤੇ ਉਹ ਪਰਮੇਸ਼ਰ ਦੇ ਦਾਸ ਨੇ ਪੁੱਛਿਆ ਤੇਰੇ ਘਰ ਦੇ ਵਿੱਚ ਕੀ ਹੈ। ਅੱਜ ਪਰਮੇਸ਼ਰ ਪੁੱਛਦਾ ਤੇਰੇ ਘਰ ਦੇ ਵਿੱਚ ਕੀ ਹੈ। ਜਦੋਂ ਮੂਸਾ ਦੇ ਕੋਲ ਮੁਸ਼ਕਲ ਆਈ, ਸਮੁੰਦਰ ਦੇ ਮੋਰੇ ਖੜਾ, ਤੇ ਪਰਮੇਸ਼ਰ ਕਹਿੰਦਾ ਚਲਾਉਣ ਦਾ ਕਿਉਂ, ਤੇਰੇ ਹੱਥ ਦੇ ਵਿੱਚ ਕੀ ਹੈ। ਅੱਜ ਪਰਮੇਸ਼ਰ ਮੈਨੂੰ ਤੇ ਤੁਹਾਨੂੰ ਪੁੱਛਦਾ ਤੇਰੇ ਘਰ ਦੇ ਵਿੱਚ ਕੀ ਹੈ, ਤੇਰੇ ਹੱਥ ਦੇ ਵਿੱਚ ਕੀ ਆ। ਇਟ ਮੀਨਸ ਜੋ ਸਾਡੇ ਘਰ ਦੇ ਵਿੱਚ ਹੈ ਉਹਨੂੰ ਪਰਮੇਸ਼ਰ ਮਲਟੀਪਲਾਈ ਕਰਨ ਦੀ ਤਾਕਤ ਰੱਖਦਾ। ਪਰਮੇਸ਼ਰ ਜੋ ਸਾਡੇ ਘਰ 'ਚ, ਉਹਨੇ ਪਰਫੈਕਟ ਚੀਜ਼ਾਂ ਸਾਡੇ ਘਰ 'ਚ ਦਿੱਤੀਆਂ। ਅਸੀਂ ਦੂਜੇ ਦੇ ਘਰ 'ਚ ਦੇਖਦੇ ਉਹਦਾ ਸੋਫਾ ਸੋਹਣਾ ਹੈ, ਉਹਦਾ ਟੀਵੀ ਸੋਹਣਾ ਹੈ, ਉਹਦੇ ਵਰਗਾ ਮੇਰੇ ਘਰ ਹੋਣਾ ਚਾਹੀਦਾ ਹੈ, ਪਰ ਕੁਐਸਚਨ ਹੈ ਤੇਰੇ ਘਰ 'ਚ ਅੱਜ ਕੀ ਹੈ, ਤੇਰੇ ਘਰ 'ਚ ਕੀ ਹੈ। ਤਾਂ ਪਰਮੇਸ਼ਰ ਦੀ ਦਾਸੀ ਕਹਿੰਦੀ ਹੈ तेरी दासी के घर में एक हांडी तेल की, हांडी नाल पता ना पंजाब च तां आपां सारियां नूं पता, एक जिद्दां कि एक कह लो तौड़ी वांगू हुंदी, ते हांडी कहंदी एक तेल दी, उतों छुट कुछ भी नहीं है। ते अलीशा नबी तां खुश हो गया भी कुछ तां हैगा ना। एक दिन मैं तेल दे विच फ्राई करन लगी चिप्स, तां मैं कहा परमेश्वर राशन मुक्या है, तां मैनूं आवाज आई हाले कुछ नहीं मुक्या, हाले बहुत कुछ है घर, सानूं मुक्या 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 कहण दी आदत है। सो परमेश्वर दा दास कहंदा बस यही बहुत कुछ आ, तू इदा कर मेरी सलाह मान। उसने कहा तू बाहर जा ते अपने सारे पड़ोसियों तो खाली भांडे ले आ। सारे खाली उन्हां टाइमां च नाल 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 इजराइल दे विच देखो तां घर छोटे 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 घर आ, जदों उत्थे विजिट करन जाओ तां सारे पिंड दे विच जाके ते भैन जी ने सारिਆਂ ਤੋਂ भांडे मंगने शुरू कर दे। लोकी पुछदे होणे काहदे नहीं भांडे खाली चाहिए हन, कही जांदी होणी पता नहीं अलीशा नबी ने कहा जिद्दां उहने कहा मैं उदां ही करन जा रही हां। अज परमेश्वर ने बहुत वारी कहा इदा कर मेरी भैन, इदा कर मेरे भरा, पर असं उसकी आवाज नूं जे अलीशा नबी की आवाज सुन सकते, असं परमेश्वर की आवाज सुन के उदा नहीं करते हाँ जिदा कहता है, क्योंकि परमेश्वर जे कहता है तो करना सानू जरूरी है, क्योंकि परमेश्वर ने इसनूं कहा, परमेश्वर के दास ने कहा जा, ते औरत ओबीडियंस सीगी, क्योंकि इन्हें अपने हसबैंड के राही नबूवत हुंदी, प्रार्थना हुंदी, रब दा डर मानते हुए अपने हसबैंड दे विच देखिया है। सो ये कहती है क्यों नहीं मैं इदा ही करती, हो सकता है हसबैंड ने अलीशा नबी के बारे में बहुत कुछ इस औरत नूं दस्सिया होवे। सो इस औरत ने की कीता, जाके लोकां तो भांडे इकट्ठे करने शुरू कीते, भांडे इकट्ठे शुरू करने कीते। और अज दे टाइम च जे परमेश्वर दा आत्मा किसी पास्टर नूं इदां दी गल कवे तां जाके पैणा अपने घर दे विच इदां कर ला, तां न्याणे ही ना करन देण, ओह कहण यू गॉट मैड,
ਪਰ ਇੱਥੇ ਓਬੀਡੀਐਂਸ ਦੀ ਗੱਲ ਹੈ। ਕਈ ਵਾਰੀ ਐਕਸ਼ਨ ਇਦਾਂ ਦਾ ਲੈਣਾ ਪੈਂਦਾ ਹੈ ਜਿਹੜਾ ਬੇਵਕੂਫੀ ਦਾ ਐਕਸ਼ਨ ਹੁੰਦਾ ਹੈ। ਤਦੀ ਬਾਈਬਲ 'ਚ ਲਿਖਿਆ ਹੈ ਪਰਮੇਸ਼ਵਰ ਦੀ ਬੁੱਧੀ ਜਿਹੜੀ ਆ ਮੂਰਖਤਾ ਲੱਗਦੀ ਹੈ, ਪਰ ਜਿਹੜੀ ਉਹਦੀ ਮੂਰਖਤਾ ਉਹਦੇ ਵਿੱਚ ਵੀ ਕੰਮ ਹੁੰਦਾ ਹੈ। ਸੋ ਪਰਮੇਸ਼ਰ ਦਾ ਵਚਨ ਕਹਿੰਦਾ ਜਾ ਤੇ ਜਾ ਕੇ ਭਾਂਡੇ ਇਕੱਠੇ ਕਰ ਲਾ। ਤੂੰ ਆਪਣੇ ਬੇਟੋ ਸਮੇਤ ਆਪਣੇ ਘਰ ਵਿੱਚ ਜਾ, ਭਾਂਡੇ ਇਕੱਠੇ ਕਰਕੇ ਆਪਣੇ ਘਰ ਦੇ ਵਿੱਚ ਚਲਿਆ ਜਾ, ਆਪਣੇ ਘਰ ਦੇ ਵਿੱਚ ਚਲੀ ਜਾ। ਕਿੰਨੀ ਸੋਹਣੀ ਗੱਲ ਹੈ। ਜੇ ਤੂੰ ਕਰਜ਼ਾ ਲੈਣ ਵਾਲੇ ਆ ਗਏ ਹਨ ਤਾਂ ਤੇਰੇ ਹੁਣ ਬੇਟੇ ਚੁਕਾਣਗੇ, ਕੋਈ ਵੇ ਨਹੀਂ ਹੈਗਾ। अलीशा नबी को जानती हाँ ओबीडियंस दे विच है, अपने घर चले गई है। जब उसके पास से चली गई और अपने बेटों समेत घर का दरवाजा बंद किया, अलीशा नबी नाल नहीं गया है। बाइबल नहीं कहती अलीशा नबी घर नाल गया, उन्हें डायरेक्शन दी है अपने घर चली जा, दरवाजा बंद कर ला, उन सब बर्तनों में तेल उंडे लो। जेड़ा तेरे को थोड़ा जिहा तेल है ना ओनू वड्डे भांडियां च पाना शुरू कर दे। की पिछे नलका लग गया सी, हांडी दे पिछे नलका लग गया तेल दा, कि अलीशा नबी ने कोई नलका ला दिता सी। ओबीडियंस ब्रिंग द ब्लेसिंग। अज 10वां हिस्सा देना औखा लगता है। ਅਸੀਂ परमेश्वर तो बरकत चाहते हाँ, पर ये लॉ या किंगडम लॉज आर डिफरेंट। परमेश्वर दे राज दे लॉ डिफरेंट हैं। सो परमेश्वर का वचन की कहता है तो अपने बेटों समेत घर में जा, दरवाजा बंद कर, उन सब बर्तनों में तेल उंडेल देना, जो भर जाए उन्हें अलग रखना। सो औरत नठी गई, कहती सलाह मिल गई कि मैं ये सलाह लेनी है। जो मेरे वर्गी औरत होंदी, आई डोंट थिंक सो, मैं तो नहीं इदा करना सी। मैं कहना ये तो बेवकूफी लगती है। मैं हुंदी तो मैं कहना सी ठीक नहीं है, परमेश्वर दे दास दा काम ठीक नहीं हैगा। पर जदों परमेश्वर दे दास दे मुंह चों निकली हुई गल परमेश्वर पूरी करदा, अगे आपां स्क्रिप्चर पढ़ांगे। सो औरत नठी है, फटाफट कहंदी इस तो पहला जेड़ा कर्जदार है मेरे मुंडियां नूं लै जावे, मैनूं कुछ करना पैना है। और ये औरत फोर्ड नहीं कर सकती है डिले करने वास्ते मेरे पैरों ते भरावो। बाइबल च बहुत सारियां औरतां ने एक्शन लेता है, बहुत सारियां औरतां ने वर्शिप की है, बहुत सारियां औरतां ने ओबे किया है, बहुत सारियां औरतां ने प्रभु की सेवा की है। जिथे ब्रदर्स भी जेडे फेल हो गए कबर ते उथे औरत खड़ी रही है। बहुत सारियां औरतां ओबीडियंस दे विच परमेश्वर दे मगर चलियां हन, क्योंकि परमेश्वर दे विच उन्हां ने दलेरी फड़ी है। सो ये औरत ने अपने बच्चे बचाने हैं, एंड शी विल डू एनीथिंग। कहती मैं कुछ भी करने लिए तैयार हाँ, मेरे बेटे मेरे घरों बाहर नहीं जाने चाहिए हैं, मैं वो एक्शन लाऊंगी जो परमेश्वर चाहता है करने वास्ते। सो इन्हें परमेश्वर दे दास दी सलाह मान लीती। कभी कभी असं परमेश्वर दे दास दासियां नूं घर बुला के अपना भी टाइम खराब करते, उन्हां दा भी टाइम खराब करते, क्योंकि मर्जी दा असं अपनी करनी हुंदी आ। और परमेश्वर दे दास ते जिहड़ी विजडम असं उहनूं लै लैंदे आ, पर असं वो करते जो सानूं पसंद हुंदा है। पर ये औरत इस तरह नहीं सी। ये नठी और जाके ने क्या भैन तू भी मैनू पांडे दे दे। सारियां नूं वाजा वूजा मारियां, उस टाइम च मारियां, मरथा इदां दे नाम हुंदे सी। कहंदी अपने भांडे मैनू दे दे, जिन्ने भी हैगे मैनू अपने घर च खाली भांडे दे दे, मैनू लोड़ पै गई है, मैनू लोड़ पै गई है, तां करके मैनू जरूरी चाहिए हन। बाइबल कहती है औरत अपने घर गई और की करती है, अपने मुंडियां नूं लैके इहने की कीता, अपने घर दा दरवाजा बंद कर लेता। ब्लेसिंग इज फॉर यू एंड शट द डोर ऑफ योर हाउस। अपने घर का दरवाजा बंद करके तो बच्चे देखते हैं कि मां की करती है। मां करती है जो ओबीडियंस दे विच, जो ने परमेश्वर दी अगुवाई दे विच सुनिया है, जो एक नबी ने किया है, इन्हें उस वर्ड दे उत्ते स्टैंड होई है। अज असीं परमेश्वर दा वचन सुनदे पर ओहदे ते असीं स्टैंड नहीं हुंदे हां। परमेश्वर दा वचन जिहड़ा बाइबल कहंदी है नबी दे मूंह दे विच गल्लां परमेश्वर दे तख्त तो आके सिद्धियां जांदियां हां। तां जे असीं उहनां ते बिलीव करांगे, जदों पौल तिमथी नूं अनॉइंट करदा है, कहंदा जिन्नियां गल्लां तैनूं नबियां ने तेरे उत्ते बोलियां उहनां नूं तुच्छ करके ना जानी, बल्कि उहनां दे उत्ते विश्वास करी। आ साडे ते बहुत सारियां नबूवतां आईयां, नबूवत पूरी क्यों नहीं हुंदी? क्योंकि असीं अपनी सैल्फ नूं पोजीशन च नहीं लैके आंदे हां। पर इस औरत ने नबी दे मुंह चों निकली हुई गल नूं पोजीशन दे विच आके अपने घर दे विच आई है, भांडे इकट्ठे कर लए है, रश दे विच है, मेरे साल मेरा साहब नहीं रलदा हां, उत्थे गर्मी बड़ी है इजराइल दे विच, और इन्हें फटाफट भांडे जिहड़े इकट्ठे कर लए हैं। वाह तेल तां इन्ना ज्यादा यूज हुंदा सी उस टाइम च, अज तक तेल जिहड़ा है यूज हुंदा है। सो बाइबल दसदी है इन्हें की कीता, जाके ते दरवाजा बंद कीता ते ओह तेल दी हांडी चुक के ते दूजे भांडियां च पानी शुरू कर दित्ती। एक भांडा भरिया, दो भांडे भरे, तीन भांडे भरे, चार भांडे भरे, मुंडियां दी अखां वड्डियां होण लग पईयां। तीसरा भांडा भरिया, घर दे विच खुशी आ गई, मेरे साथ नाल हੱਸਣ ਲੱਗ पए होणे आ। मेरे साथ दे नाल ओहदे मुंडे कहंदे ने मामा तां मिरेकल हो गया, सुपर नेचुरल मिरेकल हो गया, ये किद्दां हो गया, मल्टीप्लाई किद्दां हो गया, सो मेनी क्वेश्चन आंदे होणे आ। तो कहंदी होणी फटाफट भांडे लियाई, चलो वी गो दा स्वर्ग खुल गया है मेरे घर दे विच। पर तेल दे नाल पैसे तां नहीं, सारा कुछ तां नहीं पूरा हो सकदा। बाइबल कहती है तब बर्तन भर गए,
उंडेल ली गई, उसके सब बर्तन लाते गए वह उंडेल ली गई। एक और लाया फटाफट, अभी भरन वाला, दूजा भी लाया अभी भरन वाला, तीजा भी लाया अभी भरन वाला। दोनों मुंडे एक छड़दा दूजा चुकदा। घर दे विच तीन मां दे पुत लगे रौला पैन लगा होया, तिन्हां दे विच एक्साइटेड होने। आई कैन सी इट इन माय स्पिरिट के नचदे होने, टपदे होने, खुश हुंदे होने कि माय गॉड ये तां सच्ची मेरे कोल हो गया कि साडी मां ने ओबीडियंट कीता है। हालेलुया। तो बाइबल दसदी है तब उसने की हो गया, कहती तब बर्तन भर गए। तब उसने अपने बेटे से कहा मेरे पास एक और भी ले आ। उसने उससे कहा जो बर्तन तो नहीं रहा, तब तेल थम गया। ताडे को रखन दी थां मुक जाऊगी, पर परमेश्वर दी ब्लैसिंग नहीं रुकेगी जे असी ओदे कलाम दे विच आ जावांगे, जे ਅਸੀਂ ਉਹਦੀ ਆਵਾਜ਼ ਦੇ ਵਿੱਚ ਆ ਜਾਵਾਂਗੇ, ਜੇ ਅਸੀਂ ਜਿਹੜਾ ਕਲਾਮ ਪਰਮੇਸ਼ਰ ਦੇ ਦਾਸਾਂ ਦੇ ਮੂੰਹ ਚੋਂ ਸੁਣਦੇ ਹਾਂ ਉਹਦੇ ਵਿੱਚ ਆਪਣੇ ਆਪ ਨੂੰ ਫਿੱਟ ਕਰ ਲਵਾਂਗੇ, ਆਪਣੀਆਂ ਚਲਾਕੀਆਂ ਚੋਂ ਬਾਹਰ ਨਿਕਲ ਆਵਾਂਗੇ, ਆਪਣੀ ਸੋਚ ਚੋਂ ਬਾਹਰ ਨਿਕਲ ਆਵਾਂਗੇ ਤੇ ਪਰਮੇਸ਼ਰ ਦਾ ਹੱਥ ਛੋਟਾ ਨਹੀਂ ਹੋ ਗਿਆ ਕਿ ਤੁਹਾਨੂੰ ਬਲੈਸ ਨਾ ਕਰ ਸਕੇ। ਬਾਈਬਲ ਦੱਸਦੀ ਹੈ ਇਸ ਔਰਤ ਨੇ ਫਿਰ ਆਪਣੀ ਮਰਜ਼ੀ ਨਹੀਂ ਕੀਤੀ, ਜਦੋਂ ਤੇਲ ਨਾ ਭਾਂਡੇ ਚ ਭਰ गए तो वापस नठी परमेश्वर के दास के कोल गई। तब उसने जाकर परमेश्वर के भगत को यह बता दिया कि जाके उसे कहंदी जिद्दां तू क्या सी उन्नी मैं डायरेक्शन पूरी कर ली है। कहंदी तू क्या सी भांडे मंग, अलीशा नूं कहंदी जाके मैं भांडे भी लै आंदे आ, जिद्दां तू क्या सी ओ तेल नाल भांडे भी भर गए। खुशी की गल है कि भांडे भी बहुत सारे भर गए हैं, पर हुण मैं तेल दा की करा, मैं अपनी मर्जी नहीं करना चाहती क्योंकि बैक ऑफ आवर माइंड हो सकता कि तेल किते सारा मंदिर च तां नहीं जाना है, क्योंकि उस टाइम दे विच होली एंड होली दे विच 24/7 दीवा चलदा सीगा। तो बाइबल कहंदी आ तो परमेश्वर दे दास ने उन्हें सलाह की दी। कमन आपां रीड करांगे पंजाबी च वर्स 7। थैंक यू होली स्पिरिट। तद ਉਹ ਪਰਮੇਸ਼ਵਰ ਦੇ ਜਨ ਕੋਲ ਆਈ ਅਤੇ ਉਸ ਨੂੰ ਦੱਸਿਆ ਅਤੇ ਉਹ ਬੋਲਿਆ ਜਾ ਕੇ ਤੇਲ ਵਿੱਚ ਤੇ ਆਪਣਾ ਕਰਜ਼ਾ ਭਰ ਦੇ ਅਤੇ ਜੋ ਬਚੇ ਉਹਦੇ ਨਾਲ ਤੂੰ ਤੇ ਤੇਰੇ ਪੁੱਤਰ ਗੁਜ਼ਰ ਕਰਿਓ। आमेन। सो परमेश्वर का दास ने उन्हें सलाह दी जा के जाके की कर। तब उसने जा परमेश्वर के भगत को बता दिया कि उसने कहा जा तो तेल नु बेच दे जाके। तेल नु बेचना मैनू लगदा उस भैन दा उधर बिजनेस ही खुल गया, बिजनेस खुल गया। तेल खरीदण लई पैसे नहीं सीगे। इजराइल दे विच जदों तेल है वो बहुत उस टाइम च यूज हुंदा सी, अज भी बहुत तरह दा तेल है। जदों इजराइल विजिट करन जाओ ते तेल जिहड़ा है जदों ओह कढिया जांदा सीगा मशीन दे विच ते पहला तेल जिहड़ा सी ओह टैंपल च जांदा हुंदा सी, दूसरा तेल तुहाडी कुकिंग लई यूज हुंदा सी, तीसरी तरह का जिहड़ा तेल बचदा हुंदा सी उस टाइम च लाइट नहीं सी हुंदी ते दीवियां दे विच रात नूं पाया जांदा सी और तेल दी जिहड़ी वैल्यू बहुत ज्यादा सीगी। सो ये जिहड़ा तेल है तां मिरेकल दे नाल तेल आया है, जो लोकां नूं पता लगा होना कि फलानी फलानी भैन दे घर अज तेल ओह हांडी चों आया। जदों अलीशा नबी दे कहण दे नाल आ ते लोकी ऑटोमैटिकली ओहदे घर तेल खरीदण आ गए होणे। ऑटोमैटिकली लोकी जदों ओहदे मुंडे बाहर बैठे होने तेल लैके ते परमेश्वर दे लोको उस दिन ओहदा कर्जा जिहड़ा लैण वाले सी ओह भी शर्मिंदा हो गए कि असीं ते रॉन्ग घर च कर्जा लैण आ गए। सानू की पता सी कि इस भैन दे उत्ते परमेश्वर दा एडा वड्डा हत्थ आ। सानू की पता सी इह कल्ली नहीं आ, इहदा कर्जा देण लई यहोवा जैरी बैठा है, इहदा कर्जा देण लई यहोवा निस्सी बैठा है, तेरा कर्जा देने लई ओ परमेश्वर दे पिछे है जेड़ा इनू शर्मिंदा नहीं होण दऊगा। ओ परमेश्वर बैठा है जेड़ा दा आदमी अपने को ले गया है। बाइबल डिस्क्राइब करदी है कि एदा जेड़ा हस्बैंड सीगा ओ परमेश्वर तो डरन वाला इंसान सीगा और परमेश्वर ने ओदियां दुआवां नू याद रखिया। जे परमेश्वर साडे घर चों एक बंदा चुक के ले जांदा ओ भुल्लदा नहीं है बाकियां नू खिलाउणा। परमेश्वर नू पता सी असीं सोचदे घर दा हैड चले गया रोटी पानी कित्थों आनी है। परमेश्वर दे लोको परमेश्वर अपने लोकां दी लुक आफ्टर करन दी पूरी ताकत रखदा है। जदों कर्जा लैण वाले ने देखिया इहदे तेल अंदरों कित्थों निकल आया, व्हाट शी हैज डन, दरवाजा बंद करके कि इहने प्रार्थना कीती है दरवाजा बंद करके कि यहोवा जैरी आप उतरे। हां यहोवा जैरी आप उतरे आया है क्योंकि मल्टीप्लिकेशन दा आत्मा जिहड़ा सीगा थोड़े नूं वधाउण वाला आत्मा ओ अलीशा नबी दे विच काम करदा सीगा और वही आत्मा जो न्यू टेस्टामेंट पढ़ते प्रभु यीशु मसीह काम करता सीगा। 5 रोटियां ते 2 मच्छियां लेके प्रभु यीशु मसीह कहते परमेश्वर तेरा धन्यवाद है ते बाइबल दसदी 5000 तो ज्यादा लोकी रज गए। कदी इदा हो सकदा कि 2 मच्छियां ते 5 रोटियां हुण ते 5000 लोकी खा लेण और बाइबल दसदी बच भी गया। किन्ना बच गया कि चेले 12 दे बारे टोकरियां चुक के ले गए। मल्टीप्लिकेशन दी स्पिरिट जिहड़ी अनॉइंटिंग आ अलीशा नबी दे उत्ते है। सो जदों अलीशा नबी दे नाल उन्हें गल कीती सेम अनॉइंटिंग उस औरत ते चले गई। जदों कर गई विश्वास दे नाल जरा भी इस औरत च डाउट नहीं है,
ਜਦੋਂ ਉਹਨੇ ਹਾਂਡੀ ਚੱਕੀ ਆ, ਬਿਲਕੁਲ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਹੈ। ਇਹਨੇ ਪੂਰਾ ਬਲੀਵ ਕੀਤਾ ਹੈ ਕਿ ਅੱਜ ਮੈਂ ਪਰਮੇਸ਼ਰ ਦੇ ਹੱਥ ਨੂੰ ਦੇਖਣ ਜਾ ਰਹੀ ਹਾਂ। ਅੱਜ ਤੁਹਾਡਾ ਵਿਸ਼ਵਾਸ ਜਿਹੜਾ ਹੈ ਤੁਹਾਨੂੰ ਮਿਰਕਲ ਦੇ ਵਿੱਚ ਬਿਠਾਉਂਦਾ ਹੈ। ਅੱਜ ਜਿਹੜਾ ਮੇਰਾ ਵਿਸ਼ਵਾਸ ਆ ਮੇਰੇ ਲਈ ਮਿਰਕਲ ਕਰਦਾ ਹੈ। ਅੱਜ ਮੇਰਾ ਵਿਸ਼ਵਾਸ ਜੇ ਥੋੜਾ ਹੈ ਤੇ ਮੈਂ ਥੋੜੀ ਬਰਕਤ ਪਾਉਂਦਾ ਹੈ। ਬਾਈਬਲ ਦੱਸਦੀ ਹੈ ਕਿ ਤੇਰੇ ਵਿਸ਼ਵਾਸ ਦੇ ਮੁਤਾਬਿਕ ਕੰਮ ਹੋ ਗਿਆ। ਅੱਜ ਅਸੀਂ ਵਿਸ਼ਵਾਸ ਬਾਈਬਲ ਤੇ ਸੁਣਦੇ ਹਾਂ ਪਰ ਵਿਸ਼ਵਾਸ ਨਹੀਂ ਕਰਦੇ ਹਾਂ। ਇਹ ਜਿਹੜੀਆਂ ਸਟੋਰੀਆਂ ਮੇਰੇ ਤੇ ਤੁਹਾਡੇ ਲਈ ਲਿਖੀਆਂ ਗਈਆਂ, ਇਹ ਔਰਤ ਨਾਰਮਲ ਔਰਤ ਸੀਗੀ, ਇਹ ਕੋਈ ਕੁਈਨ ਨਹੀਂ ਸੀਗੀ, ਇਹ ਮੇਰੇ ਤੁਹਾਡੇ ਵਰਗੀ ਨਾਰਮਲ ਔਰਤ ਸੀ। ਕਿਉਂਕਿ ਬਾਈਬਲ ਕਹਿੰਦੀ ਹੈ ਐਲੀਆ ਨਬੀ ਮੇਰੇ ਤੇ ਤੁਹਾਡੇ ਵਰਗਾ ਦੁੱਖ ਸੁੱਖ ਭੋਗਣ ਵਾਲਾ ਇਨਸਾਨ ਸੀਗਾ। ਪਰ ਜਦੋਂ ਪ੍ਰਾਰਥਨਾ ਕਰਦਾ ਸੀ ਤੇ ਅਸਮਾਨ ਖੁੱਲ ਜਾਂਦਾ ਸੀ, ਪਰਮੇਸ਼ਰ ਨਾਲ ਦੀ ਗੱਲਬਾਤ ਚੱਲਦੀ ਸੀ, ਪਰਮੇਸ਼ਰ ਦੇ ਨਾਲ ਉਹਦਾ ਇੱਕ ਰਿਸ਼ਤਾ ਸੀਗਾ। ਉਹਦੇ ਕਹਿਣ ਦੇ ਨਾਲ ਅਸਮਾਨ ਤੋਂ ਮੀਂਹ ਪੈਣਾ ਬੰਦ ਹੋ ਜਾਵੇ। ਇੱਕ ਬੰਦਾ ਕਹਿੰਦਾ ਹੈ ਦੁਨੀਆ ਦੇ ਵਿੱਚ ਇੰਨੀ ਦੁਨੀਆ ਹੈ, ਔਰ ਇੱਕ ਬੰਦੇ ਦੇ ਕਹਿਣ ਦੇ ਨਾਲ ਪਰਮੇਸ਼ਰ ਅਸਮਾਨ ਬੰਦ ਕਰ ਦਿੰਦਾ ਹੈ। ਇਹਨੂੰ ਕਹਿੰਦੇ ਰਿਸ਼ਤਾ ਪਰਮੇਸ਼ਰ ਦੇ ਨਾਲ। ਅਲੀਸ਼ਾ ਨੂੰ ਪਤਾ ਸੀ, ਮੈਨੂੰ ਪਤਾ ਹੈ ਕਿ ਪਰਮੇਸ਼ਰ ਅੱਜ ਮੌਜਾ ਕਰੇਗਾ, ਔਰ ਦੇਣ ਵਾਲੇ ਕੋ ਵੀ ਬਲੈਸਿੰਗ ਆ ਤੇ ਲੈਣ ਵਾਲੇ ਦੇ ਕੋਲ ਵੀ ਬਲੈਸਿੰਗ ਆ। ਔਰ ਇਹ ਔਰਤ ਜਦੋਂ ਘਰ ਨੱਠੀ ਗਈ ਤੇ ਜਿਹੜੇ ਲੋਕੀ ਦੇਖਣ ਵਾਲੇ ਮੱਲੇ ਵਾਲੇ ਇਕੱਠੇ ਹੋ ਗਏ, ਸ਼ਰਮਿੰਦਾ ਹੋ ਗਿਆ ਸਾਰੇ ਪਾਸੇ ਕਿ ਕਰਜ਼ਾ ਲੈਣ ਵਾਲਿਆਂ ਨੂੰ ਉਹਦੇ ਹੱਥ ਤੇ ਰੱਖਿਆ, ਲੈ ਮੇਰਾ ਯਹੋਵਾ ਪਰਮੇਸ਼ਰ ਅੱਜ ਮੈਨੂੰ ਮੇਰੇ ਕਰਜ਼ੇ ਤੋਂ ਆਜ਼ਾਦ ਕਰਨਾ ਹੈ। ਤੈਨੂੰ ਮੇਰੇ ਮੁੰਡਿਆਂ ਨੂੰ ਲਿਜਾਣ ਦੀ ਲੋੜ ਨਹੀਂ, ਕਿਉਂਕਿ ਪਰਮੇਸ਼ਰ ਨੇ ਮੇਰੇ ਰਾਸਤਾ ਖੋਲ ਦਿੱਤਾ ਹੈ। ਹੁਣ ਮੈਂ ਮੰਗਣ ਵਾਲੀ ਨਹੀਂ, ਹੁਣ ਮੈਂ ਵੰਡਣ ਵਾਲੀ ਬਣ ਗਈ ਹਾਂ। ਹੁਣ ਮੈਂ ਲੋਕਾਂ ਦੇ ਦਰਵਾਜ਼ੇ ਖਟਕਾਉਣ ਵਾਲੀ ਨਹੀਂ, ਹੁਣ ਪਰਮੇਸ਼ਰ ਨੇ ਮੈਨੂੰ ਤੇਲ ਦਾ ਬਿਜ਼ਨਸ ਦੇ ਦਿੱਤਾ ਹੈ। ਅੱਜ ਤੋਂ ਮੇਰੇ ਮੁੰਡਿਆਂ ਦੇ ਕੋਲ ਬਿਜ਼ਨਸਮੈਨ ਬਣ ਗਏ ਹਨ। ਕਿੱਥੇ ਮੇਰੇ ਮੁੰਡਿਆਂ ਦੇ ਕੋਲ ਪੈਸਾ ਵਾਪਸ ਦੇਣ ਲਈ ਨਹੀਂ ਸੀ, ਪਰ ਅੱਜ ਮੇਰੇ ਮੁੰਡੇ ਜਿਹੜੇ ਹਨ ਉਹ ਬਿਜ਼ਨਸਮੈਨ ਬਣ ਗਏ ਹਨ। ਕਿਉਂ? ਕਿਉਂਕਿ ਮੈਂ ਯਹੋਵਾ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਿਆ ਹੈ। ਕਿਉਂਕਿ ਔਰਤ ਕਹਿੰਦੀ ਅੱਜ ਮੇਰੇ ਕੋਲ ਤੇਲ ਦੀਆਂ ਦੁਕਾਨਾਂ ਖੁੱਲ ਗਈਆਂ ਹਨ। ਹੁਣ ਲੋਕੀ ਜਦੋਂ ਮੰਦਰ 'ਚ ਪਹਿਲਾ ਤੇਲ ਆਉਣ ਲੱਗ, ਮੈਂ ਵਿਸ਼ਵਾਸ ਕਰਦੀ ਹਾਂ, ਮੈਂ ਦੇਖਿਆ ਨਹੀਂ ਹੈ, ਬਾਈਬਲ 'ਚ ਵੀ ਨਹੀਂ ਇਸ ਤਰ੍ਹਾਂ ਲਿਖਿਆ ਹੈ, ਪਰ ਮੈਂ ਵਿਸ਼ਵਾਸ ਕਰਦੀ ਹਾਂ ਕਿ ਔਰਤ ਜਿਹੜਾ ਮੰਦਰ ਦੇ ਵਿੱਚ ਪਹਿਲਾ ਤੇਲ ਪਹੁੰਚਾਉਣ ਲੱਗ ਪਈ। ਲੋਕੀ ਇਹਦੇ ਤੋਂ ਮੰਦਰ 'ਚ ਸੇਵਾ ਲਈ ਤੇਲ ਜਾਣਾ ਸ਼ੁਰੂ ਹੋਣ ਲੱਗ ਪਏ। ਲੋਕੀ ਇਹਦੇ ਕੋਲ ਆ ਕੇ ਕਹਿੰਦੇ ਹੋਣੇ ਉਹ ਇਸ ਜਗ੍ਹਾ ਦੇ ਉੱਤੇ ਮੈਂ ਬਲੀਵ ਕਰਦੀ ਹਾਂ ਇਸ ਤਰ੍ਹਾਂ ਹੋਇਆ ਹੋਣਾ। ਔਰ ਪਰਮੇਸ਼ਰ ਦੇ ਲੋਕੀ ਇਹ ਤੋਂ ਤੇਲ ਲਾਣੇ ਆਉਂਦੇ ਸੀ ਤਾਂ ਹੋਲੀ ਐਂਡ ਹੋਲੀ ਦੇ ਵਿੱਚ ਜਾਂਦੇ ਹੋਣੇ ਹਨ। ਅੱਜ ਵੀ ਤੁਸੀਂ ਇਜ਼ਰਾਈਲ ਦੇ ਵਿੱਚ ਜਾਓ ਤਾਂ ਜਿਹੜਾ ਓਲੀਵ ਆਇਲ ਆ ਉਹ ਲੋਕੀ ਉਹ ਤੋਂ ਖਰੀਦ ਕੇ ਲਿਆਉਂਦੇ ਹਨ। ਹਰ ਸ਼ੌਪ ਦੇ ਉੱਤੇ ਮਿਲਦਾ ਹੈ, ਹਰ ਜਗ੍ਹਾ ਤੇ ਮਿਲਦਾ ਹੈ, ਉਹਦੇ 'ਚ ਕੋਈ ਕੁਝ ਪਾ ਕੇ ਮਿਲਦਾ ਹੈ। ਸੋ ਤੇਲ ਜਿਹੜਾ ਸੀ ਉੱਥੇ ਮਿਲਦਾ ਸੀ ਔਰ ਬਹੁਤ ਜ਼ਿਆਦਾ ਉਹਦੀ ਕੀਮਤ ਸੀ। ਤੇ ਪਰਮੇਸ਼ਰ ਦੇ ਲੋਕੋ ਇਸ ਔਰਤ ਨੇ ਬਲੀਵ ਕੀਤਾ ਪਰਮੇਸ਼ਰ ਦੇ ਦਾਸ ਦੀ ਆਵਾਜ਼ ਉੱਤੇ, ਔਰ ਪਰਮੇਸ਼ਰ ਦੇ ਲੋਕੋ ਪਰਮੇਸ਼ਰ ਦਾ ਧੰਨਵਾਦ ਹੈ। ਇੱਕ ਔਰਤ ਜਿਹੜੀ ਹੈ ਕਰਜ਼ੇ ਤੋਂ ਆਜ਼ਾਦ ਹੋ ਗਈ। ਕਿੱਥੇ ਇਹ ਕਰਜ਼ੇ ਦੇ ਥੱਲੇ ਸੀ, ਕਿੱਥੇ ਬਿਜ਼ਨਸ ਲੇਡੀ ਬਣ ਗਈ, ਕਿੱਥੇ ਦੇ ਬਿਜ਼ਨਸ ਜਿਹੜੇ ਪਰਮੇਸ਼ਰ ਸਾਡੀ ਗਰੀਬੀ ਤੋੜਨ ਦੀ ਅੱਜ ਤਾਕਤ ਰੱਖਦਾ ਹੈ। ਪਰਮੇਸ਼ਰ ਨੇ ਸਾਡੀਆਂ ਗਰੀਬੀਆਂ ਜਿਹੜੀਆਂ ਹਨ ਉਹ ਸਲੀਬ ਦੇ ਉੱਤੇ ਟੰਗ ਦਿੱਤੀਆਂ ਹਨ। ਬਾਈਬਲ ਕਹਿੰਦੀ ਉਹ ਸਾਡੇ ਲਈ ਗਰੀਬ ਬਣਿਆ ਹੈ। ਪ੍ਰਭੂ ਯਿਸੂ ਮਸੀਹ ਦਾ ਕਲਾਮ ਕਹਿੰਦਾ ਹੈ ਕਿ ਅਸੀਂ ਉਹਦੇ ਵਚਨ ਦੇ ਉੱਤੇ ਜਦੋਂ ਵਿਸ਼ਵਾਸ ਕਰਦੇ ਹਾਂ ਥੋੜੇ ਨੂੰ ਵਧਾ ਦਿੰਦਾ ਹੈ। ਕਹਿੰਦਾ ਜਿਹੜਾ ਤੇਰਾ ਥੋੜਾ ਮੇਰੇ ਕੋਲ ਲੈ ਕੇ, ਤਾਂ ਜਦੋਂ ਅਸੀਂ ਇਸ ਬੁੱਕ ਦੇ ਵਿੱਚ ਅੱਗੇ ਪੜ੍ਹਦੇ ਹਾਂ ਤੇ ਅਸੀਂ ਦੇਖਦੇ ਇੱਕ ਔਰਤ ਸੀਗੀ ਤੇ ਅਕਾਲ ਪੈ ਗਿਆ ਤੇ ਉੱਥੇ ਵੀ ਪਰਮੇਸ਼ਰ ਦਾ ਦਾਸ ਪਹੁੰਚਿਆ ਤੇ ਪ੍ਰਭੂ ਕਹਿੰਦਾ ਜਾ ਉੱਥੇ ਜਾ ਕੇ ਖਾ। ਤੇ ਕਹਿੰਦਾ ਤੇਰੇ ਕੋਲ ਕੀ ਆ? ਕਹਿੰਦੀ ਇੱਕ ਆਟਾ ਆ ਬਸ, ਮੈਂ ਤੇ ਮੇਰੇ ਮੁੰਡੇ ਨੇ ਖਾਣਾ, ਤੇ ਇੱਕ ਕੌਲੀ ਤੇਲ ਦੀ ਤੇ ਅਸੀਂ ਮਰ ਜਾਣਾ ਹੈ। ਤੇ ਉਹ ਕਹਿੰਦਾ ਜਾ ਕੇ ਮੇਰੇ ਲਈ ਪਹਿਲਾਂ ਰੋਟੀ ਲੈ ਕੇ ਆ, ਮੈਂ ਤਾਂ ਹੁਣ ਤੇ ਕਦੀ ਵੀ ਨਾ ਦਵਾਂ। ਤੇ ਜਦੋਂ ਲੈ ਕੇ ਆ, ਬਾਈਬਲ ਕਹਿੰਦੀ ਉਹਦੇ ਆਟਾ ਦਾ ਤੇਲ ਕਦੀ ਮੁੱਕਿਆ ਹੀ ਨਹੀਂ, ਅਕਾਲ ਚੱਲਦਾ ਰਿਹਾ ਪਰ ਉਹਦੇ ਘਰ 'ਚ ਭੁੱਖ ਨੰਗ ਨਾ ਆਈ। ਪਰਮੇਸ਼ਰ ਦੇ ਲੋਕੋ ਪਰਮੇਸ਼ਰ ਤੋਂ ਲੁਕਾਉਣਾ ਬੰਦ ਕਰੋ, ਪਰਮੇਸ਼ਰ ਤੋਂ ਲੁਕਾਉਣਾ ਬੰਦ ਕਰੋ। ਪਰਮੇਸ਼ਰ ਦੇ ਅੱਗੇ ਰੋਣੇ ਆ ਜਿਹੜਾ ਉਹਨੂੰ ਦਾ ਕਿੰਗਡਮ ਦੇ ਲਾਅ ਹੈ। ਪਰਮੇਸ਼ਰ ਤੁਹਾਨੂੰ ਅਜੀਬ ਤਰੀਕੇ ਨਾਲ ਬਰਕਤ ਦੇਵੇਗਾ। ਏਦਾਂ ਦੀ ਬਰਕਤ ਜਿਹੜੀ ਤੁਸੀਂ ਕਦੀ ਸੋਚਿਆ ਵੀ ਨਹੀਂ ਹੈਗਾ। ਏਦਾਂ ਦੀ ਬਲੈਸਿੰਗ ਜਿਹੜੀ ਕਦੀ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਮੇਰੇ ਘਰ 'ਚ ਹੋ ਸਕਦੀ ਹੈ। ਏਦਾਂ ਦੀ ਬਲੈਸਿੰਗ ਪਰਮੇਸ਼ਰ ਤੁਹਾਡੇ ਬੱਚਿਆਂ ਦੇ ਰਾਹੀਂ ਲਿਆ ਸਕਦਾ ਹੈ। ਇਹੋ ਜਿਹੀ ਬਲੈਸਿੰਗ ਜਿਹੜੀ ਤੁਸੀਂ ਸੋਚ ਕੇ ਦੁਨੀਆ ਦੇਖੇਗੀ, ਅਚੰਭਾ ਹੋ ਜਾਵੇਗਾ। ਪਿਛਲੇ ਦਿਨਾਂ 'ਚ ਪਰਮੇਸ਼ਰ ਨੇ ਮੈਨੂੰ ਬਲੈਸਿੰਗ ਦਿੱਤੀ ਔਰ ਮੈਂ ਕਿਸੇ ਨਾਲ ਗਵਾਹੀ ਸ਼ੇਅਰ ਕੀਤੀ ਤਾਂ ਬੰਦਾ 5 ਮਿੰਟ ਲਈ ਚੁੱਪ ਹੋ ਗਿਆ, ਕਿਉਂਕਿ ਉਹ ਬਲੀਵ ਨਹੀਂ ਕਰ ਸਕਦਾ ਕਿ ਇਹਨੂੰ ਕਦੀ ਏਦਾਂ ਦੀ ਬਲੈਸਿੰਗ ਮਿਲ ਸਕਦੀ ਹੈ। ਪਰ ਪਰਮੇਸ਼ਰ ਦੇ ਲੋਕੋ ਪਰਮੇਸ਼ਰ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ। ਔਰ ਬਾਈਬਲ ਦੱਸਦੀ ਹੈ, ਆਪਾਂ ਅੱਗੇ ਵਧਾਂਗੇ, ਬਾਈਬਲ ਕਹਿੰਦੀ ਹੈ ਕਿ ਪਰਮੇਸ਼ਰ ਆਪਣੇ ਦਾਸ ਦੇ ਮੂੰਹ 'ਚੋਂ ਨਿਕਲੇ ਹੋਏ ਗੱਲਾਂ ਨੂੰ ਪੂਰਾ ਕਰਦਾ ਹੈ। ਆਮੀਨ। ਔਰ ਅਸੀਂ ਉਹਦੇ ਤੇ ਵਿਸ਼ਵਾਸ ਕਰਨਾ। ਪਰਮੇਸ਼ਰ ਦੇ ਦਾਸਾਂ ਦੇ ਮੂੰਹ 'ਚੋਂ ਨਿਕਲੀ ਹੋਈ ਗੱਲ ਨੂੰ ਅਸੀਂ ਐਵੇਂ ਹੀ ਕਰਕੇ ਨਹੀਂ ਚੱਲਣਾ ਹੈ। ਪਰਮੇਸ਼ਰ ਦੇ ਦਾਸ ਦਾਸੀਆਂ ਜਿਹੜੇ ਪਰਮੇਸ਼ਰ ਦੀ ਜੀਵ ਆ, ਪਰਮੇਸ਼ਰ ਦਾ ਆਤਮਾ ਉਹਨਾਂ ਦੀ ਜੀਵ ਤੇ ਸਿੱਧੀਆਂ ਗੱਲਾਂ ਪਾਉਂਦਾ ਹੈ, ਜਿਹੜੇ ਖਾਸ ਤੌਰ ਤੇ ਨਬੂਵਤ ਕਰਦੇ ਹਨ, ਜਿਹੜੇ ਖਾਸ ਤੌਰ ਤੇ ਨਬੀ ਹਨ। ਕਿਉਂਕਿ ਬਾਈਬਲ ਕਹਿੰਦੀ ਨਬੀ ਦਾ ਜਿਹੜਾ ਆਫਿਸ ਆ ਉਹ ਅਲੀਸ਼ਾ ਦੇ ਕੋਲ ਹੈ। ਅਲੀਸ਼ਾ ਜਦੋਂ ਨਬੀ ਕਰਕੇ ਸਦਾ ਰਾਜੇ ਵੀ ਇਹਦੇ ਤੋਂ ਸਲਾਹ ਲੈਂਦੇ ਸੀਗੇ। ਐਲੀਆ ਨਬੀ ਸੀਗਾ। ਸੋ ਜਦੋਂ ਨਬੀ ਹੈ ਉਹ ਇੱਕ ਪ੍ਰੋਫਿਟ ਦੀ ਸੀਟ ਤੇ ਬੈਠਾ ਤੇ ਅਸਮਾਨ ਤੋਂ ਸਿੱਧਾ ਪਰਮੇਸ਼ਰ, ਬਾਈਬਲ ਹਬੂਕ ਨਬੀ 'ਚ ਕਹਿੰਦੀ ਹੈ ਨਬੀ ਨੂੰ ਦੱਸੇ ਬਿਨਾ ਪਰਮੇਸ਼ਰ ਧਰਤੀ ਤੇ ਕੋਈ ਕੰਮ ਨਹੀਂ ਕਰਦਾ। ਇਟ ਮੀਨਸ ਪਰਮੇਸ਼ਰ ਦੀ ਦੋਸਤੀ ਹੈ ਦੇ ਨਾਲ। ਪਰਮੇਸ਼ਰ ਆਪਣੇ ਮੂੰਹ 'ਚੋਂ ਗੱਲ ਕੱਢ ਕੇ ਪਹਿਲਾਂ ਉਹਨੂੰ ਦੱਸਦਾ ਹੈ ਮੈਂ ਏਦਾਂ ਕਰਨ ਲੱਗਾ ਹਾਂ ਤੇ ਉਸੇ ਤਰ੍ਹਾਂ ਹੋ ਜਾਂਦਾ ਹੈ। ਸੋ ਬਾਈਬਲ ਦੱਸਦੀ ਹੈ
ਆਪਾਂ ਜਦੋਂ ਆਪਾਂ ਹੁਣੀ ਪੜਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਜੋਤੀ ਪਾਪਾ ਦਾ ਨੈਕਸਟ ਲਾਈਨ 3-4-5 ਥੈਂਕ ਯੂ ਲਾਰਡ ਹਾਲੇਲੂਇਆ Which one? ਇਜ਼ਾਇਆ ਦੇ ਵਿੱਚ ਚੱਲਾਂਗੇ 44 ਤੇ 56 ਓਲਡ ਟੈਸਟਾਮੈਂਟ ਯਸ਼ਾਇਆ ਪਲੀਜ਼ ਆਪਣੀਆਂ ਬਾਈਬਲਾਂ ਲੈ ਕੇ ਬੈਠਿਆ ਕਰੋ ਜੇ ਤੁਸੀਂ ਪਰਮੇਸ਼ਰ 'ਚ ਠੰਡੇ ਹੋ ਗਏ ਹੋ ਤੇ ਬਾਈਬਲ ਚੁੱਕ ਲਿਆ ਕਰੋ ਤਾਂ ਦੇਖੋ ਤੁਸੀਂ ਦੁਬਾਰਾ ਪਰਮੇਸ਼ਰ ਦੀ ਵਫਾਦਾਰੀ ਦੇਖਣ ਜਾ ਰਹੇ ਹੋ Yeshaya 44-44 ਉਹਦੀ ਆਪਾਂ 26 ਯਾਦ ਕਰਾਂਗੇ 44 ਦੀ 26 ਬਾਈਬਲ ਪ੍ਰੂਫ ਕਰਦੀ ਕਿ ਪਰਮੇਸ਼ਰ ਆਪਣੇ ਦਾਸ ਦੇ ਮੂੰਹ ਦੇ ਵਿੱਚੋਂ ਨਿਕਲੀਆਂ ਗੱਲਾਂ ਨੂੰ ਫੋਲੋ ਅਪ ਕਰਦਾ ਹੈ ਹਾਲੇਲੂਇਆ ਥੈਂਕ ਯੂ ਜੀਸਸ 26 ਹਾਂਜੀ ਮੈਂ ਆਪਣੇ ਦਾਸ ਦੇ ਬਚਨ ਕਾਇਮ ਰੱਖਦਾ ਆਮੇਨ ਮੈਂ ਆਪਣੇ ਦਾਸ ਦੇ ਵਚਨ ਕਾਇਮ ਰੱਖਦਾ ਹਾਂ ਹਿੰਦੀ ਚ ਲਿਖਿਆ ਮੈਂ ਆਪਣੇ ਦਾਸ ਦੇ ਵਚਨਾਂ ਨੂੰ ਪੂਰਾ ਕਰਦਾ ਹਾਂ ਸੋ ਪਰਮੇਸ਼ਰ ਦੇ ਦਾਸ ਦਾਸੀਓ ਆਪਣੇ ਮੂੰਹ ਨੂੰ ਸੰਭਾਲ ਕੇ ਬੋਲੋ ਕਿਉਂਕਿ ਪਰਮੇਸ਼ਰ ਜਦ ਤੁਸੀਂ ਵਚਨ ਬੋਲਦੇ ਹੋ ਪੂਰਾ ਕਰਦਾ ਹੈ ਹਾਂਜੀ ਅਤੇ ਆਪਣੇ ਦੂਤਾਂ ਦੀ ਸਲਾਹ ਪੂਰੀ ਕਰਦਾ ਹਾਂ ਮੈਂ ਜੋ ਯਰੂਸ਼ਲਮ ਦੇ ਵਿਖੇ ਆਖਦਾ ਹਾਂ ਆਮੇਨ ਇੱਕ ਵਾਰੀ ਫੇਰ ਤੇ ਸੁਣਾਂਗੇ ਆਪਣੇ ਦੂਤਾਂ ਦੀ ਯੁਕਤੀ ਨੂੰ ਸਫਲ ਕਰਦਾ ਤੁਹਾਨੂੰ ਪਤਾ ਜਦੋਂ ਪਰਮੇਸ਼ਰ ਦੇ ਦਾਸ ਬੋਲਦੇ ਹਨ ਤੇ ਪਰਮੇਸ਼ਰ ਦੇ ਫਰਿਸ਼ਤੇ ਤਾਂ ਖੜੇ ਹਨ ਸਾਡੀਆਂ ਸਾਈਡਾਂ ਤੇ ਔਰ ਉਹ ਫਟਾਫਟ ਕੰਮ ਤੇ ਲੱਗ ਜਾਂਦੇ ਹਨ ਕਹਿੰਦੇ ਪਰਮੇਸ਼ਰ ਦੇ ਦਾਸ ਨੇ ਹੁਕਮ ਦਿੱਤਾ ਇਨ ਦਾ ਨੇਮ ਆਫ ਜੀਸਸ ਤਾਂ ਉਸੇ ਵਕਤ ਤੁਰ ਪੈਂਦੇ ਪਰਮੇਸ਼ਰ ਦੇ ਦੂਤ ਕੰਮ ਕਰਨ ਵਾਸਤੇ ਸੋ ਜਦੋਂ ਪਰਮੇਸ਼ਰ ਦਾ ਦਾਸ ਅਲੀਸ਼ਾ ਬੋਲਿਆ ਤੇ ਪਰਮੇਸ਼ਰ ਦੀ ਦਾਸੀ ਨੂੰ ਪਤਾ ਹੈ ਕਿ ਇਹਦੇ ਮੂੰਹ ਚੋਂ ਨਿਕਲੀ ਹੋਈ ਗੱਲ ਖਾਲੀ ਨਹੀਂ ਹੋ ਸਕਦੀ ਤੁਹਾਨੂੰ ਪਤਾ ਜਦੋਂ ਪਰਮੇਸ਼ਰ ਦਾ ਦਾਸ ਬੋਲਦਾ ਹੈ ਤੇ ਸਾਡੀ ਜਿਹੜੀ ਆਵਾਜ਼ ਹੈ ਥਰੋਨ ਰੂਮ 'ਚ ਪਰਮੇਸ਼ਰ ਦੇ ਤਖਤ ਦੇ ਅੱਗੇ ਉਹ ਇੱਕ ਮੈਨੇ ਰੱਖਦੀ ਹੈ ਪਰਮੇਸ਼ਰ ਨੇ ਆਪਣੇ ਦਾਸ ਪੁਆਇੰਟ ਕੀਤੇ ਹਨ ਕਿਤੇ ਬੈਨੀਹਿਨ ਖੜਾ ਹੈ ਕਿਤੇ ਜੌਨ ਹੈਗੀ ਖੜਾ ਹੈ ਕਿਤੇ ਪਰਮੇਸ਼ਰ ਦਾ ਦਾਸ ਹੁਣੀ ਸੋ ਗਏ ਹਨ ਪਾਸੇ ਦੇ ਮੈਸੀ ਖੁਦਾ ਦੇ ਵਿੱਚ ਸੋ ਗਏ ਹਨ ਜਦੋਂ ਬੋਲਦੇ ਹਨ ਉਹ ਹੋ ਜਾਂਦਾ ਹੈ ਕਿਉਂ ਹੋ ਜਾਂਦਾ ਹੈ ਲੋਕੀ ਟੀਵੀ ਦੇਖਦੇ ਚੰਗੇ ਹੋ ਜਾਂਦੇ ਹਨ ਕਿਉਂਕਿ ਅਸਮਾਨ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਆਵਾਜ਼ ਜਦੋਂ ਥੱਲੇ ਬੋਲਣਾ ਸ਼ੁਰੂ ਕਰਦੇ ਹਨ ਤੇ ਅਸਮਾਨ 'ਚ ਕੈਮਰਾ ਲੱਗ ਜਾਂਦਾ ਹੈ ਔਰ ਪਰਮੇਸ਼ਰ ਦੇ ਤਖਤ ਅੱਗੇ ਆਵਾਜ਼ ਆਉਂਦੀ ਹੈ ਕਿ ਮੇਰੇ ਦਾਸ ਨੇ ਮੇਰੇ ਤੇ ਭਰੋਸਾ ਰੱਖ ਕੇ ਗੱਲ ਕਹੀ ਹੈ ਔਰ ਪਰਮੇਸ਼ਰ ਦੇ ਦੂਤੋਂ ਚਲੇ ਜਾਵੋ ਔਰ ਇਹ ਕੰਮ ਨੂੰ ਪੂਰਾ ਕਰਕੇ ਆਵੋ ਮੇਰੇ ਦਾਸ ਦੇ ਮੂੰਹ 'ਚੋਂ ਨਿਕਲੀ ਹੋਈ ਗੱਲ ਹਾਫ ਨਹੀਂ ਰਹਿਣੀ ਚਾਹੀਦੀ ਕਿਉਂਕਿ ਮੇਰੀ ਰੈਪੂਟੇਸ਼ਨ ਦਾ ਮਤਲਬ ਹੈ ਤਾਂ ਕਿ ਪਰਮੇਸ਼ਰ ਆਪਣੀ ਇੱਜ਼ਤ ਨੂੰ ਕਾਇਮ ਰੱਖਣ ਦੇ ਵਿੱਚ ਤਗੜਾ ਹੈ ਪਰਮੇਸ਼ਰ ਆਪਣੀ ਇੱਜ਼ਤ ਰੱਖਣ ਲਈ ਕੁਝ ਵੀ ਕਰ ਸਕਦਾ ਹੈ ਅਲੀਸ਼ਾ ਨਬੀ ਨੇ ਜਦੋਂ ਬੋਲਿਆ ਤੇ ਉਹਦੀ ਬੇਟੀ ਨੇ ਜਾਂ ਉਹਦੀ ਬੇਟੀ ਕਹਿ ਲਓ ਜਿਹੜੀ ਉਹਦੇ ਕੋਲ ਆਈ ਸੀ ਉਹਨੇ ਇੱਕਦਮ ਕੈਚ ਕੀਤਾ ਕਿ ਅਸਮਾਨ ਮੂਵ ਹੋਣ ਲੱਗਾ ਹੈ ਜਦੋਂ ਪਰਮੇਸ਼ਰ ਦੇ ਦਾਸ ਧਰਤੀ ਤੇ ਬੋਲਦੇ ਹਨ ਤੇ ਅਸਮਾਨ ਜਿਹੜਾ ਹੈ ਪਿੱਛੋਂ ਦੀ ਆਪਰੇਟ ਹੁੰਦਾ ਹੈ ਅਸਮਾਨ ਦੇ ਵਿੱਚ ਕੰਮ ਹੋਣਾ ਸ਼ੁਰੂ ਹੋ ਜਾਂਦਾ ਹੈ ਧਰਤੀ ਦੇ ਪਰਮੇਸ਼ਰ ਨੇ ਆਪਣੇ ਦਾਸ ਖੜੇ ਕੀਤੇ ਹਨ ਪਰ ਆਪਰੇਸ਼ਨ ਉਹਨਾਂ ਦਾ ਉੱਤੋਂ ਸ਼ੁਰੂ ਹੁੰਦਾ ਹੈ ਔਰ ਅਸਮਾਨ ਦੇ ਵਿੱਚੋਂ ਫਰਿਸ਼ਤੇ ਜਿਹੜੇ ਆ ਦੌੜ ਭੱਜ ਪੈ ਜਾਂਦੀ ਹੈ ਅਸਮਾਨ ਦੇ ਵਿੱਚ ਫਰਿਸ਼ਤੇ ਫਟਾਫਟ ਡੈਨੀਅਲ ਨਬੀ ਦੁਆ ਕਰਦਾ ਹੈ ਅਸਮਾਨ 'ਚੋਂ ਫਰਿਸ਼ਤਾ ਐਡੀ ਰਫ਼ਤਾਰ ਦੇ ਨਾਲ ਥੱਲੇ ਆਉਂਦਾ ਹੈ ਡੈਨੀਅਲ ਨਬੀ ਨੇ ਦੁਆ ਕੀਤੀ ਹੈ ਮੈਂ ਉਹਦੀ ਦੁਆ ਦਾ ਜਵਾਬ ਲੈ ਕੇ ਜਾਣਾ ਹੈ ਅੱਜ ਤੁਸੀਂ ਦੁਆ ਕੀਤੀ ਹੈ ਮੈਂ ਪਿਛਲੇ ਦਿਨਾਂ 'ਚ ਤੁਹਾਨੂੰ ਜ਼ੂਮ ਦੇ ਉੱਤੇ ਟਿਊਜ਼ਡੇ ਮੀਟਿੰਗ 'ਚ ਦੱਸਿਆ ਸੀ ਜ਼ਕਰਾਇਆ ਮੰਦਰ ਦੇ ਵਿੱਚ ਚਲੇ ਗਿਆ ਔਰ ਸੱਜੇ ਪਾਸੇ ਉਹਨੇ ਬੇਦੀ ਦੇ ਦੂਤ ਨੂੰ ਖੜੇ ਦੇਖਿਆ ਤੇ ਦੂਤ ਆ ਗਿਆ ਫਟਾਫਟ ਕਹਿੰਦਾ ਮੈਂ ਅਸਮਾਨ 'ਚੋਂ ਆਇਆ ਹਾਂ ਮੇਰੀ ਗੱਲ ਤੇ ਵਿਸ਼ਵਾਸ ਕਰ ਬਾਈਬਲ ਕਹਿੰਦੀ ਜ਼ਕਰਾਇਆ ਨੇ ਵਿਸ਼ਵਾਸ ਨਹੀਂ ਕੀਤਾ ਔਰ ਦੂਤ ਨੇ ਕਿਹਾ ਮੈਂ ਤੇਰਾ ਮੂੰਹ ਬੰਦ ਕਰ ਦੇਣਾ ਕਿਉਂਕਿ ਤੂੰ ਮੇਰੇ ਕੰਮ ਦੇ ਵਿੱਚ ਇੰਟਰਫੇਅਰ ਕਰ ਰਿਹਾ ਪਰਮੇਸ਼ਰ ਨੇ ਉੱਤੋਂ ਦੀ ਮੈਨੂੰ ਕੱਲਿਆ ਹੈ ਮੈਂ ਜਬਰਾਇਲ ਹਾਂ ਮੈਂ ਪ੍ਰਭੂ ਦੀ ਹਜ਼ੂਰੀ 'ਚ ਖੜਾ ਰਹਿਣਾ ਹਾਂ ਮੈਨੂੰ ਪਤਾ ਹੈ ਪਰਮੇਸ਼ਰ ਨੇ ਕੀ ਕਹਿ ਕੇ ਕੱਲਿਆ ਜੇ ਤੂੰ ਵਿਸ਼ਵਾਸ ਨਹੀਂ ਕਰਦਾ ਤਦ ਤੱਕ ਤੇਰਾ ਮੂੰਹ ਨਹੀਂ ਖੁੱਲੇਗਾ ਜਦ ਤੱਕ ਕਿ ਤੇਰੇ ਯਹੂਨਾ ਦਾ ਜਨਮ ਨਾ ਹੋ ਜਾਵੇ ਔਰ ਬਾਈਬਲ ਕਹਿੰਦੀ ਜ਼ਕਰਾਇਆ ਦਾ ਮੂੰਹ ਇੱਕਦਮ ਬੰਦ ਹੋ ਗਿਆ ਪਰ ਅਲੀਸ਼ਾ ਦੇ ਸਟੋਰੀ 'ਚ ਅਸੀਂ ਦੇਖਦੇ ਹਾਂ ਤਾਂ ਉਹ ਔਰਤ ਨੇ ਵਿਸ਼ਵਾਸ ਕੀਤਾ ਜ਼ਕਰਾਇਆ ਕੀ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ ਸੀ ਜਾਣਦਾ ਸੀਗਾ ਉਹ ਇੱਕ ਯਾਚਕ ਸੀਗਾ ਪ੍ਰੀਸਟ ਸੀਗਾ ਹੋਲੀ ਐਂਡ ਹੋਲੀ ਤੇ ਜਾਂਦਾ ਸੀਗਾ ਥੋੜਾ ਪੜਿਆ ਹੋਇਆ ਸੀ ਬਾਈਬਲ ਪਤਾ ਹੈ ਪਰ ਫੇਰ ਵੀ ਸੋਚਦਾ ਕਿ ਮੈਨੂੰ ਪਰਮੇਸ਼ਰ ਦਾ ਦੂਤ ਨਹੀਂ ਵਿਜ਼ਿਟ ਕਰ ਸਕਦਾ ਮੇਰੇ ਲਈ ਟੂ ਲੇਟ ਹੋ ਗਿਆ ਕੀ ਅੱਜ ਤੁਸੀਂ ਸੋਚਦੇ ਹੋ ਕਿ ਟੂ ਲੇਟ ਆ ਤੁਸੀਂ ਸੋਚਦੇ ਹੋ ਕਿ ਜ਼ਿੰਦਗੀ ਲੰਘ ਗਈ ਹੈ ਕਿ ਤੁਸੀਂ ਸੋਚਦੇ ਹੋ ਕਿ ਹੋ ਨਹੀਂ ਸਕਦਾ ਦੈਨ ਤੁਹਾਨੂੰ ਹਾਲੇ ਤੱਕ ਪਤਾ ਨਹੀਂ ਤੁਹਾਡਾ ਪਰਮੇਸ਼ਰ ਕੌਣ ਹੈ ਮੈਂ ਯਹੋਵਾ ਜਾਰੀ ਕੱਲ ਮੈਂ ਆਪਣੇ ਬੇਟੇ ਦੇ ਰੂਮ 'ਚ ਗਈ ਮੈਂ ਪ੍ਰਾਰਥਨਾ ਰਾਤ ਨੂੰ ਕਮਰਿਆਂ 'ਚ ਕਰਦੀ ਨਹੀਂ ਏਦਾਂ ਹੀ ਮੈਂ ਡੋਰ ਖੋਲੀ ਤੇ ਪਰਮੇਸ਼ਰ ਨੇ ਕਿਹਾ ਮੈਂ ਯਹੋਵਾ ਜਾਰੀ ਹਾਂ ਮੈਂ ਮੌਜਾ ਕਰਾਂਗਾ ਸਾਡਾ ਪਰਮੇਸ਼ਰ ਯਹੋਵਾ ਜਾਰੀ ਹੈ ਮਿਰਕਲ ਕਰਨ ਵਾਲਾ ਪਰਮੇਸ਼ਰ ਹੈ ਮੌਜੇ ਕਰਨ ਵਾਲਾ ਪਰਮੇਸ਼ਰ ਹੈ ਉਹ ਝੂਠ ਨਹੀਂ ਬੋਲ ਸਕਦਾ ਝੂਠ ਉਹਦੇ ਵਿੱਚ ਹੈ ਨਹੀਂ ਹੈ ਝੂਠ ਨਾਲ ਦਾ ਕੋਈ ਰਿਸ਼ਤਾ ਨਹੀਂ ਹੈ ਜੇ ਉਹਨੇ ਤੁਹਾਡੇ ਨਾਲ ਕੋਈ ਵਾਅਦੇ ਕੀਤੇ ਹੈ ਆਪਣੀ ਕਾਪੀ ਖੋਲੋ ਦੁਬਾਰਾ ਦੀ ਜਿੱਥੇ ਲਿਖੇ ਹਨ ਉਹਦੇ ਵਾਅਦੇ ਕਹੋ ਪਰਮੇਸ਼ਰ ਮੈਂ ਤੇਰੇ ਤੋਂ ਮਾਫੀ ਮੰਗਦਾ ਹਾਂ ਮੈਂ ਮਾਫੀ ਮੰਗਦੀ ਹਾਂ ਕਿ ਮੈਂ ਬੈਠ ਗਈ ਹਾਂ ਮੈਂ ਮਾਫੀ ਮੰਗਦੀ ਹਾਂ ਮੈਂ ਸੇਵਾ ਕਰਨੀ ਬੰਦ ਕਰ ਦਿੱਤੀ ਹੈ ਮੈਂ ਪ੍ਰਾਰਥਨਾ 'ਚ ਠੰਡੀ ਹੋ ਗਈ ਹਾਂ ਕਿਉਂਕਿ ਪਰਮੇਸ਼ਰ ਮੈਂ ਤੇਰੀਆਂ ਗੱਲਾਂ ਤੋਂ ਆਪਣਾ ਦਿਮਾਗ ਚੁੱਕ ਕੇ ਦੁਨੀਆ ਦੀਆਂ ਗੱਲਾਂ 'ਚ ਲਾ ਲਿਆ ਹੈ
ਅੱਜ ਪਰਮੇਸ਼ਰ ਮੈਂ ਦੁਬਾਰਾ ਤੇਰੀ ਆਵਾਜ਼ ਦੀ ਥੱਲੇ ਆਉਂਦੀ ਹਾਂ। ਅੱਜ ਸਾਨੂੰ ਆਦਮ ਨੂੰ ਪਰਮੇਸ਼ਰ ਦੇ ਹਜ਼ੂਰ ਵਾਪਸ ਜਾਣ ਦੀ ਲੋੜ ਹੈ। ਔਰ ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਦੇ ਲੋਕੋ, ਪਰਮੇਸ਼ਰ ਜਦੋਂ ਦਾਸ ਉਹਦੇ ਬੋਲਦੇ ਹਨ ਆਪਣੇ ਵਚਨ ਨੂੰ ਪੂਰਾ ਕਰਨ ਲਈ, ਕਹਿੰਦੇ ਆਪਣੇ ਵਚਨ ਨੂੰ, ਜਦੋਂ ਅਸੀਂ ਪ੍ਰਭੂ ਦਾ ਵਚਨ ਬੋਲਦੇ ਹਾਂ ਆਪਣੇ ਵਚਨ ਨੂੰ ਪੂਰਾ ਕਰਨ ਲਈ ਪਰਮੇਸ਼ਰ ਜਿਹੜਾ ਹੈ ਉਹ ਦੂਤਾਂ ਨੂੰ ਕਰਦਾ ਹੈ, ਕਹਿੰਦਾ ਜਾਓ, go and do the job, ਕਿਉਂਕਿ ਪਰਮੇਸ਼ਰ ਦਾ ਦਾਸ ਥੱਲੇ ਬੋਲਿਆ ਹੈ। ਮੈਨੂੰ ਲੱਗਦਾ ਜਦੋਂ ਮੈਂ ਪੜ੍ਹਦੀ ਸੀ ਹੁਣੀ ਤਾਂ ਮੈਂ ਸੋਚਦੀ ਸੀ ਪਰਮੇਸ਼ਰ ਨੂੰ ਆਪਣੇ ਦਾਸਾਂ ਦੇ ਉੱਤੇ ਇੰਨਾ ਘਮੰਡ ਆ, ਕਿ ਪਰਮੇਸ਼ਰ ਨੂੰ ਇੰਨਾ ਵਿਸ਼ਵਾਸ ਹੈ ਆਪਣੇ ਦਾਸਾਂ ਉੱਤੇ ਕਿ ਮੇਰਾ ਹੀ ਵਚਨ ਬੋਲਣਗੇ, ਕੁਝ ਹੋਰ ਨਹੀਂ ਬੋਲਣਗੇ, ਮੇਰੇ ਤੇ ਭਰੋਸਾ ਰੱਖ ਕੇ ਪ੍ਰਾਰਥਨਾ ਕਰਨਗੇ, ਮੇਰੇ ਤੇ ਭਰੋਸਾ ਰੱਖ ਕੇ ਬਿਮਾਰੀਆਂ ਚੰਗੀਆਂ ਕਰਨਗੇ। ਕਿਉਂਕਿ ਜਦੋਂ ਕਹਿੰਦਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਕੈਂਸਰ ਚਲਿਆ ਜਾ, ਤੇ ਪਰਮੇਸ਼ਰ ਦਾ ਦਾਸ ਨਹੀਂ ਚੰਗਾ ਕਰਦਾ, ਉੱਤੋਂ ਦੀ ਆਰਡਰ ਆਉਂਦੇ ਹਨ, ਹੀਲਿੰਗ ਐਂਜਲ ਆ ਕੇ ਛੁੰਦੇ ਹਨ, ਇੱਕਦਮ ਲੋਕੀ ਚੰਗੇ ਹੋ ਜਾਂਦੇ ਹਨ। ਪਰਮੇਸ਼ਰ ਦਾ ਧੰਨਵਾਦ ਹੈ। ਪਰਮੇਸ਼ਰ ਦੇ ਲੋਕੋ, ਜਦੋਂ ਪਰਮੇਸ਼ਰ ਦੇ ਦਾਸ ਦਾਸੀਆਂ ਤੁਹਾਨੂੰ ਕੜੀ ਕੜੀ ਕਹਿੰਦੇ ਹਨ ਦੁਬਾਰਾ ਤੇ ਪ੍ਰਭੂ ਚ ਆ ਜਾਓ, ਡੂ ਨਾਟ ਇਗਨੋਰ ਦਾ ਵੌਇਸ ਆਫ ਦੈਮ, ਡੂ ਨਾਟ ਇਗਨੋਰ, ਕਿਉਂਕਿ ਪਰਮੇਸ਼ਰ ਵਾਪਸ ਬੁਲਾ ਰਿਹਾ ਹੈ। ਹਾਲੇਲੂਇਆ। ਪਰਮੇਸ਼ਰ ਦਾ ਅਸੀਂ ਧੰਨਵਾਦ ਕਰਨਾ। ਜਦੋਂ ਅਸੀਂ ਜੌਨ 2 ਦੇ ਵਿੱਚ ਜਾਂਦੇ ਹਾਂ, ਯਹੂਨਾ ਨਿਊ ਟੈਸਟਮੈਂਟ ਨਵੇਂ ਆਇਤਨਾਮੇ ਦੇ ਵਿੱਚ ਆਉਂਦਾ ਹੈ, ਚੈਪਟਰ 2 ਦੀ ਆਪਾਂ 3, 4, 6 ਤੱਕ ਪੜਾਂਗੇ। ਜਾਂ ਮੈਂ ਮੁੱਕ ਗਈ ਤਾਂ ਯੀਸ਼ੂ ਦੀ ਮਾਤਾ ਨੇ ਉਸ ਨੂੰ ਆਖਿਆ, ਇੱਥੇ ਸੁਣਨ ਦੀ ਗੱਲ ਹੈ, ਜਦੋਂ ਮੈਂ ਮੁੱਕ ਗਈ, ਦਾਖਰਸ ਮੁੱਕ ਗਈ, ਤੇ ਯੀਸ਼ੂ ਦੀ ਮਾਤਾ ਨੇ, ਮਾਂ ਮਰੀਮ ਨੇ ਆਪਣੇ ਬੇਟੇ ਨੂੰ ਕਿਹਾ, ਜਦੋਂ ਸਾਡੇ ਕੋਲ ਸਮਾਨ ਮੁੱਕ ਜਾਂਦਾ ਸੀ ਕਿਹੜੇ ਬੰਦੇ ਕੋਲ ਜਾਂਦੇ ਹਾਂ? ਕਿਹੜੇ ਬੰਦੇ ਕੋਲ ਜਾਂਦੇ ਹਾਂ? ਅਸੀਂ ਭੁੱਲ ਜਾਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਪਰਮੇਸ਼ਰ ਨਾਲ ਗੱਲ ਕਰਨੀ ਹੈ, ਸਭ ਤੋਂ ਪਹਿਲਾਂ ਪਰਮੇਸ਼ਰ ਨਾਲ ਗੱਲ ਕਰਨੀ। ਬਹੁਤ ਵੱਡੀ ਗੱਲ ਹੈ ਕਿ ਮਾਂ ਮਰੀਮ ਆਪਣੇ ਬੇਟੇ ਨੂੰ ਜਾ ਕੇ ਕੀ ਕਹਿੰਦੀ ਹੈ? ਉਸ ਨੂੰ ਆਖਿਆ ਕਿ ਉਹਨਾਂ ਕੋਲ ਮੈਂ ਨਾ ਰਹੀ। ਸੁਣਨ ਦੀ ਗੱਲ ਹੈ, ਉਹਨਾਂ ਕੋਲ ਇੱਕ ਵਿਆਹ ਹੈ, ਪ੍ਰਭੂ ਯਿਸੂ ਮਸੀਹ ਦਾ ਪਹਿਲਾ ਮਿਰਕਲ ਕਫਰਨਹੂਮ ਦੇ ਵਿੱਚ, ਔਰ ਵਿਆਹ ਦੇ ਵਿੱਚ ਪ੍ਰਭੂ ਯਿਸੂ ਮਸੀਹ ਗਏ ਹਨ। ਸਾਡੇ ਵਰਗੇ ਲੋਕੀ ਹੁਣ ਤਾਂ ਜੇ ਕਿਸੇ ਦੇ ਵਿਆਹ ਦੀ ਕੁਝ ਮੁੱਕ ਜਾਏ ਤਾਂ ਅਸੀਂ ਤਾਂ ਤਜੀਆਂ ਲਾ ਦਈਏ, ਲੈ ਉਹਨਾਂ ਦੇ ਘਰ 'ਚ ਤਾਂ ਮੁੱਕ ਗਿਆ ਸੀ ਵਿਆਹ ਦੇ ਵਿੱਚ। ਪਰ ਮਾਂ ਮਰੀਮ ਇੱਕ ਵਾਈਜ਼ ਔਰਤ ਹੈ, ਪਰਮੇਸ਼ਰ ਦੀ ਦਾਸੀ ਹੈ, ਪਰਮੇਸ਼ਰ ਦੇ ਵੱਡੇ ਕੰਮ ਲਈ ਯੂਜ਼ ਕੀਤੀ ਗਈ ਹੈ। ਉਹਨੇ ਦੇਖਿਆ ਕਿ ਮੈਂ ਜਿਹੜੇ ਵਿਆਹ 'ਚ ਆਈ ਹਾਂ ਉੱਥੇ ਕਿਸੇ ਚੀਜ਼ ਦੀ ਘਾਟ ਹੈ, ਔਰ ਇਹਨੂੰ ਕਿੱਦਾਂ ਮੈਂ ਪੂਰਾ ਕਰ ਸਕਦੀ ਹਾਂ, ਕਿੱਦਾਂ ਮੈਂ ਇਹਨਾਂ ਦੀ ਹੈਲਪ ਕਰ ਸਕਦੀ। ਔਰ ਪ੍ਰਭੂ ਯਿਸੂ ਮਸੀਹ ਕੋਲ ਜਾ ਕੇ ਕਹਿੰਦੀ, ਤੈਨੂੰ ਪਤਾ ਹੈ ਉਹਨਾਂ ਦੇ ਘਰ ਦੇ ਵਿੱਚ ਮੈਂ ਮੁੱਕ ਗਈ ਹੈ, ਉਹਦੇ ਕੋਲ ਫੇਥ ਹੈ। ਹਾਂਜੀ, ਅੱਗੇ। ਯੀਸ਼ੂ ਨੇ ਉਹਨੂੰ ਆਖਿਆ, ਬੀਬੀ ਜੀ ਮੈਨੂੰ ਤੈਨੂੰ ਕੀ, ਮੇਰਾ ਸਮਾਂ ਅਜੇ ਨਹੀਂ ਆਇਆ। ਉਸ ਦੀ ਮਾਤਾ ਨੇ ਟਹਿਲੂਆਂ ਨੂੰ ਆਖਿਆ, ਜੋ ਕੁਝ ਉਹ ਤੁਹਾਨੂੰ ਕਹੇ ਸੋ ਕਰੋ। ਆਮੇਨ। ਸੋ ਸ਼ੀ ਹੈਡ ਅ ਫੇਥ ਕਿ ਜਿਹੜੀ ਮੈਂ ਗੱਲ ਆਪਣੇ ਬੇਟੇ ਨਾਲ ਕੀਤੀ, ਜਿਹੜੀ ਗੱਲ ਮੈਂ ਪ੍ਰਭੂ ਨਾਲ ਕੀਤੀ ਹੈ, ਕਿਉਂਕਿ ਪ੍ਰਭੂ ਯਿਸੂ ਮਸੀਹ ਮਾਂ ਮਰੀਮ ਦੇ ਵੀ ਪ੍ਰਭੂ ਸੀ, ਪਰਮੇਸ਼ਰ ਨੇ ਉਹਨਾਂ ਨੂੰ ਇਸਤੇਮਾਲ ਕੀਤਾ। ਪਰਮੇਸ਼ਰ ਦਾ ਧੰਨਵਾਦ ਹੈ। ਪਰ ਨਜਾਤ ਉਹਨਾਂ ਨੇ ਵੀ ਏਦਾਂ ਹੀ ਪਾਈ ਸੀ, ਪ੍ਰਭੂ ਯਿਸੂ ਮਸੀਹ ਮੁਕਤੀ ਦਾਤਾ ਮੰਨ ਕੇ। ਔਰ ਬਾਈਬਲ ਦੱਸਦੀ ਹੈ ਕੀ ਆ, ਕਹਿੰਦੀ ਜਿੱਦਾਂ ਇਹ ਕਵੇ ਤੁਸੀਂ ਉਦਾਂ ਹੀ ਕਰਨਾ। ਯਿਸੂ ਨੇ ਤਾਂ ਹਲੇ ਕੁਝ ਵੀ ਨਹੀਂ ਕਿਹਾ, ਉਹਨੂੰ ਪਤਾ ਹੈ ਕਿ ਹੀ ਇਜ਼ ਗੋਇੰਗ ਟੂ ਟੇਕ ਅ ਐਕਸ਼ਨ। ਤੁਹਾਡੀ ਦੁਆ ਜਿਹੜੀ ਹੈ ਯਿਸੂ ਦੇ ਅੱਗੇ ਖਾਲੀ ਨਹੀਂ ਜਾ ਸਕਦੀ। ਜੇ ਤੁਸੀਂ ਫੇਥ ਨਾਲ ਕੜੀ ਉਹਦਾ ਦਰਵਾਜ਼ਾ ਖਟਖਟਾਓਗੇ, ਰੋਜ਼ ਆ ਕੇ ਅੰਦਰੋਂ ਦੀ ਦਰਵਾਜ਼ਾ ਖੁੱਲੇਗਾ ਹੀ ਖੁੱਲੇਗਾ। ਤਾਂ ਕਹਿੰਦੀ ਜਿੱਦਾਂ ਇਹ ਕਵੇ ਉਦਾਂ ਹੀ ਕਰਨਾ। ਸੋ ਪ੍ਰਭੂ ਯਿਸੂ ਮਸੀਹ, ਜਦੋਂ ਸਾਨੂੰ ਸਭ ਨੂੰ ਇਹ ਵਚਨ ਪਤਾ ਹੈ ਕਿ ਅੱਗੇ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹਨਾਂ ਨੇ ਆਪਣੇ ਕੀ ਕੀਤਾ, ਚੇਲਿਆਂ ਦੇ ਨਾਲ ਗੱਲ ਕੀਤੀ ਪ੍ਰਭੂ ਯਿਸੂ ਮਸੀਹ ਨੇ, ਤਾਂ ਕੀ ਕਿਹਾ? ਹਾਂਜੀ ਸਿਸਟਰ, 9 ਦੇ ਵਿੱਚ ਜਾਵਾਂਗੇ। ਨਹੀਂ, ਲੈਟਸ ਗੋ ਟੂ ਦ 7 ਦੇ ਵਿੱਚ। ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੱਟਾਂ ਵਿੱਚ ਜਲ ਭਰੋ। ਸੋ ਉਹਨਾਂ ਨੇ ਮੱਟ ਨੱਕੋ ਨੱਕ ਭਰ ਦਿੱਤੇ। ਫਿਰ ਉਸਨੇ ਉਹਨਾਂ ਨੂੰ ਆਖਿਆ, ਹੁਣ ਕੱਢੋ ਅਤੇ ਸਭਾ ਦੇ ਪ੍ਰਧਾਨ ਕੋਲ ਲੈ ਜਾਓ। ਸੋ ਉਹ ਲੈ ਗਏ। ਜਾਂ ਸਭਾ ਦੇ ਪ੍ਰਧਾਨ ਨੇ ਉਹ ਜਲ ਜਿਹੜਾ ਮੈਂ ਬਣ ਗਿਆ ਸੀ ਚੱਖਿਆ, ਔਰ ਨਾ ਜਾਤਾ ਕਿ ਇਹ ਕਿੱਥੋਂ ਹੈ। ਮੈਂ ਇੱਥੇ ਰੁਕਾਂਗੇ। ਸੋ ਕੀ ਕੀਤਾ? ਕਹਿੰਦਾ ਜਾਓ ਤੇ ਜਾ ਕੇ ਮਟਕੇ ਦੇ ਵਿੱਚ 6 ਮਟਕੇ ਛੋਟੇ ਛੋਟੇ ਨਹੀਂ ਸੁਣਦੇ, ਐਡੇ ਅਸੀਂ ਦੇਖ ਕੇ ਆਏ ਇਜ਼ਰਾਈਲ ਦੇ ਵਿੱਚ। ਇਸ ਮੈਸਿਵ, ਬਹੁਤ ਸਾਰੇ ਵੱਡੇ ਆ। ਤਾਂ ਕਹਿੰਦੀ ਕੀ ਆ, 2-3 ਤੁਸੀਂ ਕੀ ਕਰੋ, ਪਾਣੀ ਭਰ ਦੋ। ਪ੍ਰਭੂ ਯਿਸੂ ਮਸੀਹ ਨੇ ਛੁੜਿਆ ਵੀ ਨਹੀਂ ਤੇ ਪਾਣੀ ਆਪੇ ਹੀ ਬਦਲ ਗਿਆ। ਉਹਨੇ ਆਪਣੇ ਮੈਂ ਬਣਾਉਣ ਵਾਲੇ ਨੂੰ ਪਛਾਣ ਲਿੱਤਾ ਕਿ ਕੀ ਚਾਹੁੰਦਾ ਹੈ ਮੇਰੇ ਤੋਂ। ਜੇ ਪਾਣੀ ਨੂੰ ਪਤਾ ਹੈ ਕਿ ਪਰਮੇਸ਼ਰ ਮੇਰੇ ਤੋਂ ਕੀ ਚਾਹੁੰਦਾ, ਤਾਂ ਮੈਂ ਤੁਸੀਂ ਕਿਉਂ ਨਹੀਂ ਸਮਝਦੇ ਕਿ ਪਰਮੇਸ਼ਰ ਕੀ ਚਾਹੁੰਦਾ ਹੈ? ਓਬੀਡੀਐਂਟ ਬ੍ਰਿੰਗ ਦ ਬਲੇਸਿੰਗ। ਆਗਿਆਕਾਰੀ ਜਿਹੜੀ ਹੈ ਉਹ ਬਰਕਤ ਲੈ ਕੇ ਸਾਡੇ ਵਾਸਤੇ ਆਉਂਦੀ ਹੈ। ਪਰਮੇਸ਼ਰ ਜਿਹੜਾ ਹੈ ਆਗਿਆਕਾਰੀ ਆਪਣੇ ਬੱਚਿਆਂ ਤੋਂ ਚਾਹੁੰਦਾ ਹੈ। ਪਰਮੇਸ਼ਰ ਦੇ ਲੋਕੋ, ਇਸ ਔਰਤ ਦੀ ਗਰੀਬੀ ਟੁੱਟ ਗਈ। ਅਲੀਸ਼ਾ ਨਬੀ
ਕਰਜ਼ਾ ਉਤਰ ਗਿਆ ਇੱਕੋ ਹੀ ਦਿਨ ਦੇ ਵਿੱਚ। ਬਾਈਬਲ ਦੱਸਦੀ ਹੈ ਜਿਹੜੇ ਸੀਗੇ ਕਰਜ਼ਦਾਰ ਵੀ ਖੁਸ਼ ਔਰ ਹੈਰਾਨ ਹੋ ਕੇ ਉੱਥੋਂ ਚਲੇ ਗਏ। ਪੜੋਸੀ ਵੀ ਦੇਖ ਕੇ ਪਰੇਸ਼ਾਨ ਹੋ ਗਏ ਕਿ ਅੱਜ ਕਿੱਦਾਂ ਦਾ ਸਾਡੇ ਪੜੋਸ ਦੇ ਵਿੱਚ ਮਿਰਕਲ ਹੋ ਗਿਆ, ਪਰ ਪਰਮੇਸ਼ਰ ਦਾ ਜੈ ਜੈਕਾਰ ਕਰਨ ਲੱਗੇ। ਬਾਈਬਲ ਕਹਿੰਦੀ ਸ਼ੇਰਾਂ ਦੇ ਬੱਚੇ ਕਦੀ ਭੁੱਖੇ ਨਾ ਰਹਿਣਗੇ। ਕਹਿੰਦਾ ਸ਼ੇਰਾਂ ਦੇ ਬੱਚੇ ਭੁੱਖੇ ਰਹਿਣਗੇ, ਮੇਰੇ ਲੋਕ ਕਿਸੇ ਚੀਜ਼ ਦੇ ਮੁਤਾਜ ਨਾ ਹੋਣਗੇ। ਪਰਮੇਸ਼ਰ ਨੇ ਸਾਨੂੰ ਗਰੀਬੀ ਦੀਆਂ ਲਾਹਨਤਾਂ 'ਚ ਨਹੀਂ ਸੱਦਿਆ। ਪਰਮੇਸ਼ਰ ਨੇ ਸਾਡੀਆਂ ਗਰੀਬੀ ਦੀਆਂ ਲਾਹਨਤਾਂ ਤੋੜ ਦਿੱਤੀਆਂ ਹਨ। ਇੱਕ ਵਾਰੀ ਪਿੱਛੇ ਮੁੜ ਕੇ ਦੇਖੋ ਕਿੱਥੇ ਆਏ ਹਾਂ। ਕਦੀ ਕਦੀ ਇਨਸਾਨ ਦਾ ਨੇਚਰ ਹੈ ਜੋ ਹੈ ਨਹੀਂ ਉਹਦੇ ਲਈ ਰੋਈ ਜਾਣਾ, ਜੋ ਹੈਗਾ ਉਹਦਾ ਸ਼ੁਕਰ ਹੀ ਨਹੀਂ ਕਰਨਾ। ਅੱਜ ਪਰਮੇਸ਼ਰ ਕਹਿੰਦਾ ਆਪਣੇ ਘਰ 'ਚ ਨਜ਼ਰ ਮਾਰ ਕੇ ਦੇਖ, ਮੈਂ ਤੈਨੂੰ ਕੀ ਕੁਛ ਦਿੱਤਾ। ਨਜ਼ਰ ਮਾਰ ਕੇ ਦੇਖ, ਮੈਂ ਤੈਨੂੰ ਕਿੱਥੋਂ ਲੈ ਕੇ ਆਇਆ, ਕਿਹੜੀ ਗੱਲ ਦੀ ਸਟ੍ਰੈਸ ਆ, ਕਿਹੜੇ ਗੱਲ ਦਾ ਫਿਕਰ ਹੈ। ਕਦੀ ਕਦੀ ਹੁੰਦੇ ਹੋਏ ਵੀ ਅਸੀਂ ਕਿੰਨੇ ਹੈ ਨਹੀਂ। ਪਰਮੇਸ਼ਰ ਦੇ ਲੋਕੋਂ ਪਰਮੇਸ਼ਰ ਦੇ ਕੋਲ ਕਹਿੰਦਾ ਹੈ, ਜਦੋਂ ਅਸੀਂ ਸਾਮ ਦੇ ਵਿੱਚ ਪੜ੍ਹਦੇ ਹਾਂ, ਦਾਊਦ ਕਹਿੰਦਾ ਮੈਂ ਜਵਾਨ ਸੀਗਾ ਤੇ ਬੁਰਾ ਹੋ ਗਿਆ, ਪਰ ਮੈਂ ਧਰਮੀ ਨੂੰ ਕਦੀ ਭੁੱਖੇ ਮਰਦੇ ਨਹੀਂ ਦੇਖਿਆ। ਕਿੰਨੀ ਵੱਡੀ ਗੱਲ ਹੈ। ਡੇਵਿਡ ਪਰਮੇਸ਼ਰ ਨੂੰ ਪਿਆਰ ਕਰਦਾ ਸੀਗਾ। ਕਹਿੰਦਾ ਸੱਚਮੁੱਚ ਪਰਮੇਸ਼ਰ ਤੂੰ ਆਪਣੇ ਲੋਕਾਂ ਦਾ ਇੰਤਜ਼ਾਮ ਕਰਦਾ ਹਾਂ। ਅੱਜ ਵੀ ਉਹ ਯਹੋਵਾ ਜੈਰੀ ਹੈ, ਅੱਜ ਵੀ ਯਹੋਵਾ ਜੈਰੀ ਹੀ ਹੈਜ਼ ਅ ਬੈਸਟ ਫॉर ਮੀ ਐਂਡ ਯੂ, ਕਿਉਂਕਿ ਅਸੀਂ ਉਹਦੇ ਤੇ ਪਰ ਗੱਲ ਇਹ ਆ ਕਿ ਕੀ ਅਸੀਂ ਪਰਮੇਸ਼ਰ ਨੂੰ ਆਪਣਾ ਬਾਪ ਮੰਨ ਕੇ ਉਹਦੇ ਨਾਲ ਗੱਲਬਾਤ ਕਰਦੇ ਹਾਂ, ਕਿ ਅਸੀਂ ਉਹਦੇ ਨਾਲ ਸੱਚੀ ਰਿਸ਼ਤਾ ਰੱਖਦੇ ਹਾਂ, ਕਿ ਅਸੀਂ ਜਸਟ ਉਹਨੂੰ ਰੱਬ ਮੰਨ ਕੇ ਥੋੜੀ ਜਿਹੀ ਦੁਆ ਕਰਕੇ ਪ੍ਰਭੂ ਜੀ ਤੇਰਾ ਧੰਨਵਾਦ ਹੈ ਤਾਂ ਪਰੇ ਨੂੰ ਚੱਲ ਜਾਂਦੇ, ਕਿ ਅਸੀਂ ਆਪਣਾ ਦਿਲ ਖੋਲ ਕੇ ਉਹਦੇ ਨਾਲ ਗੱਲ ਕਰਦੇ ਹਾਂ। ਅੱਜ ਪਰਮੇਸ਼ਰ ਕਹਿੰਦਾ ਜਿਹਦਾ ਤੇਲ ਉੰਡੇਲ ਦਿੱਤਾ ਜਾਂਦਾ, ਆਪਣੇ ਆਪ ਨੂੰ ਮੇਰੇ ਆਲਟਰ ਤੇ ਉੰਡੇਲ, ਆਪਣੇ ਦਿਲਾਂ ਨੂੰ ਖਾਲੀ ਕਰਕੇ ਉਹਨੂੰ ਦੱਸੋ ਕਿ ਪਰਮੇਸ਼ਰ ਮੈਨੂੰ ਇਸ ਚੀਜ਼ ਦੀ ਲੋੜ ਹੈ, ਪਰਮੇਸ਼ਰ ਮੈਨੂੰ ਇਸ ਚੀਜ਼ ਦੀ ਲੋੜ ਹੈ। ਅੱਜ ਮੇਰੇ ਘਰ 'ਚ ਇਸ ਚੀਜ਼ ਦੀ ਘਾਟ ਹੈ, ਅੱਜ ਮੇਰੇ ਤੇ ਕਰਜ਼ਾ ਹੈ, ਪ੍ਰਭੂ ਤੈਨੂੰ ਲਾਣ ਦਾ ਇੰਤਜ਼ਾਮ ਕਰ। ਸਾਡੇ ਚਰਚ 'ਚ ਇੱਕ ਬਜ਼ੁਰਗ ਹਨ, ਕਿਸੇ ਦਿਨ ਉਹਨਾਂ ਦੀ ਗਵਾਹੀ ਸੁਣਾਵਾਂਗੇ। ਉਹਨਾਂ ਦੇ ਜਦੋਂ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕੀਤਾ ਤੇ ਮੇਰੇ ਕੋਲ ਆਏ ਤੇ ਉਹਨਾਂ ਕੋਲ ਬਹੁਤ ਹੀ ਜ਼ਿਆਦਾ ਕਰਜ਼ਾ ਸੀ। ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਲੋਕਾਂ ਨੇ ਬ੍ਰਦਰ ਨੂੰ ਲੁੱਟਿਆ ਹੋਇਆ ਸੀਗਾ। ਔਰ ਬ੍ਰਦਰ ਨੇ ਇੱਕ ਵਾਰੀ ਸ਼ੇਅਰ ਵੀ ਕੀਤਾ ਸੀ ਤੇ ਇੱਕ ਦਿਨ ਬ੍ਰਦਰ ਮੇਰੇ ਘਰ ਆਏ ਤੇ ਕਹਿੰਦੇ ਸਿਸਟਰ ਮੇਰੇ ਤੇ ਤਾਂ ਇੰਨਾ ਕਰਜ਼ਾ ਨੇ ਪ੍ਰਭੂ ਨੂੰ ਕਬੂਲ ਕੀਤਾ, ਉਹਨਾਂ ਨੂੰ ਮਹੀਨਾ ਪਾਇਆ ਸੀਗਾ। ਸੋ ਮੈਂ ਉਹਨਾਂ ਨੂੰ ਇੱਕ ਸਲਾਹ ਦਿੱਤੀ ਤੇ ਅੰਕਲ ਨੇ ਲੈ ਲਈ ਸਲਾਹ। ਅੰਕਲ ਜੀ ਘਰ ਗਏ ਤਾਂ ਉਹਨਾਂ ਨੇ ਐਗਜ਼ੈਕਟਲੀ ਉਦਾਂ ਹੀ ਕੀਤਾ। ਅੱਜ ਤੁਸੀਂ ਅੰਕਲ ਦੀ ਗਵਾਹੀ ਸੁਣੋ। ਅੰਕਲ ਦੇ ਇੰਡੀਆ 'ਚ ਵੀ ਘਰ, ਅੰਕਲ ਕਹਿੰਦਾ ਪ੍ਰਿਆ ਮੇਰੀਆਂ ਬੈਂਕਾਂ ਭਰੀਆਂ ਪਈਆਂ, ਇੱਥੇ ਵੀ ਤਾਂ ਇੰਡੀਆ ਵੀ, ਕਿਉਂਕਿ ਕਹਿੰਦਾ ਜਿੱਦਾਂ ਤੁਸੀਂ ਦੱਸਿਆ ਸੀ ਮੈਂ ਉਦਾਂ ਕਰ ਲਿਆ। ਸੋ ਪਰਮੇਸ਼ਰ ਸਾਨੂੰ ਇੱਕ ਤਰੀਕਾ ਦੱਸਦਾ ਹੈ ਕਰਜ਼ੇ ਚੋਂ ਬਾਹਰ ਨਿਕਲਣ ਲਈ। ਕਦੀ ਅਸੀਂ ਨਿਕਲਣਾ ਹੀ ਨਹੀਂ ਚਾਹੁੰਦੇ, ਕਿਉਂਕਿ ਅਸੀਂ ਜਦੋਂ ਵੀ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਹੈ ਲੈਕ ਆਫ ਵਿਜ਼ਡਮ ਨਾ ਹੋਣ ਦਾ ਕਰਕੇ, ਕਿਉਂਕਿ ਅਸੀਂ ਪਰਮੇਸ਼ਰ ਦੀ ਸਲਾਹ ਦੇ ਵਿੱਚ ਆਉਣਾ ਨਹੀਂ ਚਾਹੁੰਦੇ ਹਾਂ। ਸੋ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਜਿਹੜਾ ਤੇਲ ਸੀਗਾ ਉਸ ਔਰਤ ਦਾ ਬਿਜ਼ਨਸ ਬਣ ਗਿਆ। ਅੱਜ ਪਰਮੇਸ਼ਰ ਦੇ ਲੋਕੋ ਕਿ ਕਿੱਦਾਂ ਅਸੀਂ ਮਲਟੀਪਲੀਕੇਸ਼ਨ ਲੈ ਸਕਦੇ, ਕੀ ਤੁਸੀਂ ਪਰਮੇਸ਼ਰ ਦੇ ਓਬੀਡੀਅੰਸ ਤੋਂ ਬਾਹਰ ਹੈ। ਪਰਮੇਸ਼ਰ ਕਹਿੰਦਾ ਇੱਧਰ ਨੂੰ ਚੱਲੋ, ਤੁਸੀਂ ਇੱਧਰ ਨੂੰ ਚੱਲ ਪੈਂਦੇ, ਉਹ ਤੁਹਾਨੂੰ ਖਿੱਚ ਕੇ ਇੱਧਰ ਲਿਆਉਂਦਾ, ਫਿਰ ਕਿ ਤੁਸੀਂ ਉੱਧਰ ਚੱਲ ਜਾਂਦੇ। ਸੋ ਤੁਸੀਂ ਕਿਹਨੂੰ ਬੇਵਕੂਫ ਬਣਾਉਂਦੇ ਹੋ, ਪਰਮੇਸ਼ਰ ਨੂੰ ਕਿ ਆਪਣੇ ਆਪ ਨੂੰ? ਮੈਨੂੰ ਆਪਣੇ ਆਪ ਨੂੰ ਅਸੀਂ ਬਣਾਉਂਦੇ ਹਾਂ। ਤਾਂ ਪਰਮੇਸ਼ਰ ਤੁਹਾਨੂੰ ਬਲੈਸ ਕਰਨਾ ਚਾਹੁੰਦਾ ਹੈ, ਪਰਮੇਸ਼ਰ ਤੁਹਾਡੀ ਸਵਰਗ ਦੇ ਦਰਵਾਜ਼ੇ ਖੋਲਣਾ ਚਾਹੁੰਦਾ ਹੈ। ਪਰਮੇਸ਼ਰ ਜੇ ਇਸ ਔਰਤ ਦੀ ਦੁਆ ਸੁਣ ਸਕਦਾ, ਮੇਰੀ ਤੇ ਤੁਹਾਡੀ ਦੁਆ ਸੁਣਨਾ ਚਾਹੁੰਦਾ ਹੈ। ਜਿਹੜਾ ਵੀ ਤੁਹਾਡਾ ਦਾਸ, ਜਿਹੜਾ ਵੀ ਤੁਹਾਡਾ ਪਾਸਟਰ ਹੈ, ਜਿਹੜੇ ਵੀ ਇਹ ਘਰ ਦੇ ਵਿੱਚ ਤੁਸੀਂ ਹੋ, ਜਦੋਂ ਤੁਸੀਂ ਆਪਣੇ ਪਾਸਟਰ ਦੀ ਸਲਾਹ ਲੈਂਦੇ ਹੋ ਬੇਹੀ, ਕਿਉਂਕਿ ਅਲੀਸ਼ਾ ਨਬੀ ਉਸ ਟਾਈਮ 'ਚ ਪਾਸਟਰ ਨਹੀਂ ਸੁਣਦੇ, ਲੋਕੀ ਮੋਸਟਲੀ ਨਬੀਆਂ ਕੋਲ ਜਾਂਦੇ ਸੀ। ਸੋ ਲੋਕੀ ਉਹਨਾਂ ਦੀ ਸਲਾਹ ਲੈਂਦੇ ਹੁੰਦੇ ਸੀ, ਰਾਜੇ ਵੀ ਉਹਨਾਂ ਨੂੰ ਬੁਲਾ ਲੈਂਦੇ ਸੀ ਕਿ ਪਰਮੇਸ਼ਰ ਦਾ ਆਤਮਾ ਕੀ ਕਹਿੰਦਾ ਹੈ। ਸੋ ਕਿੰਗਸ ਉਹਨਾਂ ਤੋਂ ਸਲਾਹ ਲੈਂਦੇ ਹੁੰਦੇ ਸੀ। ਕਲੋਜ਼ ਯੋਰ ਆਈਜ਼ ਐਂਡ ਵੀ ਵਰਸ਼ਿਪ। ਵੀ ਕਾਲ ਬ੍ਰਦਰ ਰਿੰਕੂ ਫॉर ਵਨ ਮੋਰ ਸੌਂਗ। ਤੇ ਅਸੀਂ ਤਾਲੀ ਪ੍ਰਾਰਥਨਾ ਕਰਾਂਗੇ ਹਰ ਤਰ੍ਹਾਂ ਦੇ ਕਰਜ਼ੇ ਤੁਹਾਡੇ ਲਿਖ ਜਾਣ, ਤੁਹਾਡਾ ਥੋੜਾ ਅੱਜ ਮਲਟੀਪਲਾਈ ਹੋ ਜਾਵੇ ਔਰ ਪਰਮੇਸ਼ਰ ਤੁਹਾਨੂੰ ਬਹੁਤਾਂ ਯਾਦਾਂ 'ਚ ਲੈ ਕੇ ਜਾਵੇ, ਜਿੱਦਾਂ ਜੋਲ ਚੈਪਟਰ 2 ਦੇ ਵਿੱਚ ਲਿਖਿਆ ਹੈ ਕਿ ਮੈਂ ਤੈਨੂੰ ਬਹੁਤ ਦੇ ਵਿੱਚ ਲੈ ਕੇ ਜਾਊਂਗਾ। ਉਹ 'ਚ ਲਿਖਿਆ ਜੋ ਟਿੱਡੀਆਂ ਖਾ ਗਈਆਂ ਮੈਂ ਤੈਨੂੰ ਵਾਪਸ ਦਊਂਗਾ। ਹਾਲੇਲੂਇਆ। ਕਮ ਬ੍ਰਦਰ ਰਿੰਕੂ, then we will come back and pray. Hallelujah. Thank you Jesus. Okay, मैं यहोवा येरी हूँ, मैं मुहैया करूँगा। मैं यहोवा येरी हूँ, मैं मुहैया करूँगा। खौफ न खा ना घबरा, खौफ न खा ना घबरा। मैं यहोवा येरी हूँ, मैं मुहैया करूँगा। मैं यहोवा येरी हूँ,
ਵਾਸਤੇ ਮੁਹੱਈਆ ਕਰੇਗਾ। ਅਬਰਾਹਮ ਨੂੰ ਪਰਮੇਸ਼ਰ ਨੇ ਕਿਹਾ ਆਪਣਾ ਬੇਟਾ ਲੈ ਕੇ ਤੇ ਆ ਜਾ ਪਹਾੜ ਦੇ ਉੱਤੇ, ਤੇ ਉਹਦਾ ਬੇਟਾ ਕਹਿੰਦਾ ਪਰਮੇਸ਼ਰ ਆਪਣੇ ਬਾਪ ਨੂੰ ਪੁੱਛਦਾ ਹੈ ਅਬਰਾਹਮ ਦਾ ਬੇਟਾ ਇਸਾਹਕ ਕਿ ਬਲੀ ਕਿੱਥੇ ਆ, ਕਹਿੰਦਾ ਪਰਮੇਸ਼ਰ ਮੁਹੱਈਆ ਕਰੇਗਾ। ਔਰ ਬਾਈਬਲ ਕਹਿੰਦੀ ਉੱਥੋਂ ਅਬਰਾਹਮ ਨੇ ਕਿਹਾ ਯਹੋਵਾ ਜੈਰੇ, ਜਿਹੜਾ ਪ੍ਰਬੰਧ ਕਰਦਾ ਹੈ ਹਰ ਚੀਜ਼ ਦਾ। ਅੱਜ ਅਸੀਂ ਪਰਮੇਸ਼ਰ ਨਾਲ ਦਿਲ ਲਗਾਉਣਾ ਹੈ। ਕਹਿੰਦਾ ਆ ਜਾ, ਪਰਮੇਸ਼ਰ ਵਾਪਸ ਬੁਲਾਉਂਦਾ ਪਿਆ, ਕਹਿੰਦਾ ਆ ਜਾ, ਕਮ ਬੈਕ ਟੂ ਮੀ, ਮੇਰੇ ਨਾਲ ਦਿਲ ਲਗਾ, ਦੁਨੀਆ ਨਾਲ ਦੋਸਤੀ ਛੱਡ ਦੇ, ਮੁਸ਼ਕਲਾਂ ਨਾਲ ਦਿਲ ਨਾ ਲਗਾ। ਅਸੀਂ ਆਪਣੇ ਦਿਲਾਂ ਨੂੰ ਮੁਸ਼ਕਲਾਂ ਦੇ ਨਾਲ ਦੋਸਤੀ ਕੀਤੀ ਹੋਈ ਆ। ਉਹ ਤੁਹਾਡੇ ਦੋਸਤ ਹਨ, ਫਿਕਰ ਜਦੋਂ ਸਵੇਰ ਨੂੰ ਉੱਠੀ ਦਾ ਫਿਕਰ ਨਾਲ ਦੋਸਤੀ, ਰਾਤ ਨੂੰ ਸੌਣ ਦਾ ਫਿਕਰ ਨਾਲ ਦੋਸਤੀ, ਫਿਕਰ ਦੇ ਨਾਲ ਦੋਸਤੀ, ਡਰ ਦੇ ਨਾਲ ਦੋਸਤੀ, ਪਰਮੇਸ਼ਵਰ ਨਾਲ ਦੋਸਤੀ ਲਾਓ ਪਰਮੇਸ਼ਰ ਦੇ ਲੋਕੋ, ਕਿਉਂਕਿ ਉਹਦੇ ਨਾਲ ਦੋਸਤੀ ਲਾਵਾਂਗੇ ਤੇ ਸਾਨੂੰ ਬਰਕਤ ਮਿਲੇਗੀ। ਉਹਦੇ ਨਾਲ ਦੋਸਤੀ ਲਾਵਾਂਗੇ ਤੇ ਅਸੀਂ ਜਿੱਤ ਪਾਵਾਂਗੇ। ਉਹਦੇ ਨਾਲ ਦੋਸਤੀ ਲਾਵਾਂਗੇ ਤੇ ਉਹ ਸਾਡਾ ਯਹੋਵਾ ਜੈਰੀ ਬਣ ਕੇ ਖੜਾ ਹੋ ਜਾਵੇਗਾ। ਉਹਦੇ ਨਾਲ ਦੋਸਤੀ ਲਾਵਾਂਗੇ ਯਹੋਵਾ ਨਿਸੀ ਬਣ ਕੇ ਖੜਾ ਹੋ ਜਾਵੇਗਾ। ਉਹਦੇ ਨਾਲ ਦੋਸਤੀ ਲਾਵਾਂਗੇ ਯਹੋਵਾ ਸ਼ਾਮਾ ਬਣ ਕੇ ਖੜਾ ਹੋ ਜਾਵੇਗਾ। ਉਹਦੇ ਨਾਲ ਦੋਸਤੀ ਲਾਵਾਂਗੇ ਉਹ ਰਾਈਚਸ ਧਰਮੀ ਗॉड ਹੈ। ਹਾਲੇਲੂਇਆ, ਯਹੋਵਾ ਐਲੋਹੀਮ, ਹਾਲੇਲੂਇਆ, देयर इज नन लाइक हिम, ਹਾਲੇਲੂਇਆ। ਪਰਮੇਸ਼ਰ ਦੇ ਲੋਕੋ, ਪਰਮੇਸ਼ਰ ਅੱਜ ਤੁਹਾਨੂੰ ਆਜ਼ਾਦ ਕਰਦਾ ਹੈ। ਵੀ ਡਿਕਲੇਅਰ ਟੁਡੇ ਬੈਕਸਲਾਈਡਡ ਦੀ ਆਤਮਾ ਯਿਸੂ ਨਾਮ ਦੇ ਨਾਲ ਟੁੱਟ ਜਾਵੇ। ਤੁਹਾਨੂੰ ਪਤਾ ਰੋਜ਼ ਬਹੁਤ ਪਰਮੇਸ਼ਰ ਮੇਰੇ ਸਪਿਰਿਟ ਤੇ ਇੰਪ੍ਰੈਸ ਕੀਤਾ ਲੋਕਾਂ ਨੇ ਫਿਕਰ ਦੇ ਨਾਲ ਦੋਸਤੀ ਕੀਤੀ ਹੋਈ ਆ। ਬਾਈਬਲ ਕਹਿੰਦੀ ਹੈ ਪਹਿਲਾ ਪਤਰਸ 5:7 ਚ ਲਿਖਿਆ ਹੈ ਫਿਕਰ ਨਾ ਕਰ, ਤੇਰਾ ਫਿਕਰ ਮੈਂ ਆਪ ਕਰਦਾ। 68 ਸਾਮ ਦੀ 19 ਚ ਲਿਖਿਆ ਹੈ ਧੰਨ ਹੈ ਯਹੋਵਾ ਜਿਹੜਾ ਨਿਤ ਮੇਰਾ ਬੋਝ ਚੁੱਕਦਾ ਹੈ। ਕੀ ਅਸੀਂ ਉੱਠ ਕੇ ਆਪਣਾ ਬੋਝ ਉਹਨੂੰ ਦਿੰਦੇ ਹਾਂ? ਧੰਨ ਹੈ ਪਰਮੇਸ਼ਵਰ। ਦਾਊਦ ਕਹਿੰਦਾ ਜਿਹੜਾ ਰੋਜ਼ ਮੇਰਾ ਬੋਝ ਚੁੱਕਦਾ ਹੈ। ਬਾਈਬਲ ਲਿਖਿਆ ਹੈ ਫਿਕਰ ਨਾ ਕਰ, ਪਰ ਕੰਟੀਨਿਊ ਆਪਣੀਆਂ ਰਿਕੁਐਸਟ ਸ਼ੁਕਰਗੁਜ਼ਾਰੀ ਦੇ ਨਾਲ ਮੇਰੇ ਹਜ਼ੂਰ ਲੈ ਕੇ ਆ। ਅਸੀਂ ਰਿਕੁਐਸਟ ਸਵੇਰੇ ਉੱਠ ਕੇ ਫਿਕਰ ਕਰਦੇ ਹਾਂ, ਉਹਦੇ ਨਾਲ ਫਿਕਰ ਨਾਲ ਦੋਸਤੀ ਤੋੜ ਕੇ ਪਰਮੇਸ਼ਰ ਨਾਲ ਦਿਲ ਲਾ ਲਓ। और फिक्र करके बीमार हो जाओगे, पर परमेश्वर ना दोस्ती करके आजाद हो जाओगे। जे परमेश्वर कावां नूं कहंदा है जा ते मेरे दास नूं जाके रोटी पानी खिला के आ, छोटी जी रोटी पानी बोटी लेके जा, मीट लेके जा अकाल दे वेले च। कि अज अकाल है कोविड-19 दे टाइम च, कि तुहाडे घरां च रोटी नहीं है? परमेश्वर जेड़ा है अकाल दे बारे ओल्ड टेस्टामेंट पढ़िया है, उन्हें सुपरनैचुरली अपने लोकां नूं ब्लेस कीता है। गॉड इज रेडी, पर तुहानूं तैयार होण दी लोड़ है। परमेश्वर तैयार है तुहानूं बरकत देण वास्ते। उठो ते खड़े हो जाओ, कहो परमेश्वर मेरी मदद कर, मैं वापस नहीं जाऊंगी, मेरी मदद कर परमेश्वर, मैं वापस नहीं जाऊंगा। यीशु के पीछे मैं चलने लगा, आगे ही बढ़ता जाऊंगा ताकि तेरे तो बरकत पावां। वी गोइंग टू ब्लेस यू टुडे, हालेलुया। खुदा हम तेरे लोग खुदा जिथे जिथे भी देख रहे हैं प्रभु, असी यीशु दे नाम च तेरे लोकां नूं ब्लेस करदे हां। हर कर्जे दीयां लानतां यीशु नाम च तोड़दे हां। हर काटे दीयां लानतां यीशु नाम च तेरे दास दासियां हुंदे असी तोड़ दिंदे हां परमेश्वर। रोखे थाना फखारा बनाना ए रेखे थे ने फेखारा, फिकर दी जेड़ी आत्मा है खुदावंद दा ओनू मैं डांडदी हां यीशु नाम च खुदावंद। जिन्ने भी लोकी लांते हर किसे नूं छड़ के चली जावे इन द नेम ऑफ जीसस। डर दा आत्मा यीशु दे नाम च निकल जाए इस वक्त इन जीसस नेम। खोरे बेखंत ना हर तरह दी स्ट्रेस तेनु यीशु नाम च ਅਸੀਂ ਜਲਾਉਂਦੇ ਹਾਂ ਇਸੇ ਵਕਤ। ਏਰੇ ਬੇਖੰਤ ਨਾ ਲੋੜ ਵੀ ਰਿਲੀਜ਼ ਤੇਰੇ ਦੂਤਾਂ ਨੂੰ ਹੁਕਮ ਦਿੰਦੇ ਆ, ਹੀਲਿੰਗ ਐਂਜਲ ਇਸੇ ਵਕਤ ਲੋਕਾਂ ਨੂੰ ਘਰ ਚ ਛੂਣ ਪਰਮੇਸ਼ਰ। ਸਾਰੀਆਂ ਲੱਤਾਂ ਦੀਆਂ ਦਰਦਾਂ ਬਿੰਗੀਆਂ ਲੱਤਾਂ ਯੀਸ਼ੂ ਨਾਮ ਚ ਸਿੱਧੀਆਂ ਹੋ ਜਾਣ ਇਸੇ ਵਕਤ। ਜੇ ਵੇਖੇ ਥਾਣਾ ਫਾਖਾਰਾ ਬਣਾ ਜੇ ਤਾਂ ਲੱਤ ਦੁਖਦੀ ਉਹਨੂੰ ਝਾੜ ਕੇ ਤੁਸੀਂ ਦੇਖ ਸਕਦੇ ਗॉड हैज हील्ड समebody's life। ਏਰੇ ਬੇਖੰਤ ਨਾ ਬਲੱਡ ਸਰਕੂਲੇਸ਼ਨ ਕਿਸੇ ਦੀ ਰੁਕੀ ਹੋਈ ਹੈ, God is going to heal you right now। तेरा बा सखरा बा ने मेरे बे सखरा वाला सिर दर्द यीशु नाम च जांदी रवे इसे वक्त। तेरे बे खंदरा कोविड-19 दे सिम्पटम वी कमांड यू यीशु दे नाम च रोग दे बदन नु छड़ दे इसे वक्त इन द नेम ऑफ जीसस, हालेलुया। तेरे बे खंत ना ही नारा बा संग नहीं तेरे बे सखरा बा। We release and we bless your people today, Lord। हर तरह दी बीमारी ते ਅਸੀਂ ਯਿਸੂ ਨਾਮ ਚ ਫਤਿਹ ਪਾਣੇ ਹਾਂ। ਘਰਾਂ ਚੋਂ ਝਗੜੇ ਯਿਸੂ ਨਾਮ ਚ ਖਤਮ ਹੋ ਜਾਣੇ ਦਾ ਦੇ ਨਾਮ। ਝਗੜਾ ਪਾਉਣ ਵਾਲੀ ਗੰਦੀ ਬਦਰੂ ਅਸੀਂ ਤੈਨੂੰ ਡਾਂਟਦੇ ਹਾਂ ਯਿਸੂ ਦੇ ਨਾਮ ਚ। ਫੈਮਿਲੀ ਨੂੰ ਛੱਡ ਦੇ ਇਸੇ ਵਕਤ ਦੀ ਜੀਸਸ ਨੇ।
बच्चियां ते पेरेंट्स झगड़ा पाने वाली आत्मा निकल जा यीशु दे नाम दे विच खेरे बेखंदना हस्बैंड वाइफ नु डिपार्ट करने वाली बदरूहा यीशु नाम च जल जाने से वखा देखे ले बेसंदना कीता बनाया हर तरह दा जादू टोना हर तरह दा खलाया पलाया प्रभु यीशु दे नाम च लोका चो निकल जावे से वखा थैंक यू होली स्पिरिट वी रिसीव योर हीलिंग हालेलुया Thank you, Jesus. receive your healing hallelujah we bless you holy spirit परमेश्वर तेरा धन्यवाद करते हैं खुदाम तेरा धन्यवाद करते हैं thank you jesus thank you jesus we declare your word जिन्ने हथियार तेरे लोकां दी हानि ਲਈ ਤਿਆਰ ਕੀਤੇ ਗਏ ਉਹਨਾਂ ਚੋਂ ਕੋਈ ਵੀ ਸਫਲ ਨਹੀਂ ਹੋਣਾ Amen. ਜਿਹੜੇ ਬੇਸਾਂ Yes. ਜਿੰਨੀਆਂ ਜੀਬਾਂ ਤੇਰੇ ਲੋਕਾਂ ਦੇ ਖਿਲਾਫ ਉੱਠਦੀਆਂ ਵੀ ਕੰਡੈਮ ਦਾ ਨਹੀਂ Jesus' name. ਜਿੰਨੇ ਵੀ ਜਾਦੂ ਟੋਣੇ ਇਹਨਾਂ ਦੇ ਖਿਲਾਫ ਕੀਤੇ ਜਾਂਦੇ ਉਹ ਆਲਟਰਾਂ ਨੂੰ ਅਸੀਂ ਯਿਸੂ ਨਾਮ ਚ ਤੋੜ ਦਿੰਦੇ ਹਾਂ केरे बे साखरा बाला राना संदना हे ले रे मेसा थैंक यू जीसस Thank you. प्रभु तेरा शुक्र है तेरे लोग तेरी आत्मा तेरे साथ थैंक यू लॉर्ड तू सांभण दी ताकत रखदा क्योंकि तू इन्हां नु बुलाया है बल पूर्वक परमेश्वर वी ब्लेस यू Thank you, Lord. थैंक यू होली स्पिरिट इन जीसस नेम वी प्रे आमेन खुदा ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਆਪਾਂ ਆਖਰੀ ਦੁਆ ਬ੍ਰਦਰ ਰਿੰਕੂ ਦੇ ਨਾਲ ਕਰਾਂਗੇ पर परमेश्वर का हाथ तुहाडे ते बनया रहे प्लीज प्लीज परमेश्वर दे लोगों बाइबल पढ़नी पूरा हफ्ता साडे जूम नु तुसी ज्वाइन कर सकते हो एवरी ट्यूसडे मॉर्निंग सवेर दे वेले 9 o'clock लंडन दा टाइम हुंदा है और खुदावंद दा हाथ तुहाडे ते बनया रहे और परमेश्वर तुहानू साम के रखे तुसी जीसस स्टार ऑफ मिनिस्ट्री तो ये प्रोग्राम देख रहे सीगे लंडन दे विच यूके च बेस्ड आ ते मेरा नाम प्रिया सोहंचा ते मेरे नाल ब्रदर है जेडे कि तुहानू प्रार्थना करके ते मीटिंग नु खत्म करांगे हालेलुया यस Hallelujah. Thank you, Jesus. Hallelujah. Thank you, Lord. प्रभु ਅਸੀਂ ਬਹੁਤ ਬਲੈਸਡ ਹੋਏ ਅੱਜ ਧੰਨਵਾਦ ਹੈ ਤੁਹਾਡੀ ਹਰ ਇੱਕ ਵਰਡ ਲਈ ਜੋ ਤੁਸੀਂ ਬੋਲੇ ਹੈ ਅਸੀਂ ਰਿਸੀਵ ਕੀਤਾ ਹੈ ਪਿਤਾ ਪਰਮੇਸ਼ਰ ਤੇ ਮੈਂ ਵਿਸ਼ਵਾਸ ਕਰਦਾ ਹਾਂ ਹਰ ਇੱਕ ਜਿਹਨੇ ਸੁਣਿਆ ਹੈ ਵਰਡ ਇੱਕ ਇੱਕ ਵਰਡ ਹਰ ਇੱਕ ਜਣੇ ਨੇ ਰਿਸੀਵ ਕੀਤਾ ਤੇ ਬਰਕਤ ਪਾਈ ਹੈ ਥੈਂਕ ਯੂ ਕਰਦੇ ਤੁਹਾਡਾ ਹਾਲੇਲੂਇਆ ਸਾਨੂੰ ਆ ਕੇ ਛੂਹਣ ਲਈ ਤੇ ਬਰਕਤ ਦੇਣ ਲਈ ਹਾਲੇਲੂਇਆ ਹਾਲੇਲੂਇਆ we are so blessed hallelujah we are so blessed by you name Lord by your word Lord hallelujah thank you Lord hallelujah प्रभु दे पूरा हफ्ता पिता परमेश्वर ਤੁਹਾਡੇ ਚ ਕਾਇਮ ਰਹੀਏ ਤੁਹਾਡੇ ਚ ਬਣੇ ਰਹੀਏ ਤੁਹਾਡੀ ਆਤਮਾ ਦੀ ਗਵਾਹੀ ਚਲੀਏ ਜਿੱਥੇ ਤੁਹਾਡਾ ਆਤਮਾ ਕਵੇ ਚੁੱਪ ਰਹੋ ਤੇ ਚੁੱਪ ਰਹੀਏ ਤੁਹਾਡਾ ਆਤਮਾ ਕਵੇ ਤੇ ਬੋਲੋ ਤੇ ਬੋਲੀਏ ਹਾਲੇਲੂਇਆ ਸਾਡੀ ਜੀਭ ਤੁਹਾਡੇ ਆਤਮਾ ਦੇ ਕੰਟਰੋਲ ਚ ਆ ਜਾਏ ਪੂਰਾ ਹਫਤਾ ਹਾਲੇਲੂਇਆ ਥੈਂਕ ਯੂ ਹੋਲੀ ਸਪਿਰਿਟ ਹਾਲੇਲੂਇਆ ਅਸੀਂ ਸਾਰੀ ਮੈਂ ਆਪਣੀ ਕਲੀਸਿਆ ਨੂੰ ਮੈਂ ਆਪਣੇ ਆਪ ਨੂੰ ਤੁਹਾਡੇ ਅੰਦਰ ਲੈ ਕੇ ਆਉਣਾ ਤੁਹਾਡੀ ਆਤਮਾ ਵਿੱਚ ਚੁੱਕ ਜਾਣਾ ਵਾ ਹਾਲੇਲੂਇਆ ਪਵਿੱਤਰ ਆਤਮਾ ਜੀ ਅਸੀਂ ਤੁਹਾਡੇ ਅੱਗੇ ਆਉਂਦੇ ਫਿਰ ਚੁੱਕ ਜਾਣੀ ਆਪਣੇ ਆਪ ਨੂੰ ਨੀਵੇਂ ਕਰ ਦਿੰਦੇ ਹਾਂ ਯੂ ਟੇਕ ਓਵਰ ਫॉर ਨੈਕਸਟ ਵੀਕ ਹਾਲੇਲੂਇਆ ਹਰ ਇੱਕ ਦਿਨ ਲਈ ਹਰ ਇੱਕ ਸੈਕਿੰਡ ਹਰ ਇੱਕ ਮਿੰਟ ਲਈ ਹਾਲੇਲੂਇਆ और जाके प्रार्थना करेंगे ते हमारे बाप जो आसमान पर है तेरा नाम पाक माना जाए तेरी बादशाह आए तेरी मर्जी जैसे आसमान पर भूमि होते हैं जमीन पर भी हो हमारे रोज की रोटी आज हमें बख्श दे जिस तरह हम अक्सर को माफ करते हैं तू भी हमारे अक्सरों को माफ कर हमें आजमाइश में पड़ने दे बल्कि बुराई से बचा क्योंकि बादशाह कुदरत और जलाल हमेशा तेरा है आमीन God bless you all.